हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਈ ਜਿਹੜੇ ਕਿ ਤੁਹਾਡੇ ਪ੍ਰਸੰਗ ਸਹਿਤ ਵਿਆਖਿਆ ਲੈ ਕੇ ਆਏ। ਪ੍ਰਸੰਗ ਸਹਿਤ ਵਿਆਖਿਆ ਨਾਲ ਦੀ ਨਾਲ ਆਪਾਂ ਜਿਹੜੇ ਕਿ ਇਹਨਾਂ ਦਾ ਵਿਸ਼ਾ ਵਸਤੂ ਕਰਾਂਗੇ ਤੇ ਸਟੂਡੈਂਟਸ ਜਿਹੜੇ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਤੇ ਸਟੂਡੈਂਟਸ ਪ੍ਰਸੰਗ ਸਹਿਤ ਵਿਆਖਿਆ ਲਈ ਆਪਾਂ ਪਹਿਲਾਂ ਵੀਡੀਓ ਅਪਲੋਡ ਕਰ ਚੁੱਕੇ ਆ ਕਿ ਤੁਹਾਡੇ ਜਿਹੜੇ ਕਿ ਕਵੀ ਨੇ 29 ਨੇ 29 ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਜਿਹੜੇ ਕਿ ਕਵੀ ਕਰ ਸਕਦੇ ਹੋ। ਮੈਂ ਤੁਹਾਨੂੰ ਕਿਹਾ ਸੀ ਕਿ ਪਹਿਲੇ ਜਿਹੜੇ ਕਿ ਸ਼ਿਵ ਕੁਮਾਰ ਬਟਾਲਵੀ ਤੱਕ ਪੜ੍ਹ ਲਓ, ਠੀਕ ਹੈ, ਤੇ ਜਾਂ ਬਾਕੀ ਪੜ੍ਹ ਲਓ। ਤੇ ਇਸ ਵੀਡੀਓ ਦੇ ਵਿੱਚ ਹੁਣ ਆਪਾਂ ਜਿਹੜੇ ਕਿ ਪਹਿਲੇ 11 ਕਵੀਆਂ ਦੀ ਜਿਹੜੀ ਕਿ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ, ਠੀਕ ਹੈ। ਸੋ ਪ੍ਰਸੰਗ ਸਹਿਤ ਵਿਆਖਿਆ ਦੇ ਲਈ ਸਟੂਡੈਂਟਸ ਇਹਨਾਂ ਦੇ ਵਿੱਚੋਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਤੇ ਤੁਹਾਨੂੰ ਇਹਨਾਂ ਦੇ ਵਿਸ਼ਾ ਵਸਤੂ ਕਰਨਾ ਤੇ ਸਟੂਡੈਂਟਸ ਜਿਹੜੇ ਪ੍ਰਸੰਗ ਸਹਿਤ ਵਿਆਖਿਆ ਆਪਾਂ ਕਰਾਂਗੇ ਉਹੀ ਸਾਰਾ ਵਿਸ਼ਾ ਵਸਤੂ ਤੁਹਾਡਾ ਬਣ ਜੂਗਾ, ਠੀਕ ਆ। ਤੁਹਾਨੂੰ ਅਲੱਗ ਤੋਂ ਵਿਸ਼ਾ ਵਸਤੂ ਰੀਡ ਕਰਨ ਦੀ ਜ਼ਰੂਰਤ ਹੈ ਵੀ ਨਹੀਂ। ਵੈਸੇ ਅਗਰ ਤੁਸੀਂ ਰੀਡ ਕਰ ਚੁੱਕੇ ਹੋ ਜਾਂ ਰੀਡ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਠੀਕ ਹੈ। ਤੇ ਮੈਂ ਤੁਹਾਨੂੰ ਦੱਸੂਗੀ ਵੀ ਤੇ ਜਿਹਦੇ ਤੇ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਕਰ ਲਈ ਉਹਦਾ ਤਾਂ ਉਹੀ ਉਸੇ ਕਵਿਤਾ ਯਾਦ ਰੱਖਣੀ ਹੈ ਵੀ ਕਿਹੜੀ ਕਵਿਤਾ। ਇਹ ਨਾ ਹੋਵੇ ਤੁਸੀਂ ਲਾਈਨਾਂ ਸਿਰਫ ਪ੍ਰਸੰਗ ਸਹਿਤ ਵਿਆਖਿਆ ਪੜ੍ਹੀ ਜਾਓ, ਉਹਦੇ 'ਚ ਐਂ ਨਾ ਦੇਖੋ ਕਿ ਪ੍ਰਸੰਗ ਦੇ ਵਿੱਚ ਇਹ ਕਿਹੜੀ ਪੋਇਮ ਦੇ ਵਿੱਚੋਂ ਭਾਵ ਕਿ ਕਿਹੜੀ ਕਵਿਤਾ ਦੇ ਵਿੱਚੋਂ ਲਈਆਂ ਗਈਆਂ ਸਤਰਾਂ ਨੇ, ਠੀਕ ਹੈ। ਉਹ ਜ਼ਰੂਰ ਦੇਖਣਾ ਤੇ ਫਿਰ ਤੁਹਾਨੂੰ ਯਾਦ ਰਹੂਗਾ ਵੀ ਉਸ ਕਵਿਤਾ ਦੀ ਇਹ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਯਾਦ ਕੀਤੀ ਹੋਈ ਆ। ਤਾਂ ਫਿਰ ਉਹੀ ਤੁਸੀਂ ਜਿਹੜਾ ਕਿ ਵਿਸ਼ਾ ਵਸਤੂ ਦਾ ਭਾਵ ਕਿ ਜਿਹੜੀ ਪੋਇਮ ਹੈ ਜਿਵੇਂ ਚਸ਼ਮਾ, ਇੱਛਾਵਲ ਤੇ ਡੂੰਘੀਆਂ ਛਾਵਾਂ ਦੇ ਵਿੱਚ ਤੁਹਾਡੇ ਦੋ ਆਉਂਦੇ ਨੇ ਪ੍ਰਸੰਗ ਸਹਿਤ ਵਿਆਖਿਆ, ਹਨਾ। ਤਾਂ ਦੋਨਾਂ ਦੇ ਹੀ ਆਨਸਰ ਜਿਹੜੇ ਕਿ ਤੁਹਾਡੀ ਦੋਨਾਂ ਦੀ ਹੀ ਵਿਆਖਿਆ ਕੀ ਹੋ ਜੂਗੀ, ਤੁਹਾਡੀ ਵਿਸ਼ਾ ਵਸਤੂ ਕਵਿਤਾ ਦਾ ਵਿਸ਼ਾ ਵਸਤੂ ਭਾਵ ਕਿ ਕਵਿਤਾ ਦੇ ਵਿੱਚ ਹੈ ਕੀ, ਕਵਿਤਾ ਦੇ ਵਿੱਚ ਕੀ ਦੱਸਿਆ ਗਿਆ, ਉਹੀ ਸਾਰੀਆਂ ਜਿਹੜੇ ਕਿ ਸਤਰਾਂ ਸਾਰੀਆਂ ਜਿਹੜੇ ਕਿ ਤੁਹਾਡੀ ਵਿਆਖਿਆ ਉਹ ਵਿਸ਼ਾ ਵਸਤੂ ਦੇ ਵਿੱਚ ਹੋ ਜੂਗੀ, ਠੀਕ ਹੈ। ਤੇ ਜਿਨ੍ਹਾਂ ਤੁਸੀਂ ਵਿਸ਼ਾ ਵਸਤੂ ਯਾਦ ਕੀਤਾ ਹੋਇਆ ਉਹ ਤੁਸੀਂ ਪ੍ਰਸੰਗ ਸਹਿਤ ਵਿਆਖਿਆ 'ਚ ਲਿਖ ਸਕਦੇ ਹੋ, ਉਹਨਾਂ ਨਾਲ ਰਿਲੇਟਡ ਲਾਈਨਾਂ। ਹਾਂਜੀ ਹੁਣ ਆਪਾਂ ਕਰਦੇ ਹਾਂ ਚਸ਼ਮਾ, ਇੱਛਾਵਲ ਤੇ ਡੂੰਘੀਆਂ ਛਾਵਾਂ ਭਾਈ ਵੀਰ ਸਿੰਘ ਦੀ ਕਵਿਤਾ। ਤੇ ਹਰ ਇੱਕ ਜਿਹੜੇ ਕਿ ਰਾਈਟਰ ਦੀ ਪੋਇਮ ਵੀ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਵੀ ਕਿਸ ਇਹ ਜਿਹੜੀ ਕਵਿਤਾ ਕਿਸ ਪੋਇਮ ਉਹਦੇ ਵਿੱਚੋਂ ਆ, ਕਿਸ ਕਵੀ ਦੀ ਰਚਨਾ, ਕਿਉਂਕਿ ਸ਼ਾਰਟ ਕੁਐਸਚਨ ਲਈ ਇੰਪੋਰਟੈਂਟ ਆ ਤੇ ਪ੍ਰਾਈਵੇਟ ਲਈ ਤਾਂ ਕਾਫੀ ਜਿਹੜੇ ਕਿ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੂੰ ਕੁਐਸਚਨ ਹੀ 20 ਆਉਣੇ ਨੇ ਸ਼ਾਰਟ, 40 ਮਾਰਕਸ ਦੇ ਉਹਨਾਂ ਦੇ ਕੁਐਸਚਨ ਨੇ ਸ਼ਾਰਟ। ਤੇ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਸਟੂਡੈਂਟਸ ਹਰ ਇੱਕ ਕਵੀ ਦਾ ਬਰਥ, ਠੀਕ ਹੈ, ਤੇ ਉਹਦੀ ਡੈਥ ਵਾਲਾ ਉਹ ਪੋਰਸ਼ਨ ਵੀ ਯਾਦ ਰੱਖਣਾ। ਤੇ ਹਾਂਜੀ ਇਹਦੇ ਵਿੱਚ ਛੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾਵਲ ਤੂੰ ਜਾਰੀ, ਨਹਿ ਸਰੋਧ ਕਰ ਰਹੀ ਉਵੇਂ ਹੀ ਤੈ ਟੁਰਨੋ ਵੀ ਨਹਿ ਹਾਰੀ, ਸਲਾਨੀ ਦੇ ਪੰਛੀ ਮਾਲੀ ਹਨ ਸਭ ਆਰਾਮ ਵਿੱਚ ਆਏ, ਸਹਿਮ ਸਵਾਦਲਾ ਸ਼ਾਹ ਰਿਹਾ ਸਾਰੇ ਕੁਦਰਤ ਟਿਕ ਗਈ ਸਾਰੀ। ਹਾਂਜੀ ਪਹਿਲਾਂ ਤੁਸੀਂ ਇਹਦੇ ਵਿੱਚ ਪ੍ਰਸੰਗ ਦੇਣਾ ਤੇ ਸਟੂਡੈਂਟਸ ਪ੍ਰਾਈਵੇਟ ਸਟੂਡੈਂਟਸ ਲਈ ਪ੍ਰਸੰਗ ਸਹਿਤ ਵਿਆਖਿਆ 5 ਮਾਰਕਸ ਦੀ ਆਉਣੇ, 3 ਆਉਣਗੇ, 3 'ਚ ਤੁਸੀਂ 1 ਕਰਨੀ ਹੈ, ਠੀਕ ਹੈ। ਤੇ ਇਹਦਾ ਵਿਸ਼ਾ ਵਸਤੂ ਤੁਹਾਨੂੰ ਜਿਹੜਾ ਕਿ ਆਊਗਾ ਉਹ 10 ਮਾਰਕਸ ਦਾ ਆਊਗਾ ਪ੍ਰਾਈਵੇਟ ਲਈ। ਤੇ ਰੈਗੂਲਰ ਵਾਲੇ ਬੱਚੇ ਨੇ ਜਿਹੜੇ ਕਿ ਉਹਨਾਂ ਨੂੰ ਪ੍ਰਸੰਗ ਸਹਿਤ ਵਿਆਖਿਆ ਹੋਊਗੀ 4 ਮਾਰਕਸ ਦੀ, ਠੀਕ ਹੈ। ਤੇ ਕਵਿਤਾ ਦਾ ਵਿਸ਼ਾ ਵਸਤੂ ਉਹਨਾਂ ਨੂੰ ਆਊਗਾ 8 ਮਾਰਕਸ ਦਾ, ਠੀਕ ਹੈ, 8 ਮਾਰਕਸ ਦਾ। ਹਾਂਜੀ ਇਸ ਦੇ ਵਿੱਚ ਜਿਹੜੀ ਕਿ ਇਹ ਕਵਿਤਾ ਚਸ਼ਮਾਵਲ, ਇੱਛਾਵਲ ਤੇ ਡੂੰਘੀਆਂ ਛਾਵਾਂ, ਇਹਦੇ ਵਿੱਚ ਪਹਿਚਾਣ ਤੁਹਾਨੂੰ ਕਿਤੋਂ ਆ ਜੂਗੀ, ਪਹਿਚਾਣ ਪਰਛਾਵਾਂ ਸ਼ਬਦ ਦਿੱਤਾ ਹੋਇਆ, ਇੱਛਾਵਲ ਦਿੱਤਾ ਹੋਇਆ, ਠੀਕ ਹੈ। ਤੇ ਇਹੀ ਜਿਹੜੀ ਕਿ ਭਾਈ ਵੀਰ ਸਿੰਘ ਦੀ ਕਵਿਤਾ, ਠੀਕ ਹੈ, ਪ੍ਰਸੰਗ ਦੇ ਵਿੱਚ ਤੁਸੀਂ ਲਿਖਣਾ ਕਿ ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਦਰਜ ਭਾਈ ਵੀਰ ਸਿੰਘ ਦੀ ਕਵਿਤਾ ਚਸ਼ਮਾ, ਇੱਛਾਵਲ ਤੇ ਡੂੰਘੀਆਂ ਛਾਵਾਂ ਦੇ ਵਿੱਚੋਂ ਲਿਆ ਗਿਆ। ਤੇ ਇਹ ਅਸਲ ਦੇ ਵਿੱਚ ਇੱਕ ਰਬਾਈ ਆ, ਠੀਕ ਹੈ। ਤੇ ਇਸ ਦੇ ਪਹਿਲੇ ਭਾਗ ਦੇ ਵਿੱਚ ਭਾਈ ਵੀਰ ਸਿੰਘ ਆ ਜਿਹੜੇ ਕਿ ਇੱਛਾਵਲ ਕੀ ਆ, ਕਸ਼ਮੀਰ ਦੇ ਵਿੱਚ ਇੱਕ ਬਹਿੰਦਾ ਚਸ਼ਮਾ, ਠੀਕ ਹੈ। ਉਹਨੂੰ ਪਹਿਲੇ ਭਾਗ ਦੇ ਵਿੱਚ ਤਾਂ ਪ੍ਰਸ਼ਨ ਪੁੱਛ ਰਿਹਾ ਕਿ ਉਹ ਆਰਾਮ ਨਾਲ ਕਿਉਂ ਨਹੀਂ ਬਹਿੰਦਾ, ਤੇ ਦੂਜੇ ਦੇ ਵਿੱਚ ਆਨਸਰ ਕਰ ਰਿਹਾ, ਠੀਕ ਹੈ। ਸੰਝ ਕੀ ਹੁੰਦੀ ਹੈ, ਸੰਝ ਹੁੰਦੀ ਹੈ ਸ਼ਾਮ, ਇੱਛਾਵਲ ਕੀ ਆ, ਚਸ਼ਮੇ ਦਾ ਨਾਂ ਹੈ, ਤੇ ਜਾਰੀ ਕੀ ਇਹਦੇ ਵਿੱਚ ਹੈ ਜਾਰੀ, ਠੀਕ ਹੈ, ਵੀ ਜਾਰੀ ਵੀ ਤੂੰ ਚੱਲ ਰਿਹਾ, ਨੈ ਹੈ ਜਲ ਧਾਰਾ, ਸਰੋਦ ਹੋ ਗਿਆ ਰਾਗ, ਠੀਕ ਹੈ। ਤੇ ਸੈਲਾਨੀ ਹੋ ਗਏ ਜਿਹੜੇ ਸੈਰ ਕਰਨ ਵਾਲੇ ਹੁੰਦੇ ਨੇ, ਸਹਿਮ ਭਾਵ ਕਿ ਚੁੱਪ। ਤਾਂ ਇਹਦੇ ਵਿੱਚ ਭਾਈ ਵੀਰ ਸਿੰਘ ਆ ਜਿਹੜੇ ਕਿ ਇਹਦੇ ਵਿੱਚ ਚਸ਼ਮੇ ਨੂੰ ਪ੍ਰਸ਼ਨ ਕਰ ਰਹੇ ਆ ਕਿ ਪ੍ਰਸ਼ਨ ਪੁੱਛ ਰਿਹਾ ਚਸ਼ਮੇ ਨੂੰ ਕਿ ਸ਼ਾਮ ਪੈ ਗਈ ਹੈ, ਸਾਰੀ ਕੁਦਰਤ ਟਿਕ ਗਈ ਹੈ, ਪਰ ਤੂੰ ਹਜੇ ਤੱਕ ਵੀ ਚੱਲਦਾ ਜਾ ਰਿਹਾ ਕਿਉਂ, ਠੀਕ ਹੈ। ਤਾਂ ਵਿਆਖਿਆ ਦੇ ਵਿੱਚ ਤੁਸੀਂ ਕਹੋਗੇ ਸੰਝ ਹੋਈ ਪਰਛਾਵੇਂ ਛੁਪ ਗਏ। ਅਸਲ ਦੇ ਵਿੱਚ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚ ਤਾਂ ਇੰਨਾ ਕੋਈ ਉਹਦੇ ਵਾਲੀ ਨਹੀਂ ਹੁੰਦੀ, ਤੁਸੀਂ ਇਹਨੂੰ ਜਸਟ ਇੱਕ ਧਿਆਨ ਦੇ ਨਾਲ ਰੀਡ ਕਰਿਆ ਕਰੋ, ਫਿਰ ਉਹਨੂੰ ਤੁਸੀਂ ਆਪਣੇ ਸ਼ਬਦਾਂ ਵਿੱਚ ਲਿਖਣੀ ਹੁੰਦੀ ਹੈ, ਠੀਕ ਹੈ। ਵਿਆਖਿਆ ਬਿਲਕੁਲ ਈਜ਼ੀ ਹੁੰਦਾ, ਪ੍ਰਸੰਗ ਦੇ ਵਿੱਚ ਤੁਹਾਨੂੰ ਹੁੰਦਾ ਕਿ ਇਹ ਤੁਸੀਂ ਲਿਖਣਾ ਹੁੰਦਾ ਵੀ ਇਹ ਕਿਸ ਉਹਦੇ ਵਿੱਚੋਂ ਲਿਆ ਗਿਆ, ਹਨਾ, ਕਵਿਤਾ ਦੇ ਵਿੱਚੋਂ, ਤੇ ਇਹਦਾ ਕਵੀ ਕੌਣ ਆ। ਅਗਰ ਤੁਹਾਨੂੰ ਕਵੀ ਨਾਂ ਵੀ ਯਾਦ ਆਇਆ, ਠੀਕ ਹੈ, ਤੁਹਾਨੂੰ ਇਹ ਵੀ ਨਾ ਯਾਦ ਹੈ ਕਿ ਕਿਹੜੀ ਕਵਿਤਾ ਦੇ ਵਿੱਚੋਂ, ਘੱਟੋ ਘੱਟ ਉਹਦੀ ਵਿਆਖਿਆ ਜ਼ਰੂਰ ਕਰ ਦਿਓ। ਵਿਆਖਿਆ ਦੇ ਵਿੱਚ ਕੀ ਹੈ, ਤੁਸੀਂ ਜਿਹੜੇ ਕਿ ਲਾਈਨਾਂ ਨੂੰ ਧਿਆਨ ਦੇ ਨਾਲ ਪੜ੍ਹਨਾ, ਫਿਰ ਤੁਸੀਂ ਉਹਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ, ਠੀਕ ਹੈ। ਜਿਵੇਂ ਵੈਸੇ ਵੀ ਤੁਸੀਂ ਕੁਐਸਚਨ ਯਾਦ ਕਰਦੇ ਹੋ ਤੁਸੀਂ ਫਿਰ ਆਪਣੇ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਕਰ ਦਿਓ, ਸੇਮ ਉਸੇ ਤਰੀਕੇ ਨਾਲ। ਇਹ ਮਤਲਬ ਕਿ ਤੁਸੀਂ ਇਹ ਦੇਖਣਾ ਵੀ ਕੋਈ ਉਹ ਇੱਕ ਸੌਂਗ ਹੈ, ਠੀਕ ਹੈ, ਫਿਰ ਸੌਂਗ ਨੂੰ ਤੁਸੀਂ ਸਟੋਰੀ ਦੱਸਣੀ ਵੀ ਇਹਦੇ ਵਿੱਚ ਇਹ ਹੈ, ਇਹਦੇ ਵਿੱਚ ਇਹ ਹੈ, ਬਸ ਐਵੇਂ ਸੋਚ ਕੇ ਤੁਸੀਂ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰ ਦੇਣੀ ਹੈ।
ਹਾਂਜੀ, ਇਹਦੇ ਵਿੱਚ ਕਵੀ ਕਹਿ ਰਹੇ ਆ ਚਸ਼ਮੇ ਨੂੰ ਕਿ ਸੰਝ ਹੋਈ ਪਰਛਾਵੇਂ ਛੁਪ ਗਏ, ਵੀ ਸ਼ਾਮ ਹੋ ਗਈ ਆ, ਜਿਹੜੇ ਕਿ ਪਰਛਾਵੇਂ ਵੀ ਛੁਪ ਗਏ ਨੇ, ਪਰਛਾਵੇਂ ਵੀ ਲੁਕ ਗਏ ਨੇ। ਕਿਉਂ ਇੱਛਾ ਵੱਲ ਤੂੰ ਜਾਰੀ, ਵੀ ਇੱਛਾ ਵੱਲ ਚਸ਼ਮੇ ਤੂੰ ਕਿਉਂ ਹੁਣ ਤੱਕ ਵੀ ਚੱਲ ਰਿਹਾ, ਨੈ ਸਰੋਧ ਕਰ ਰਹੀ ਉਵੇਂ ਹੀ ਤੂੰ ਟੁਰਨੋਂ ਵਹਿ ਨਹੀਂ ਹਾਰੀ। ਤਾਂ ਕਵੀ ਕਹਿ ਰਿਹਾ ਕਿ ਦਿਨ ਢਲ ਗਿਆ, ਹਜੇ ਤੱਕ ਤੂੰ ਉਵੇਂ ਹੀ ਚੱਲ ਰਿਹਾ, ਤੇ ਤੂੰ ਹਜੇ ਹੀ ਤੇਰੀ ਜਲ ਧਾਰਾ ਹਜੇ ਵੀ ਕਿਉਂ ਨਹੀਂ ਤੁਰਨੋਂ ਹਟ ਰਹੀ, ਹਜੇ ਵੀ ਕਿਉਂ ਚੱਲੀ ਜਾ ਰਹੀ ਹੈ। ਸੈਲਾਨੀ ਤੇ ਪੰਛੀ ਮਾਲੀ ਹਨ ਸਭ ਆਰਾਮ ਦੇ ਵਿੱਚ ਆਏ, ਸਹਿਮ ਸਵਾਦਲਾ ਛਾ ਗਿਆ ਸਾਰੇ ਕੁਦਰਤ ਟਿਕ ਗਈ ਸਾਰੀ। ਇਹਦੇ ਵਿੱਚ ਕਵੀ ਕਹਿ ਰਿਹਾ ਕਿ ਜਿਹੜੇ ਸੈਰ ਕਰਨ ਆਏ ਹੋਏ ਸੀ ਸੈਲਾਨੀ, ਉਹ ਵੀ ਜਿਹੜੇ ਕਿ ਆਪਣੇ ਘਰਾਂ ਨੂੰ ਚਲੇ ਗਏ, ਤੇ ਬਾਗਾਂ ਦੇ ਮਾਲੀ ਵੀ ਆਰਾਮ ਕਰਨ ਲਈ ਆਪਣੇ ਘਰਾਂ ਦੇ ਵਿੱਚ ਚਲੇ ਗਏ, ਟਿਕਾਣੇ ਦੇ ਵਿੱਚ ਚਲੇ ਗਏ। ਚਾਰੇ ਪਾਸੇ ਅਨੰਤ ਦੀ ਚੁੱਪ ਛਾਈ ਹੋਈ ਹੈ, ਕੁਦਰਤ ਟਿਕ ਗਈ, ਪਰ ਤੂੰ ਹਜੇ ਵੀ ਚੱਲ ਰਿਹਾ, ਇਸ ਦਾ ਕੀ ਕਾਰਨ ਹੈ। ਫਿਰ ਅੱਗੇ ਅਗਲੇ ਦੇ ਵਿੱਚ ਆਨਸਰ ਕਰਦਾ ਚਸ਼ਮਾ, ਸੀਨੇ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੂ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪਏ ਵਹਿੰਦੇ, ਇੱਕੋ ਲਗਨ ਲੱਗੀ ਜਾਂਦੀ ਹੈ ਟੋਰ ਅਨੰਤ ਦੀ। ਇਹਦੇ ਵਿੱਚ ਤਾਂ ਵਿਆਖਿਆ ਦੇ ਵਿੱਚ ਜਿਹੜੇ ਕਿ ਪ੍ਰਸ਼ਨ ਸੁਣ ਕੇ ਚਸ਼ਮਾ ਉੱਤਰ ਦਿੰਦਾ ਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਆਪਣੇ ਪਿਆਰੇ ਲਈ ਖਿੱਚ ਹੁੰਦੀ ਹੈ, ਠੀਕ ਹੈ। ਨਹੁੰ ਵਾਲੇ ਭਾਵ ਕਿ ਇਹਦੇ ਵਿੱਚ ਪਿਆਰ ਭਰੀਆਂ ਅੱਖਾਂ, ਠੀਕ ਹੈ, ਵੀ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਖਿੱਚ ਹੁੰਦੀ ਆ, ਠੀਕ ਹੈ, ਉਹ ਆਰਾਮ ਨਾਲ ਨਹੀਂ ਬਹਿੰਦੇ, ਤੇ ਜਿਨ੍ਹਾਂ ਅੱਖਾਂ ਦੇ ਵਿੱਚ ਆਪਣੇ ਪ੍ਰੀਤਮ ਪਿਆਰੇ ਦੇ ਲਈ ਜਿਹੜੇ ਕਿ ਪਿਆਰ ਭਰੀਆਂ ਹੁੰਦੀਆਂ ਨੇ, ਉਹ ਕਦੇ ਵੀ ਨੀਂਦ ਨਹੀਂ ਲੈਂਦੀਆਂ, ਤੇ ਉਹ ਦਿਨੇ ਰਾਤ ਪਈ ਵਹਿੰਦੇ, ਤੇ ਉਹ ਦਿਨ ਰਾਤ ਜਿਹੜੇ ਕਿ ਜਗਦੀਆਂ ਰਹਿੰਦੀਆਂ ਨੇ। ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੌਰ ਅਨੰਤ ਉਹਨਾਂ ਦੀ। ਤਾਂ ਕਵੀ ਕਹਿੰਦਾ ਵੀ ਉਹਨਾਂ ਨੂੰ ਇੱਕੋ ਲਗਨ ਲੱਗੀ ਰਹਿੰਦੀ, ਜਿਹਦਾ ਕੋਈ ਅਨੰਤ ਕੀ ਹੁੰਦਾ, ਜਿਹਦਾ ਕੋਈ ਵੀ ਅੰਤ ਨਹੀਂ ਹੁੰਦਾ। ਬਸਲ ਉਰੇ ਮਕਾਮ ਨਾ ਕੋਈ, ਸੋ ਚਾਲ ਪਏ ਨਿਤ ਵਹਿੰਦੇ। ਤਾਂ ਕਵੀ ਕਹਿ ਰਿਹਾ ਕਿ ਉਹਨਾਂ ਨੂੰ ਜਿਹੜਾ ਕਿ ਬਸਲ ਉਰੇ ਹੋ ਗਿਆ ਮਿਲਾਪ ਤੋਂ ਪਹਿਲਾਂ, ਠੀਕ ਆ, ਮਕਾਮ ਹੋ ਗਿਆ ਟਿਕਾਣਾ। ਤਾਂ ਕਵੀ ਕਹਿੰਦਾ ਕਿ ਜਿਹੜੇ ਪਿਆਰੇ ਨੇ ਉਹ ਮੇਲ ਤੋਂ ਬਿਨਾਂ ਉਹਨਾਂ ਦਾ ਕੋਈ ਵੀ ਪੜਾਅ ਨਹੀਂ ਹੁੰਦਾ, ਕੋਈ ਵੀ ਟਿਕਾਣਾ ਨਹੀਂ ਹੁੰਦਾ, ਤੇ ਉਹ ਦਿਨ ਰਾਤ ਚੱਲਦੇ ਤੁਰਦੇ ਰਹਿੰਦੇ ਨੇ। ਭਾਵ ਪਰਮਾਤਮਾ ਦੇ ਜਿਹੜੇ ਕਿ ਪ੍ਰੇਮੀ ਨੇ, ਪਰਮਾਤਮਾ ਨੂੰ, ਰੱਬ ਨੂੰ ਪ੍ਰੇਮ ਕਰਨ ਵਾਲੇ, ਸੁੱਖ ਆਰਾਮ ਦੀ ਕੋਈ ਪਰਵਾਹ ਨਹੀਂ ਕਰਦੇ, ਉਹ ਲਗਾਤਾਰ ਪਰਮਾਤਮਾ ਦੀ ਮਿਲਾਪ ਦੀ ਤਾਂਘ ਨੂੰ ਲੈ ਕੇ, ਇੱਛਾ ਨੂੰ ਲੈ ਕੇ ਦਿਨ ਰਾਤ ਯਤਨ ਕਰਦੇ ਰਹਿੰਦੇ ਨੇ। ਤੇ ਹੁਣ ਇਹਦਾ ਜਿਹੜੇ ਕਿ ਕਵਿਤਾ ਦਾ ਵਿਸ਼ਾ ਵਸਤੂ ਜੋ ਆਪਾਂ ਨੇ ਦੋਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਉਹ ਤੁਸੀਂ ਇਹਦੇ ਵਿੱਚ ਕਰ ਦੇਣੀ ਆਨਸਰ 'ਚ, ਠੀਕ ਹੈ। ਵੀ ਪਹਿਲਾਂ ਪ੍ਰਸ਼ਨ ਪੁੱਛਿਆ ਜਾ ਰਿਹਾ, ਫਿਰ ਅੱਗੇ ਚਸ਼ਮਾ ਆਨਸਰ ਕਰਦਾ। ਨੈਕਸਟ ਹੈਗੇ ਕਵਿਤਾ ਇਹਦੇ ਵਿੱਚ, ਤੇ ਬਾਕੀ ਆ ਸ਼ਾਰਟ ਕੁਐਸਚਨ ਜ਼ਰੂਰ ਇੱਕ ਵਾਰ ਰੀਡ ਕਰ ਲਿਓ, ਠੀਕ ਹੈ। ਜਿਵੇਂ ਆਧੁਨਿਕ ਪੰਜਾਬੀ ਕਵਿਤਾ ਵਿੱਚ ਕਾਵ ਸੰਗ੍ਰਹਿ, ਸੰਪਾਦਕਾਂ ਦਾ ਨਾਮ ਦੱਸਣੇ ਨੇ। ਮੁੱਖ ਸੰਪਾਦਕ ਹੈਗਾ ਪ੍ਰੋਫੈਸਰ ਜਸਵਿੰਦਰ ਸਿੰਘ ਰੇਣੀ, ਤੇ ਸੰਪਾਦਕ ਹੈਗਾ ਪ੍ਰੋਫੈਸਰ ਜੋਗਰਾਜ, ਠੀਕ ਹੈ। ਹਾਂਜੀ, ਅੱਗੇ ਹੈ ਰੌ ਰੁੱਖ। ਇਹੀ ਕਵਿਤਾ ਦਾ ਸਿਰਫ ਇੰਨਾ ਕਿ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚ ਇਹਦਾ ਆਪਾਂ ਸਿਰਫ ਤੁਹਾਨੂੰ ਜਿਹੜੇ ਕਿ ਕਵਿਤਾ ਦੇ ਵਿੱਚ ਜਿਹੜਾ ਵਿਚਾਰ ਪੇਸ਼ ਕੀਤੇ ਗਏ ਨੇ ਆਪਾਂ ਉਹੀ ਦੱਸ ਦਿੰਦੇ ਵਿਸ਼ਾ ਵਸਤੂ, ਠੀਕ ਹੈ। ਤਾਂ ਇਹਦੇ ਵਿੱਚ ਤੁਸੀਂ ਉਹੀ ਲਿਖ ਸਕਦੇ ਹੋ। ਪਹਿਚਾਣ ਤੁਹਾਨੂੰ ਰੌ ਰੁੱਖ ਤੋਂ ਹੀ ਆ ਜਾਊਗੀ, ਠੀਕ ਹੈ। ਤਾਂ ਇਸ ਕਵਿਤਾ ਦੇ ਵਿੱਚ ਜਿਹੜੇ ਕਿ ਇੱਕ ਪ੍ਰਤੀਕ ਦੇ ਤੌਰ ਤੇ ਵਰਤੀ ਗਈ ਕਵਿਤਾ ਇਹਦੇ ਵਿੱਚ ਸਾਗਰ, ਪਹਿਲਾਂ ਤਾਂ ਰੌ ਰੁੱਖ ਹੁੰਦਾ ਕੀ ਆ, ਰੌ ਰੁੱਖ ਉਹ ਹੁੰਦਾ ਭਾਵ ਕਿ ਜਿੱਧਰ ਨੂੰ ਪਾਣੀ ਦੀ ਜਿਹੜੀ ਧਾਰਾ ਹੁੰਦੀ ਹੈ, ਪਾਣੀ ਉਧਰ ਨੂੰ ਵਹਿਣਾ ਸ਼ੁਰੂ ਹੋ ਜਾਂਦਾ, ਉਹਨੂੰ ਕਹਿੰਦੇ ਨੇ ਰੌ ਰੁੱਖ, ਠੀਕ ਹੈ। ਤਾਂ ਇਹਦੇ ਵਿੱਚ ਜਿਹੜੀ ਸਮਕਾਲੀ ਰਾਜਨੀਤਿਕ ਸੱਤਾ ਭਾਵ ਕਿ ਅੰਗਰੇਜ਼, ਉਹਨਾਂ ਨੂੰ ਸਾਗਰ ਕਿਹਾ ਗਿਆ, ਤੇ ਜਿਹੜੇ ਕਿ ਨਦੀਆਂ ਕਿਹਾ ਗਿਆ ਕਾਰਜਪਾਲਿਕਾ ਜਿਹਦੇ ਵਿੱਚ ਪੁਲਿਸ ਤੇ ਫੌਜ ਆਉਂਦੀ ਹੈ, ਠੀਕ ਹੈ। ਨਦੀਆਂ ਪੁਲਿਸ ਤੇ ਫੌਜ ਨੂੰ ਕਿਹਾ ਗਿਆ, ਤੇ ਸਾਗਰ ਕਿਹਾ ਗਿਆ ਅੰਗਰੇਜ਼ੀ ਸਾਮਰਾਜ ਨੂੰ। ਤਾਂ ਇਹਨਾਂ ਦੇ ਵਿੱਚ ਆਪਸੀ ਜਿਹੜੀ ਕਿ ਵਾਰਤਾਲਾਪ ਨੂੰ ਇਹਦੇ ਵਿੱਚ ਦੱਸਿਆ ਗਿਆ। ਤੇ ਭਾਈ ਸਾਹਿਬ ਦੀ ਜਿਹੜੇ ਕਿ ਭਾਈ ਵੀਰ ਸਿੰਘ ਦੀ ਸਮਕਾਲੀ ਰਾਜਨੀਤਿਕ ਸੱਤਾ ਅਰਥਾਤ ਅੰਗਰੇਜ਼ ਰੂਪੀ ਸਾਗਰ ਆਪਣੀਆਂ ਨੀਤੀਆਂ ਤੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਨਦੀ ਰੂਪੀ ਕਾਰਜਪਾਲਿਕਾ ਨੂੰ ਪੁੱਛਦੇ ਨੇ ਕਿ ਉਹ ਹਰ ਇੱਕ ਬੂਟੀ ਅਰਥਾਤ ਭਾਵ ਕਿ ਹਰ ਇੱਕ ਮਨੁੱਖ ਨੂੰ ਫੜ ਕੇ ਆਪਣੇ ਕਾਬੂ ਦੇ ਵਿੱਚ ਲਿਆਉਣ ਦੀ ਸਮਰੱਥਾ ਰੱਖਦੇ ਨੇ, ਕਿ ਕੋਲ ਲੈ ਕੇ ਆਉਂਦੀ ਹੈ, ਪਰੰਤੂ ਕਦੇ ਬੈਂਤ ਦੇ ਬੂਟੇ ਅਰਥਾਤ ਇੱਕ ਵਿਸ਼ੇਸ਼ ਪ੍ਰਕਾਰ ਦੇ ਮਨੁੱਖ ਨੂੰ ਬਿਲਕੁਲ ਕੁਝ ਨਹੀਂ ਕਹਿੰਦੀ, ਤੇ ਉਹਨੂੰ ਫੜ ਕੇ ਉਸ ਕੋਲ ਨਹੀਂ ਲਿਆਉਂਦੀ, ਭਾਵ ਕਿ ਇਹ ਜਿਹੜੇ ਕਿ ਅੰਗਰੇਜ਼ੀ ਸਾਮਰਾਜ ਕਹਿ ਰਹੀ ਆ। ਤੇ ਇਸ ਦਾ ਕਾਰਨ ਕੀ ਹੈ ਕਿ ਨਦੀ ਰੂਪੀ ਸਾਮਰਾਜੀ ਕਾਰਜਪਾਲਿਕਾ ਉੱਤਰ ਦਿੰਦੀ ਹੈ ਕਿ ਉਹ ਉਹਨਾਂ ਸਾਰੇ ਮਨੁੱਖ ਰੂਪੀ ਬੂਟਿਆਂ ਨੂੰ, ਭਾਵ ਕਿ ਬੂਟੇ ਇੱਥੇ ਕੀ ਨੇ, ਮਨੁੱਖ ਨੇ, ਮਨੁੱਖ ਰੂਪੀ ਬੂਟਿਆਂ ਨੂੰ ਪੁੱਟ ਸਕਦੀ ਹੈ ਜੋ ਉਸਦੇ ਅੱਗੋਂ ਆਕੜਦੇ ਹਨ ਤੇ ਉਹਦੇ ਬਹਿਣ ਅੱਗੇ ਅੜਦੇ ਨੇ, ਪਰੰਤੂ ਉਹ ਉਹਨਾਂ ਬੈਂਤ ਰੂਪ ਮਨੁੱਖਾਂ ਨੂੰ ਕੁਛ ਨਹੀਂ ਕਹਿੰਦੀ ਜਿਹੜੇ ਉਹਦੇ ਬਹਿਣ ਦੇ ਅੱਗੇ ਝੁਕ ਜਾਂਦੇ ਨੇ, ਭਾਵ ਕਿ ਜਿੱਧਰ ਨੂੰ ਪਾਣੀ ਬਹਿ ਰਿਹਾ ਹੁੰਦਾ ਅਗਰ ਉਧਰ ਨੂੰ ਰੇਡ ਬਣ ਜਾਂਦੀ ਆ, ਠੀਕ ਹੈ। ਭਾਵੇਂ ਜਿਹੜੇ ਮਨੁੱਖ ਉਹਦੇ ਅਕੋਰਡਿੰਗ ਹੀ ਚੱਲ ਜਾਂਦੇ ਨੇ, ਉਹ ਜਿਹੜੀ ਕਿ ਇੱਕ ਜਿਸ ਪੁਲਿਸ ਕਰਮਚਾਰੀ ਦੇ ਅਕੋਰਡਿੰਗ ਜਿਹੜੇ ਨੇ ਉਹਨਾਂ ਨੇ ਆਰਡਰ ਕਿਹਾ ਹੋਇਆ ਸੀ ਵੀ ਤੁਸੀਂ ਸਾਡੇ ਨਿਯਮ ਲਾਗੂ ਕਰੋ, ਠੀਕ ਹੈ, ਪੁਲਿਸ ਤੇ ਫੌਜ ਨੂੰ, ਉਹ ਉਵੇਂ ਹੀ ਚੱਲ ਪੈਂਦੇ ਨੇ, ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ ਜਾਂਦਾ। ਬਟ ਜਿਹੜੇ ਉਹਨਾਂ ਦੇ ਅੱਗੇ ਅੜਦੇ ਨੇ ਉਹਨਾਂ ਨੂੰ ਜਿਹੜੇ ਕਿ ਉਹ ਜੜੋਂ ਪੱਟ ਕੇ ਲਿਆਉਂਦੇ ਨੇ, ਠੀਕ ਹੈ, ਭਾਵ ਕਿ ਉਹਨਾਂ ਨੂੰ ਫੜ ਕੇ ਲਿਆਉਂਦੇ ਨੇ। ਤੇ
ਤਾਂ ਇਹਦੇ ਵਿੱਚ ਆ ਜਿਹੜੇ ਕਿ ਜੋ ਉਹਦੇ ਬਹਿਣ ਅੱਗੇ ਝੁਕ ਜਾਂਦੇ ਨੇ, ਰੋ ਰੁੱਖ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲੈਂਦੇ, ਬਿਲਕੁਲ ਹੀ ਲੰਬੇ ਪੈ ਜਾਂਦੇ ਨੇ, ਠੀਕ ਹੈ, ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਤਾਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਦੀ ਸਮਕਾਲੀ ਰਾਜਨੀਤਿਕ ਸੱਤਾ ਅੰਗਰੇਜ਼ ਉਹਨਾਂ ਲੋਕਾਂ ਨੂੰ ਵੀ ਸਜ਼ਾਵਾਂ ਤੇ ਦੁੱਖ ਦਿੰਦੀ ਸੀ ਜਿਹੜੇ ਉਹਦੇ ਰੋ ਰੁੱਖ ਦਾ ਵਿਰੋਧ ਕਰਦੇ ਨੇ ਤੇ ਜਿਹੜੇ ਉਸ ਤੋਂ ਬਾਗੀ ਹੁੰਦੇ ਨੇ, ਪਰੰਤੂ ਜਿਹੜੇ ਉਹਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਉਹ ਕੁਝ ਵੀ ਨਹੀਂ ਕਹਿੰਦੇ ਸੀ। ਤਾਂ ਇਹੀ ਇਹਦੇ ਵਿੱਚ ਜਿਹੜੇ ਕਿ ਕਵਿਤਾ ਦੇ ਵਿੱਚ ਕਿਹਾ ਹੋਇਆ, ਭਾਵ ਕਿ ਇਹਦੇ ਵਿੱਚ ਤੁਸੀਂ ਇੰਨਾ ਕੁ ਯਾਦ ਰੱਖਣਾ ਕਿ ਰੋ ਰੁੱਖ ਦੇ ਵਿੱਚ, ਰੋ ਰੁੱਖ ਦਾ ਮਤਲਬ ਕੀ ਆ ਵੀ ਜਿੱਧਰ ਨੂੰ ਪਾਣੀ ਦੀ ਧਾਰਾ ਵਹਿੰਦੀ ਆ, ਪਾਣੀ ਜੇ ਉੱਧਰ ਨੂੰ ਵਹਿਣ ਲੱਗ ਜੇ, ਭਾਵ ਕਿ ਜੋ ਸਮਾਜ ਦੇ ਵਿੱਚ ਚੱਲ ਰਿਹਾ ਜੇ ਆਪਾਂ ਉਵੇਂ ਹੀ ਚੱਲ ਰਿਹਾ ਤਾਂ ਠੀਕ ਹੈ, ਜੇ ਆਪਾਂ ਵਿਰੋਧ ਕਰਾਂਗੇ ਤਾਂ ਜਿਹੜੇ ਕਿ ਉਸ ਸਮੇਂ ਦੀ ਜਿਹੜੀ ਸਿਆਸਤ ਸੀ ਉਹ ਦਬਾ ਦਿੰਦੀ ਸੀ, ਠੀਕ ਹੈ, ਅੰਗਰੇਜ਼। ਤਾਂ ਇਹੀ ਇਸ ਕਵਿਤਾ ਦੇ ਵਿੱਚ ਦੱਸਿਆ ਹੋਇਆ। ਨੈਕਸਟ ਦੇਖਦੇ ਇਹਦੇ ਵਿੱਚ, ਤੇ ਭਾਈ ਵੀਰ ਸਿੰਘ ਦੇ ਜਿਹੜੇ ਕਵਿਤਾਵਾਂ ਨੇ, ਚਸ਼ਮਾ, ਇੱਛਾਵਲ ਦੇ ਡੂੰਘੀਆਂ ਛਾਵਾਂ, ਰੋ ਰੁੱਖ, ਤੇ ਭਾਈ ਵੀਰ ਸਿੰਘ ਦਾ ਜਨਮ ਵੀ ਯਾਦ ਰੱਖਣਾ। ਭਾਈ ਵੀਰ ਸਿੰਘ ਦਾ ਜਨਮ 1872 ਤੋਂ 1957 ਤੱਕ, ਇਹਨਾਂ ਦਾ ਜਿਹੜੇ ਕਿ ਦੇਹਾਂਤ 1957 ਦੇ ਵਿੱਚ ਦੇਹਾਂਤ ਹੁੰਦਾ, ਜਨਮ 1872। ਤੇ ਭਾਈ ਵੀਰ ਸਿੰਘ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਮੇਰੇ ਸਾਈਆਂ ਜੀਓ ਲਈ, ਠੀਕ ਹੈ। ਅੱਗੇ ਹੈਗੇ ਰਾਧਾ ਸੰਦੇਸ਼। ਰਾਧਾ ਸੰਦੇਸ਼ ਹੈ ਜਿਹੜੇ ਕਿ ਧਨੀ ਰਾਮ ਚਾਤਰਕ ਦੀ ਕਵਿਤਾ, ਇਹਦੇ ਵਿੱਚੋਂ ਪਹਿਚਾਣ ਦੇ ਵਿੱਚ ਤੁਹਾਨੂੰ ਪੜ੍ਹਨ ਤੋਂ ਪਤਾ ਲੱਗ ਜਾਊਗਾ ਕਿ ਇਹਦੇ ਵਿੱਚ ਜਿਵੇਂ ਕ੍ਰਿਸ਼ਨ ਤੇ ਰਾਧਾ ਦੀ ਜਿਹੜੀ ਸਟੋਰੀ ਦੇ ਤਰ੍ਹਾਂ ਜਿਹੜੀ ਕਿ ਬਿਆਨ ਕੀਤੀ ਹੋਈ ਹੈ। ਹਾਂਜੀ, ਇਹਦੇ ਵਿੱਚ ਉਦੋਂ ਕਹਾਣ ਦੀ ਗੱਲ ਸੁਣਾ ਸਾਨੂੰ, ਸਾਨੂੰ ਕਾਹਨੂੰ ਚਿਣਕ ਝੁਕਾਤੀਆਂ ਲਾਈਆਂ ਹੀ ਨਹੀਂ। ਪਹਿਲਾਂ ਪ੍ਰਸੰਗ ਕਰ ਲੈਂਦੇ ਕਿ ਪ੍ਰਸੰਗ ਇਹ ਜਿਹੜੇ ਕਿ ਧਨੀ ਰਾਮ ਚਾਤਰਕ ਦੀ ਲਿਖੀ ਹੋਈ ਕਵਿਤਾ ਰਾਧਾ ਸੰਦੇਸ਼ ਦੇ ਵਿੱਚੋਂ ਲਈਆਂ ਗਈਆਂ ਸਤਰਾਂ ਨੇ। ਇਸ ਦੇ ਵਿੱਚ ਕਵੀ ਨੇ ਕ੍ਰਿਸ਼ਨ ਦੇ ਪ੍ਰੇਮ ਦੀ ਕੁੱਠੀ ਰਾਧਾ, ਠੀਕ ਹੈ, ਭਾਵ ਕਿ ਕ੍ਰਿਸ਼ਨ ਦੇ ਪ੍ਰੇਮ ਦੀ ਜਿਹੜੀ ਕਿ ਰਾਧਾ ਉਹਦੇ ਕ੍ਰਿਸ਼ਨ ਦੇ ਉਪਦੇਸ਼ ਨੂੰ ਲੈ ਕੇ ਆਏ ਉਦੋਂ ਨਾਲ ਹੋਈਆਂ ਗੱਲਾਂ ਦਾ ਜਿਹੜੇ ਕਿ ਵਰਣਨ ਹੈ। ਤੇ ਇਹਨਾਂ ਸਤਰਾਂ ਵਿੱਚ ਰਾਧਾ ਉਦੋਂ ਭਾਵ ਕਿ ਇੱਕ ਪਾਤਰ ਹੈ, ਉਹਨੂੰ ਸੰਬੋਧਨ ਕਰਦੀ ਹੋਈ ਆਪਣੇ ਦਿਲ ਦਾ ਉਬਾਲ ਕੱਢਦੀ ਹੈ, ਠੀਕ ਹੈ। ਉਦੋਂ ਕੀ ਆ, ਸ੍ਰੀ ਕ੍ਰਿਸ਼ਨ ਜੀ ਦਾ ਇੱਕ ਮਿੱਤਰ ਸੀ ਜਿਸ ਨੂੰ ਸ੍ਰੀ ਕ੍ਰਿਸ਼ਨ ਨੇ ਰਾਧਾ ਨੂੰ ਉਪਦੇਸ਼ ਦੇਣ ਦੇ ਲਈ ਭੇਜਿਆ ਸੀ, ਠੀਕ ਹੈ। ਕ੍ਰਿਸ਼ਨ ਨੇ ਰਾਧਾ ਨੂੰ ਉਪਦੇਸ਼ ਦੇਣ ਦੇ ਲਈ ਭੇਜਿਆ ਸੀ ਉਦੋਂ ਜਿਹੜੇ ਕਿ ਕ੍ਰਿਸ਼ਨ ਦਾ ਇੱਕ ਮਿੱਤਰ ਸੀ ਉਦੋਂ। ਤੇ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿੰਦੀ ਆ, ਉਦੋਂ ਕਹਾਣ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਕ ਚੁਕਾਤੀਆਂ ਲਾਈਆਂ ਨਹੀਂ। ਚਿਣਕ ਚੁਕਾਤੇ ਕੀ ਹੁੰਦੇ ਨੇ, ਦੁਖੀ ਕਰਨਾ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਉਦੋਂ ਨੂੰ ਕਹਿੰਦੇ ਕਿ ਸਾਨੂੰ ਕ੍ਰਿਸ਼ਨ ਦੀ ਕੋਈ ਗੱਲ ਸੁਣਾ, ਕਾਹਨੂੰ ਹੋਰ ਗੱਲਾਂ ਕਰਕੇ ਜਿਹੜੇ ਕਿ ਤੁਹਾਨੂੰ ਚਿਣਕ ਚੁਕਾਤੀਆਂ ਲਾ ਰਹੇ ਆ, ਭਾਵ ਕਿ ਸਾਨੂੰ ਦੁਖੀ ਕਰ ਰਹੇ ਆ। ਮਸਾ ਸਨ 18 ਘਾਓ ਲੱਗੇ, ਨਵੀਆਂ ਨਸ਼ਤਰਾਂ ਆਣ ਚਲਾਈਆਂ ਨਹੀਂ। ਤਾਂ ਇਹਦੇ ਵਿੱਚ ਘਾਓ 18 ਕੀ ਹੁੰਦਾ, ਦੁੱਖ ਭਾਲਣੇ, ਠੀਕ ਹੈ, ਨਸ਼ਸਤਰਾਂ ਦੁੱਖ ਦੇਣੇ। ਤਾਂ ਇਹਦੇ ਵਿੱਚ ਜਿਹੜੇ ਕਿ ਕ੍ਰਿਸ਼ਨ ਜੀ ਦੇ ਵਿਛੋੜੇ ਦਾ ਦੁੱਖ ਜਿਹੜੇ ਕਿ ਮਸਾ ਭੁੱਲਿਆ ਸੀ, ਰਾਧਾ ਕਹਿ ਰਹੀ ਆ, ਪਰ ਤੂੰ ਜਿਹੜੇ ਕਿ ਨਵੀਆਂ ਨਸ਼ਸਤਰਾਂ ਚਲਾ ਦਿੱਤੀਆਂ ਨੇ ਆ ਕੇ, ਭਾਵ ਕਿ ਹੁਣ ਉਹ ਦੁੱਖ ਜਿਹੜਾ ਪਹਿਲਾਂ ਮਸਾ ਜਿਹੜੇ ਕਿ ਉਹ ਭੁੱਲ ਰਹੀ ਸੀ, ਉਹਨੂੰ ਦੁਬਾਰਾ ਛੇੜਤਾ। ਅਸੀਂ ਕਾਲਜਾ ਘੁੱਟ ਕੇ ਬਹਿ ਗਏ ਸਾਂ, ਮੁੜ ਕੇ ਸੁੱਤੀਆਂ ਕਲਾ ਜਗਾਈਆਂ ਨਹੀਂ। ਭਾਵ ਕਿ ਅਸੀਂ ਤਾਂ ਜਿਹੜੇ ਕਿ ਆਪਣਾ ਸਬਰ ਕਰਕੇ ਬੈਠ ਗਏ ਸੀ, ਪਰ ਤੂੰ ਆ ਕੇ ਜਿਹੜੇ ਕਿ ਸੁੱਤੀਆਂ ਕਲਾ ਜਗਾ ਦਿੱਤੀਆਂ। ਤੇਰੇ ਗਿਆਨ ਦੀ ਪੂੜੀ ਨਹੀਂ ਕਾਟ ਕਰਦੀ, ਇਹਨਾਂ ਪੀੜਾਂ ਦੀਆਂ ਹੋਰ ਦਵਾਈਆਂ ਨਹੀਂ। ਤਾਂ ਇਹਦੇ ਵਿੱਚ ਰਾਧਾ ਕਹਿ ਰਹੀ ਕਿ ਤੇਰੇ ਗਿਆਨ ਦੀ ਪੂੜੀ ਸਾਡੀ ਬਿਮਾਰੀ ਨੂੰ ਨਹੀਂ ਕੱਟਦੀ, ਵੀ ਤੂੰ ਸਾਨੂੰ ਗਿਆਨ ਦੇਣ ਨੂੰ ਭੇਜਦਾ, ਤਾਂ ਇਹ ਪੂੜੀ ਨੇ ਜਿਹੜੇ ਕਿ ਇਸ ਬਿਮਾਰੀ ਨੂੰ ਨਹੀਂ ਕੱਟਣਾ, ਇਹਨਾਂ ਪੀੜਾਂ ਦੀਆਂ ਦਵਾਈਆਂ ਹੋਰ ਹੀ ਨੇ, ਠੀਕ ਹੈ। ਆਪ ਗਵਾਉਣ ਦੀ ਨਹੀਂ ਜੇ ਨੀਤ ਉਸਦੀ, ਕਾਹਨੂੰ ਗੋਗਲੂ ਤੋਂ ਮਿੱਟੀ ਝਾੜਦਾ ਹੈ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿ ਰਹੀ ਹੈ ਵੀ ਜੇ ਕ੍ਰਿਸ਼ਨ ਦੀ ਆਪਣੇ ਆਉਣ ਦੀ ਨੀਤ ਨਹੀਂ ਸੀ ਤਾਂ ਉਹ ਐਵੇਂ ਸਾਡਾ ਦਿਲ ਕਿਉਂ ਰੱਖਦਾ ਹੈ, ਠੀਕ ਹੈ, ਵੀ ਐਵੇਂ ਕਿਉਂ ਭੇਜ ਕੇ ਜਿਹੜੇ ਕਿ ਦਿਲ ਰੱਖ ਰਹੇ ਆ। ਗੋਗਲੋਂ ਤੋਂ ਮਿੱਟੀ ਝਾੜਨਾ ਭਾਵ ਕਿ ਦਿਲ ਰੱਖਣ ਦੀਆਂ ਗੱਲਾਂ ਕਰਨੀਆਂ। ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾਪਾ ਤੇਲ ਕਿਉਂ ਸੜਿਆਂ ਨੂੰ ਸਾੜਦਾ ਏ। ਤਾਂ ਉਹ ਜਿਹੜੇ ਕਿ ਰਾਧਾ ਕਹਿ ਰਹੀ ਹੈ ਵੀ ਜੇ ਉਹ ਸਾਡੇ ਦਿਲ ਦੀ ਅੱਗ ਬੁਝਾ ਨਹੀਂ ਸਕਦਾ, ਫਿਰ ਤੇਲ ਪਾ ਕੇ ਇਹਨੂੰ ਹੋਰ ਕਿਉਂ ਜਿਹੜੇ ਕਿ ਗਹਿਰਾ ਕਰ ਰਹੇ ਆ। ਨੈਕਸਟ ਹੈ ਇਹਦੇ ਵਿੱਚ ਅੱਗੇ, ਹਾਂਜੀ, ਉਸ ਨੂੰ ਆਖ ਅੱਖੀਂ ਆ ਕੇ ਦੇਖ ਜਾਏ, ਸਾਨੂੰ ਕੁੰਜਾਂ ਦੇ ਵਾਂਗੂ ਕੁਰਲਾਉਂਦਿਆਂ ਨੂੰ, ਵਾਟਾਂ ਵਹਿੰਦੀਆਂ ਔਂਸੀਆਂ ਪਾਉਂਦਿਆਂ ਨੂੰ, ਤਾਰੇ ਗਿਣ ਕੇ ਰਾਤਾਂ ਲੰਘਾਉਂਦਿਆਂ ਨੂੰ। ਹਾਂਜੀ, ਇਹਦੇ ਵਿੱਚ ਰਾਧਾ ਕਹਿੰਦੀ ਹੈ ਉਦੋਂ ਨੂੰ ਵੀ ਤੂੰ ਕ੍ਰਿਸ਼ਨ ਜੀ ਨੂੰ ਕਹਿ ਕਿ ਉਹ ਮੈਨੂੰ ਵਿਛੋੜੇ ਵਿੱਚ ਤੜਫਦੀ ਨੂੰ ਆਪ ਆ ਕੇ ਦੇਖੇ, ਠੀਕ ਹੈ, ਵੀ ਜਿਵੇਂ ਕੂੰਜ ਵਿਛੋੜੇ ਦੇ ਵਿੱਚ ਤੜਫ ਰਹੀ ਹੁੰਦੀ ਹੈ, ਵੀ ਉਹ ਐਵੇਂ ਉਹ ਜਿਹੜੇ ਕਿ ਤੜਫ ਰਹੇ ਨੇ, ਠੀਕ ਹੈ। ਤੇ ਵਾਟਾਂ ਵਹਿੰਦੇ ਔਸੀਆਂ ਪਾਉਂਦੇ ਨੂੰ, ਤੇ ਉਹ ਰਾਧਾ ਕਹਿ ਰਹੀ ਕਿ ਮੈਨੂੰ ਉਸਦਾ ਰਾਹ ਵੇਖ ਰਹੀ ਨੂੰ ਤੇ ਔਸੀਆਂ ਪਾਉਂਦੀ ਨੂੰ, ਉਡੀਕ ਕਰਦੀ ਨੂੰ, ਠੀਕ ਹੈ, ਵੀ ਖੁਦ ਆ ਕੇ ਦੇਖੇ। ਤੇ ਉਹਦੇ ਵਿਛੋੜੇ ਦੇ ਵਿੱਚ ਜਿਹੜੇ ਕਿ ਤੜਫਦੀ ਹੋਈ ਮੈਂ ਤਾਰੇ ਗਿਣ ਕੇ ਰਾਤਾਂ ਲਗਾਉਂਦੀ ਹਾਂ, ਇਸ ਪ੍ਰਕਾਰ ਮੈਂ ਵਿਛੋੜੇ ਦੇ ਜਿਹੜੇ ਕਿ ਸਾਂਝਾਂ ਸਹਿ ਰਹੀ ਹਾਂ ਤੇ ਜਿੰਦ ਨੂੰ ਤੜਫਾ ਰਹੀ ਹਾਂ। ਕੁਲ ਹਿਜਰ ਵਿੱਚ ਮੁੱਕਦਿਆਂ ਜਾਂਦਿਆਂ ਨੂੰ, ਫੁੱਟ ਗਏ ਨਸੀਬਾਂ ਦੇ ਝੁਰਦਿਆਂ ਨੂੰ, ਘਰੋਂ ਕੱਢ ਵਰਕਤ ਪਛੁਤਾਇਆਂ ਨੂੰ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿ ਰਿਹਾ ਕਿ ਉਹਦੇ ਹਿਜਰ ਦੇ ਵਿੱਚ ਘੁਲ ਕੇ ਮਰ ਰਹੀ ਆ, ਉਹ ਆਪਣੀ ਭੈੜੀ ਕਿਸਮਤ ਉੱਪਰ ਝੁਰ ਰਹੀ ਆ ਉਹ, ਠੀਕ ਹੈ। ਝੁਰ ਭਾਵ ਕਿ
ਜਿਹੜੇ ਕਿ ਆਪਣੇ ਕਿਸਮਤ ਉੱਤੇ ਆਪਣੀ ਕਿਸਮਤ ਨੂੰ ਦੋਸ਼ ਦੇਣਾ। ਠੀਕ ਹੈ, ਝੁਰ ਰਹੀ ਹੈ ਤੇ ਸ਼੍ਰੀ ਕ੍ਰਿਸ਼ਨ ਰੂਪ ਬਰਕਤ ਨੂੰ ਆਪਣੇ ਘਰੋਂ ਕੱਢ ਕੇ ਪਛਤਾ ਰਹੀ ਹੈ। ਤੇ ਪਛਤਾਉਣ ਭਾਵ ਕਿ ਪਛਤਾ ਰਹੀ ਹੈ। ਤੂੰ ਤਾਂ ਮਥੁਰਾ ਦੀਆਂ ਕੁੰਜੀਆਂ ਸਾਂਭ ਬੈਠੋ, ਇੱਧਰ ਗੋਕਲ ਨੂੰ ਵੱਜ ਗਏ ਜੰਦਰੇ ਵੇ, ਜਾ ਕੇ ਘਰਾਂ ਵੱਲ ਮੁੜਨ ਦੀ ਜਾਂਚ ਭੁੱਲ ਗਈ, ਨਿਕਲ ਗਿਉ ਕਿਹੜੇ ਵਾਰ ਚੰਦਰੇ ਵੇ। ਤਾਂ ਉਸਨੇ ਤਾਂ ਆਪ ਜਿਹੜੇ ਕਿ ਮਥੁਰਾ ਦੀਆਂ ਕੁੰਜੀਆਂ ਸਾਂਭ ਲਈਆਂ ਨੇ, ਕ੍ਰਿਸ਼ਨ ਨੂੰ ਕਹਿ ਰਹੀ ਹੈ ਰਾਧਾ ਵੀ, ਪਰ ਇੱਧਰ ਗੋਕਲ ਦੇ ਵਿੱਚ ਜਿੰਦਰੇ ਵੱਜ ਗਏ ਨੇ, ਭਾਵ ਕਿ ਗੋਕਲ ਦੇ ਵਿੱਚ ਜਿੰਦਰੇ ਲੱਗ ਗਏ ਨੇ। ਅਰਥਾਤ ਉਹ ਆਪ ਤਾਂ ਜਿਹੜੇ ਕਿ ਕੰਸ ਨੂੰ ਮਾਰ ਕੇ ਮਥੁਰਾ ਦਾ ਰਾਜਾ ਬਣ ਗਿਆ, ਪਰ ਇੱਧਰ ਗੋਕਲ ਦੇ ਵਿੱਚ ਸਾਰੀ ਰੌਣਕ ਤੇ ਰੰਗੀਨੀ ਹੈ ਜਿਹੜੀ ਕਿ ਖਤਮ ਹੋ ਗਈ ਜਦੋਂ ਕ੍ਰਿਸ਼ਨ ਚਲਾ ਗਿਆ। ਤੇ ਪਤਾ ਨਹੀਂ ਕਿਹੜੇ ਚੰਦਰੇ ਦਿਨ ਵੀ ਜਦੋਂ ਤੂੰ ਘਰ ਤੋਂ ਜਿਹੜੇ ਕਿ ਨਿਕਲ ਗਿਆ ਸੀ ਤੇ ਮੁੜ ਕੇ ਘਰ ਵੱਲ ਆਉਣ ਦੀ ਜਿਹੜੇ ਕਿ ਜਾਂਚ ਹੀ ਨਹੀਂ ਆਈ, ਜਾਂਚ ਹੀ ਭੁੱਲ ਗਈ। ਠੀਕ ਹੈ, ਤੇ ਉਹਨੂੰ ਜਾ ਕੇ ਕਹਿ ਕਿ ਮੈਂ ਪਲ ਪਲ ਉਹਦੀ ਉਡੀਕ ਕਰਦੀ ਹੋਈ ਉਹਦੇ ਮਿਲਾਪ ਦੇ ਲਈ ਤੜਫ ਰਹੀ ਹਾਂ। ਤੇ ਨਾਲ ਕੀ ਪਿਆ ਪਰਚਾਉਂਦਾ ਏ ਉਸਦੇ ਪਿਆਰ ਨੂੰ ਅਸਾਂ ਪਰਤ ਲਿਆਏ, ਮਾਰੇ ਕੁਬਜਾ ਦੀ ਹਿੱਕ ਇਹ ਗਿਆਨ ਗੋਲੀ ਉਹੇ ਵੜਦਿਆਂ ਜਿਨ੍ਹਾਂ ਭਰਮਾ ਲਿਆਏ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿੰਦੇ ਕਿ ਇਹ ਉਦੋਂ ਸ਼੍ਰੀ ਕ੍ਰਿਸ਼ਨ ਸਾਡੇ ਵੱਲ ਉਪਦੇਸ਼ ਭੇਜ ਕੇ ਸਾਨੂੰ ਜਿਹੜੇ ਕਿ ਝੂਠੀ ਪਰਚਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਉਸਦੇ ਪਿਆਰ ਨੂੰ ਚੰਗੀ ਤਰ੍ਹਾਂ ਅਜਮਾ ਲਿਆ ਤੇ ਉਹ ਗਿਆਨ ਉਪਦੇਸ਼ ਦੀ ਗੋਲੀ ਕੁਬਜਾ ਦੀ ਹਿੱਕ ਦੇ ਵਿੱਚ ਮਾਰੇ, ਜਿਸ ਨੇ ਬੂਹੇ ਵੜਦੇ ਜਿਹੜੇ ਕਿ ਉਹਨੂੰ ਆਪਣੇ ਜਾਲ ਦੇ ਵਿੱਚ ਜਿਹੜੇ ਕਿ ਭਰਮਾ ਲਿਆ। ਉਦੋਂ ਕੋਰੜੂ ਮੋਠ ਵਿੱਚ ਮੋਹ ਪਾ ਕੇ ਅਸਾਂ ਆਪਣਾ ਆਪ ਗਵਾ ਲਿਆ, ਦੁੱਖਾਂ ਪੀ ਲਿਆ ਗਮ ਨੇ ਖਾ ਲਿਆ, ਕੁੰਦਨ ਦੇਹੀ ਨੂੰ ਰੋਗ ਜਹਾ ਲਾ ਲਿਆ। ਕੋਰੜੂ ਮੋਠ ਕੀ ਹੁੰਦੇ ਨੇ? ਤਾਂ ਹੁੰਦੇ ਨੇ ਜਿਸ ਉੱਪਰ ਪਿਆਰ ਦਾ ਜਿਹੜਾ ਕਿ ਅਸਰ ਨਾ ਹੋਵੇ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿ ਰਹੇ ਆ ਕਿ ਸਾਡੇ ਉੱਪਰ ਉਸਦੇ ਫੋਕੇ ਗਿਆਨ ਦਾ ਕੋਈ ਅਸਰ ਨਹੀਂ ਹੋਣਾ, ਸਾਨੂੰ ਨਹੀਂ ਪਤਾ ਕਿ ਉਸਦੇ ਪਿਆਰ ਦਾ ਰਤਾ ਕਦਰ ਨਹੀਂ ਜਾਣਦਾ। ਠੀਕ ਹੈ, ਇਹ ਉਦੋਂ ਅਸੀਂ ਤਾਂ ਇਸ ਕੋਰੜੂ ਮੋਠ ਵਿੱਚ ਪਾ ਕੇ ਆਪਣਾ ਆਪ ਗਵਾ ਲਿਆ, ਸਾਨੂੰ ਦੁੱਖਾਂ ਨੇ ਪੀ ਲਿਆ ਤੇ ਗਮਾਂ ਨੇ ਖਾ ਲਿਆ, ਤੇ ਸਾਡੇ ਸੋਨੇ ਵਰਗੇ ਸਰੀਰ ਨੂੰ ਇੱਕ ਰੋਗ ਜਿਹਾ ਲੱਗ ਗਿਆ, ਪਰ ਉਸਦੇ ਉੱਪਰ ਜਿਹੜਾ ਕਿ ਹੁਣ ਇਸ ਦਾ ਕੋਈ ਅਸਰ ਨਹੀਂ ਹੋਣਾ। ਇਹਨਾਂ ਤਿਲਾਂ ਵਿੱਚ ਤੇਲ ਹੁਣ ਜਾਪਦਾ ਨਹੀਂ, ਸਾਰਾ ਹੀਜ ਪਿਆਰ ਮੈਂ ਢੋ ਲਿਆਏ, ਅੱਛਾ ਸੁੱਖ ਜਿੱਥੇ ਜਾਏ ਘੁੱਗ ਵਸੇ, ਸਾਡੇ ਦਿਲੋਂ ਵੀ ਕਿਸੇ ਨੇ ਖੋਹ ਲਿਆਏ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿ ਰਹੀ ਹੈ ਕਿ ਵੀ ਇਹਦੇ ਵਿੱਚ ਮੈਂ ਹੁਣ ਇਹਨਾਂ ਤਿਲਾਂ ਦੇ ਵਿੱਚ ਤੇਲ ਨਹੀਂ ਜਾਪਦਾ, ਮੈਂ ਉਸ ਦਾ ਜਿਹੜਾ ਕਿ ਸਾਰਾ ਭੇਤ ਪਾ ਲਿਆ, ਤੇ ਮੈਂ ਇਸ ਤਰ੍ਹਾਂ ਬੇਵਫਾਈ ਕਰਨ ਤੇ ਵੀ ਮੈਨੂੰ ਬੁਰਾ ਨਹੀਂ ਚਿਤਵਦੀ। ਠੀਕ ਹੈ, ਬੁਰਾ ਨਹੀਂ ਲੱਗ ਰਿਹਾ, ਤੇ ਉਹ ਜਿੱਥੇ ਮਰਜ਼ੀ ਰਹੇ ਸੁਖੀ ਵਸਦਾ ਰਹੇ, ਪਰ ਮੇਰੇ ਦਿਲ ਕੋਲ ਉਸ ਨੂੰ ਕੋਈ ਨਹੀਂ ਖੋ ਸਕਦਾ। ਅਰਥਾਤ ਮੇਰਾ ਪਿਆਰ ਹੈ ਜਿਹੜੀ ਕਿ ਕ੍ਰਿਸ਼ਨ ਦੇ ਲਈ ਹਮੇਸ਼ਾ ਕਾਇਮ ਰਹੇਗਾ, ਤੇ ਉਹ ਭਾਵੇਂ ਕਿੰਨੇ ਬੇਵਫਾਈਆਂ ਕਰਦਾ ਰਹੇ, ਝੂਠੇ ਦਿਲਾਸਾ ਦਿੰਦੇ ਰਹੇ। ਹਾਂਜੀ, ਇਹ ਐਵੇਂ ਜਿਹੜੇ ਕਿ ਸਾਰੀ ਜਿਹੜੇ ਕਿ ਪੰਕਤੀਆਂ ਨੇ ਇਹਦੇ ਵਿੱਚ। ਨੈਕਸਟ ਦੇਖਦੇ ਅੱਗੇ। ਨੈਕਸਟ ਹੈ ਅੱਖੀ ਕੱਚੀਆਂ ਸੱਚ ਨੂੰ ਲਾਜ ਲਾਈਓ, ਸੁਖਣ ਪਾਲਣੋਂ ਵੀ ਬਸ ਰਹਿ ਰੋਗੇ ਗਿਉਵੇ, ਕਾਲੇ ਭੋਰ ਦੀ ਵਾਣ ਨਾ ਗਈ ਤੇਰੀ, ਜਿੱਥੇ ਫੁੱਲ ਡਿੱਠਾ ਉੱਥੇ ਵਹਿ ਗਿਉਵੇ। ਤਾਂ ਇਹਦੇ ਵਿੱਚ ਰਾਧਾ ਕਹਿੰਦੀ ਹੈ ਕਿ ਤੂੰ ਕ੍ਰਿਸ਼ਨ ਜੀ ਨੂੰ ਜਾ ਕੇ ਕਹਿ ਕਿ ਉਹ ਝੂਠਾ ਹੈ ਤੇ ਉਸਨੇ ਸੱਚ ਨੂੰ ਲਾਜ ਲਾ ਦਿੱਤੀ ਹੈ, ਤੇ ਉਸਨੂੰ ਜਾ ਕੇ ਕਹੀਂ ਕਿ ਰਾਧਾ ਕਹਿੰਦੀ ਸੀ ਕਿ ਉਹ ਹੁਣ ਇਕਰਾਰ ਪਾਲਣ ਤੋਂ ਵੀ ਜਿਹੜੇ ਕਿ ਰਹਿ ਗਿਆ, ਕਿ ਕਾਲੇ ਭੋਰ ਦੀ ਆਦਤ ਨਹੀਂ ਗਈ, ਕਿ ਜਿੱਥੇ ਸੋਹਣਾ ਫੁੱਲ ਦੇਖਿਆ ਉੱਥੇ ਹੀ ਬੈਠ ਗਿਆ ਏ। ਤੇ ਸਾਨੂੰ ਗਿਆਨ ਦੇ ਖੂਹਾਂ ਵਿੱਚ ਦੇ ਧੱਕੇ ਆਪ ਮਾਲਣ ਦੇ ਰੋੜ ਵਿੱਚ ਵਹਿ ਗਿਉ ਵੇ, ਡੰਗਰ ਚਾਰ ਦਾ ਵੜ ਗਿਉ ਸ਼ੀਸ਼ ਮਹਿਲੀ, ਘੋਟ ਘੋਟ ਗੱਲਾਂ ਕਰਨ ਡਹਿ ਗਿਉ ਵੇ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿ ਰਹੀ ਹੈ ਕਿ ਸਾਨੂੰ ਗਿਆਨ ਦੇ ਖੂਹ ਦੇ ਵਿੱਚ ਧੱਕਾ ਦਿੱਤਾ, ਪਰ ਆਪ ਕੁੱਬੀ ਮਾਲਣ ਦੇ ਰੋੜ ਵਿੱਚ ਜਿਹੜਾ ਕਿ ਬਹਿ ਗਿਆ ਹੈ। ਅਰਥਾਤ ਉਸ ਦੇ ਨਾਲ ਜਿਹੜਾ ਕਿ ਪਿਆਰ ਪਾ ਬੈਠਾ, ਤੇ ਜਿੱਥੇ ਉਹ ਡੰਗਰ ਚਾਰਦਾ ਸੀ ਹੁਣ ਉਹ ਸ਼ੀਸ਼ ਮਹਿਲ ਦੇ ਵਿੱਚ ਚਲਾ ਗਿਆ, ਇਸ ਕਰਕੇ ਉਹ ਬਣਾ ਕੇ ਜਿਹੜੇ ਕਿ ਗੱਲਾਂ ਕਰਨ ਲੱਗ ਪਿਆ। ਹੱਛਾ ਕੰਸ ਦੀਆਂ ਗੱਦੀਆਂ ਸਾਂਭੀਆਂ ਨਹੀਂ, ਸਾਡੇ ਨਾਲ ਵੀ ਅੰਗ ਕੁਝ ਭਾਲ ਛੱਡ ਦੋ, ਕੋਈ ਮਹਿਲਾਂ ਦੀਆਂ ਲੁਹਟਾਂ ਨਹੀਂ ਲਾ ਖੜਦਾ, 2 ਦਿਨ ਸਾਨੂੰ ਵੀ ਉਧਰ ਵਿਖਾਲ ਛੱਡ ਦੋ। ਤਾਂ ਇਹਦੇ ਵਿੱਚ ਜਿਹੜੇ ਕਿ ਰਾਧਾ ਕਹਿ ਰਹੀ ਹੈ ਕਿ ਜਿਹੜੇ ਕਿ ਮੈਂ ਸਮਝਦੀ ਹਾਂ ਕਿ ਉਹਨੇ ਕੰਸ ਦੀਆਂ ਜਿਹੜੇ ਕਿ ਗੱਦੀਆਂ ਸਾਂਭ ਲਈਆਂ ਨੇ, ਕੰਸ ਨੂੰ ਮਾਰ ਕੇ ਤੇ ਉਹ ਰਾਜਾ ਬਣ ਗਿਆ, ਤੇ ਉਹਨੂੰ ਚਾਹੀਦਾ ਕਿ ਸਾਡੇ ਨਾਲ ਵੀ ਕੁਝ ਸਾਥ ਨਿਭਾਉਂਦਾ, ਜੇ ਸਾਨੂੰ 2 ਦਿਨ ਮਹਿਲ ਦਿਖਾ ਦਿੰਦਾ ਤਾਂ ਅਸੀਂ ਉਹਦੇ ਮਹਿਲ ਦੀ ਕਿਹੜਾ ਸਜਾਵਟ ਨੂੰ ਲਾ ਲੈਣਾ ਸੀ। ਤਾਂ ਇਹਦਾ ਅੱਗੇ ਤੁਸੀਂ ਸਟੂਡੈਂਟਸ ਇਹਦਾ ਜਿਹੜੇ ਕਿ ਇਹ ਵੀ ਰੀਡ ਕਰ ਲੈਣਾ, ਵਿਸ਼ਾ ਵਸਤੂ ਇਹ ਵੀ ਸਿੰਪਲ ਹੈ, ਜੋ ਹੁਣ ਆਪਾਂ ਨੇ ਪ੍ਰਸੰਗ ਸਾਹਿਤ ਵਿਆਖਿਆ 'ਚ ਕੀਤਾ ਡਿੱਟੋ ਤੁਸੀਂ ਉਹ ਇਹਦੇ ਕਵਿਤਾ ਦੇ ਵਿਸ਼ਾ ਵਸਤੂ ਦੇ ਵਿੱਚ ਲਿਖ ਦੇਣਾ। ਠੀਕ ਹੈ, ਵੀ ਰਾਧਾ ਕੀ ਕੁਛ ਕਹਿ ਰਹੀ ਸੀ। ਨੈਕਸਟ ਦੇਖਦੇ ਅੱਗੇ ਆਪਾਂ।
ਤੇ ਪ੍ਰਾਈਵੇਟ ਸਟੂਡੈਂਟ ਤੁਸੀਂ ਇਹ ਕੁਐਸਚਨ ਵੀ ਸਾਰੇ ਇੱਕ ਵਾਰ ਰੀਡ ਕਰ ਲੈਣੇ ਨੇ ਜਿਨ੍ਹਾਂ ਨੂੰ ਮੈਂ ਸ਼ੋਅ ਕਰ ਰਹੀ ਹਾਂ ਤੁਹਾਨੂੰ, ਠੀਕ ਹੈ। ਅੱਗੇ ਹੈਗਾ ਦੇਸ਼ ਪੰਜਾਬ। ਹਾਂਜੀ, ਦੇਸ਼ ਪੰਜਾਬ, ਦੇਸ਼ ਇਹਦੇ ਵਿੱਚ ਤੁਹਾਨੂੰ ਪਹਿਚਾਣ ਵਰਡ ਦੇਸ਼ ਪਿਆਰ ਤੋਂ ਪਤਾ ਲੱਗ ਜਾਊਗਾ, ਦੇਸ਼ ਪੰਜਾਬ, ਠੀਕ ਹੈ। ਇਹਦੇ ਵਿੱਚ ਸਾਰਿਆਂ ਦੇ ਵਿੱਚ ਦੇਸ਼ ਪੰਜਾਬ ਵਰਡ ਯੂਜ਼ ਹੋਇਆ ਦੇਖੋ। ਹਰੀ ਭਰੀ ਪੱਧਰਾ ਫਸਲ ਤੇਰੀ, ਠੰਡ ਠਰੀ ਪਹਾੜਾਂ ਦੀ ਧਾਰ ਤੇਰੀ, ਇਹ ਤੋਂ ਪਤਾ ਲੱਗ ਰਿਹਾ ਕਿ ਇਹ ਪੰਜਾਬ ਨੂੰ ਸੰਬੋਧਿਤ ਕਵਿਤਾ, ਠੀਕ ਹੈ। ਤੇ ਪੰਜਾਬ ਨੂੰ ਸੰਬੋਧਿਤ ਕਵਿਤਾ, ਇਸ ਕਵਿਤਾ ਦੇ ਵਿੱਚ ਕਵੀ ਨੇ ਆਪਣੇ ਪਿਆਰੇ ਦੇਸ਼ ਪੰਜਾਬ ਦੀ ਭੂਗੋਲਿਕ ਕੁਦਰਤੀ ਸੁੰਦਰਤਾ, ਖੁਸ਼ਹਾਲੀ, ਧਨ ਦੀ ਬਹੁਤਾਤ, ਗੱਭਰੂਆਂ ਮੁਟਿਆਰਾਂ ਤੇ ਇਤਿਹਾਸਿਕ ਸਥਾਨਾਂ ਬਾਰੇ, ਗੁਰੂਆਂ ਪੀਰਾਂ ਬਾਰੇ, ਅਵਤਾਰਾਂ, ਰਿਸ਼ੀਆਂ ਮੁਨੀਆਂ, ਵਿਦੇਸ਼ਾਂ ਵਿੱਚ ਮਾਰੀਆਂ ਤੇਗਾਂ ਬਾਰੇ, ਠੀਕ ਹੈ। ਇਹਦੇ ਵਿੱਚ ਸਾਰੀ ਪ੍ਰਾਪਤੀ ਦੀਆਂ ਮਹਿਮਾ ਗਾਈਆਂ ਨੇ। ਤਾਂ ਇਹ ਸਿੰਪਲ ਪੋਇਮ ਆ ਦੇਖੋ। ਸਾਰੇ ਦੇ ਵਿੱਚ ਮਾਈ ਬਾਪੇ ਭੁੱਖਿਆਂ ਨੰਗਿਆਂ ਦਾ ਵੰਨੋ ਵੰਨ ਨੇ ਅੰਨ ਉਗਾਣਾ, ਇਹ ਫੁੱਲਾਂ ਪਾ ਕੇ, ਇਹ ਤੋਂ ਸਾਰੇ ਤੋਂ ਕਿਹਦੀ ਸਿਫਤ ਹੋ ਰਹੀ ਹੈ? ਪੰਜਾਬ ਦੀ ਸਿਫਤ ਹੋ ਰਹੀ ਹੈ, ਠੀਕ ਹੈ। ਤੇ ਹੁਣ ਮੈਂ ਤੁਹਾਨੂੰ ਇਹਦਾ ਜਿਹੜੇ ਕਿ ਦੇਖੋ ਇਹਦੇ ਵਿੱਚ ਵੀ ਰਿਸ਼ੀ ਮੁਨੀਆਂ ਤੋਂ ਤਾਪਾਂ ਦਾ ਤੇਜ ਤੁਦ ਵਿੱਚ ਵਾਰਾਂ ਤੇਰੀਆਂ ਜੱਗ ਵਿੱਚ ਚੱਲੀਆਂ ਨੇ, ਪੂਰਨ ਜਤੀ ਪ੍ਰਹਿਲਾਦ ਜਿਹੇ ਭਗਤ ਹੋਏ, ਸੀਤਾ ਸਤੀ ਤੇਰੀਆਂ ਜੂਹਾਂ ਮੱਲੀਆਂ ਨੇ। ਭਾਵ ਕਿ ਕਿਹਨੂੰ ਸੰਬੋਧਨ ਕਵਿਤਾ? ਪੰਜਾਬ ਨੂੰ, ਪੰਜਾਬ ਬਾਰੇ ਜਿਹੜੀ ਕਿ ਇਹਦੇ ਵਿੱਚ ਤਾਰੀਫ ਕੀਤੀ ਗਈ ਆ। ਹੁਣ ਆਪਾਂ ਇਹਦਾ ਸਿੱਧਾ ਹੀ ਜਿਹੜੇ ਕਿ ਇਹਦੇ ਵਿੱਚ ਆਪਾਂ ਕਰਦੇ ਆ ਇਹਦਾ ਲੌਂਗ ਕੁਐਸਚਨ। ਤੇ ਦੇਸ਼ ਪੰਜਾਬ, ਠੀਕ ਹੈ। ਇਸ ਕਵਿਤਾ ਦਾ ਵਿਸ਼ਾ ਵਸਤੂ ਇਹ ਸਾਰਾ ਤੁਸੀਂ ਜਿਹੜੇ ਕਿ ਰੀਡ ਕਰ ਲੈਣਾ ਵੀ ਇਹਦੇ ਵਿੱਚ ਪੰਜਾਬ ਦੀ ਜਿਹੜੀ ਕਿ ਸਿਫਤ ਕੀਤੀ ਗਈ ਆ। ਹਰਾ ਭਰਾ ਪੰਜਾਬ ਦੁਨੀਆ ਦੇਸ਼ਾਂ ਦਾ ਸਰਦਾਰ ਹੈ ਤੇ ਸਿਰ ਉੱਪਰ ਹਿਮਾਲਾ ਪਰਬਤ ਆ, ਠੀਕ ਹੈ, ਮੁਕਟ ਲੱਗਿਆ ਹੋਇਆ ਸਿਰ ਉੱਪਰ, ਤੇ 5 ਦਰਿਆ ਨੇ ਇਹਦੇ ਤੇ ਨਹਿਰਾਂ ਨੇ ਇਹਨੂੰ ਗੁਲਜ਼ਾਰ ਬਣਾ ਦਿੱਤਾ। ਅੰਨ ਧਨ ਦਾ ਭੰਡਾਰ ਹੈ ਇੱਥੇ, ਮੈਦਾਨਾਂ ਦੇ ਵਿੱਚ ਹਰੀਆਂ ਭਰੀਆਂ ਫਸਲਾਂ ਨੇ, ਠੀਕ ਹੈ। ਪਹਾੜ ਬਰਫਾਂ ਨਾਲ ਲੱਦੇ ਹੋਏ ਨੇ, ਮਾਝਾ ਮਾਲਵਾ, ਦੜਪ ਬਾਰ, ਕੰਢੀ ਬੇਟ ਡੁੱਗਰ, ਇਹ ਸਾਰੇ ਜਿਹੜੇ ਕਿ ਪੋਠੋਹਾਰ ਕਿਸਾਨ, ਹੱਲ ਪੰਜਾਲੀਆਂ, ਮਿਹਨਤ ਕਰਨ ਵਾਲੇ, ਖੂਬ ਫਸਲਾਂ ਪੈਦਾ ਕਰਨ ਵਾਲੇ ਨੇ। ਖੇਤਾਂ ਵਿੱਚ ਫਸਲਾਂ ਸਵਾਦਲੇ ਤੇ ਰਸੀਲੇ ਫੁੱਲ ਪੈਦਾ ਕਰਕੇ ਜਿਹੜੇ ਕਿ ਭੁੱਖੇ ਨੰਗਿਆਂ ਦਾ ਮਾਂ ਬਾਪ ਕਿਹਾ ਜਾਂਦਾ ਕਿਸਾਨ ਨੂੰ। ਤੇ ਇੱਥੋਂ ਦੇ ਲੋਕ ਕੁੰਡੀਆਂ, ਬੂਰੀਆਂ, ਮੱਝਾਂ, ਚੌਣੇ ਜਿਹੜੇ ਕਿ ਚਾਰ ਦੇ ਦੁੱਧ ਘਿਓ ਦੀਆਂ ਨਹਿਰਾਂ ਵਗਾਉਂਦੇ ਨੇ, ਠੀਕ ਹੈ। ਭਾਵ ਕਿ ਪਸ਼ੂ ਪਾਲਣ ਵੀ ਕਰਦੇ ਨੇ। ਇਸ ਤਰ੍ਹਾਂ ਪੰਜਾਬ ਇੱਕ ਭੰਡਾਰੀ ਵਾਂਗ ਅੰਨ ਤੇ ਖਾਣ ਪੀਣ ਦਾ ਸਮਾਨ ਵਰਤ ਕੇ ਸਭ ਦੇ ਪੇਟ ਦੀ ਅੱਗ ਬੁਝਾਉਂਦਾ, ਠੀਕ ਹੈ। ਤੇ ਪੰਜਾਬ ਦੇ ਸ਼ਹਿਰ ਦਿੱਲੀ ਨੇ ਅੰਗਰੇਜ਼ਾਂ ਨੇ ਦਿਲ ਨੂੰ ਮੋਹ ਲਿਆ ਤੇ ਉਹ ਕਲਕੱਤੇ ਨੂੰ ਛੱਡ ਕੇ ਇਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ਤੇ ਇਸ ਦੇ ਸ਼ਿਮਲੇ ਦੀ ਸੁੰਦਰਤਾ ਇੰਦਰਪੁਰੀ ਨੂੰ ਵੀ ਮਾਤ ਪਾਉਂਦੀ ਹੈ। ਭਾਵ ਕਿ ਸ਼ਿਮਲੇ ਦੀ ਸੁੰਦਰਤਾ ਇੰਦਰਪੁਰੀ ਦਿੱਲੀ ਨੂੰ ਵੀ ਜਿਹੜੀ ਕਿ ਮਾਤ ਪਾਉਂਦੀ ਆ। ਤੇ ਇਸ ਦੇ ਮਰੀ ਭਾਗਸੂ ਤੇ ਕਸ਼ਮੀਰ ਨੇ ਇਸ ਨੂੰ ਭਾਗ ਲਾਏ ਨੇ ਤੇ ਲਾਹੌਰ ਸੁੰਦਰ ਸ਼ਹਿਰ ਬਣ ਗਿਆ, ਠੀਕ ਹੈ। ਤੇ ਅੰਮ੍ਰਿਤਸਰ ਸਵਰਗ ਨੂੰ ਭਰਮਾ ਦਿੰਦਾ, ਲੱਖਾਂ ਲੋਕ ਦਰਬਾਰ ਸਾਹਿਬ ਜਾ ਕੇ ਜਿਹੜੇ ਕਿ ਨਮਸਤਕ ਕਰਦੇ ਨੇ। ਤੇ ਪੰਜਾਬ ਦੇ ਜੋਬਨ ਤੇ ਹੁਸਨ ਦੀ ਕੋਈ ਰੀਸ ਨਹੀਂ। ਇੱਥੇ ਨੌਜਵਾਨਾਂ ਦੇ ਚਿਹਰਿਆਂ ਉੱਤੇ ਨੂਰ ਵਸਦਾ, ਲਾਲੀਆਂ ਭਗਤੀਆਂ ਨੇ, ਸੂਰਮੇ ਨੇ, ਕੁੰਡੀਆਂ ਮੁੱਛਾਂ ਵਾਲੇ ਨੇ, ਗੱਭਰੂ ਨੇ, ਠੀਕ ਹੈ, ਇਹ ਦੱਸਿਆ ਹੋਇਆ। ਤੇ ਭਾਵ ਕਿ ਤਾਰੀਫ ਕੀਤੀ ਹੋਈ ਹੈ ਹਰ ਪੱਖ ਤੋਂ ਪੰਜਾਬ ਦੀ। ਇੱਕ ਵਾਰ ਇਹਨੂੰ ਰੀਡ ਕਰ ਲੈਣਾ, ਬਹੁਤ ਈਜ਼ੀ ਆ ਬਟ ਹੈ ਲੈਂਥੀ, ਹੈ ਈਜ਼ੀ। ਧਨੀ ਰਾਮ ਚਾਤਰਕ ਦੀਆਂ ਕਵਿਤਾਵਾਂ ਰਾਧਾ ਸੰਦੇਸ਼ ਤੇ ਦੇਸ਼ ਪੰਜਾਬ, ਠੀਕ ਹੈ, ਰੀਡ ਕਰ ਲੈਣਾ ਇੱਕ ਵਾਰ। ਹਾਂਜੀ, ਅਗਲਾ ਹੈਗਾ ਜਿਹੜਾ ਕਿ ਕਵੀ ਪ੍ਰੋਫੈਸਰ ਪੂਰਨ ਸਿੰਘ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਤੇ ਦੇਹਾਂਤ ਜ਼ਰੂਰ ਰੀਡ ਕਰਨਾ ਤੇ ਇਹਦੇ ਕਾਵਿ ਸੰਗ੍ਰਹਿ, ਠੀਕ ਹੈ। ਪ੍ਰਾਈਵੇਟ ਵਾਲਿਆਂ ਲਈ ਛੋਟੇ ਕੁਐਸਚਨ ਬਹੁਤ ਇੰਪੋਰਟੈਂਟ ਹੋਣਗੇ। ਤੇ ਨਿਬੰਧ ਕਿਹੜੇ ਖੁੱਲੇ ਲੇਖ ਲਿਖੇ ਨੇ ਇਹਨੇ? ਸੈਲਾਨੀ ਮੁਕਤ ਦੇਣ ਕੀ ਆ ਪ੍ਰੋਫੈਸਰ ਪੂਰਨ ਸਿੰਘ ਦੀ? ਸੈਲਾਨੀ ਮੁਕਤ ਜਾਂ ਛੰਦ ਮੁਕਤ ਕਵਿਤਾ। ਤੇ ਹੁਣ ਇਹਦੇ 'ਚ ਹਾਂਜੀ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਤੁਸੀਂ ਜਿਹੜੇ ਕਿ +2 ਦੇ ਵਿੱਚ ਪੜ੍ਹੀ ਹੋਣੀ, +2 ਦੇ ਵਿੱਚ, ਠੀਕ ਹੈ, ਜਿੱਥੇ ਤੁਸੀਂ ਸਿਰਫ ਕੇਂਦਰੀ ਭਾਵ ਕੀਤਾ ਹੋਣਾ ਬਟ ਇੱਥੇ ਦੀ ਵਿਆਖਿਆ। ਹਾਂਜੀ, ਉਹ ਪੁਰਾਣਾ ਅਦਬ ਤੇ ਹਿਰਸ ਨਾ, ਉਹ ਪ੍ਰੀਤ ਦੀਆਂ ਪੀੜੀਆਂ ਗੰਢਾ, ਉਹ ਕੁੜੀਆਂ ਦੇ ਚਾਅ ਤ੍ਰਿੰਜਣਾ ਦੇ ਗਾਵਣ ਕਿੱਥੇ, ਉਹ ਸ਼ਰੀਕਾਂ ਦੀ ਆਪ ਵਾਲੀ ਗੱਲ ਸਾਰੀ ਆਈ ਆ, ਉਹ ਖਾਤਰ ਤੇ ਸੇਵਾਵਾਂ, ਕੁਰਬਾਨੀਆਂ ਤੇ ਜਰਨੇ, ਜਿਗਰੇ ਤੇ ਹੌਸਲੇ, ਉਹ ਰੋਟੀਆਂ ਤੇ ਮਹਿਫਲਾਂ, ਉਹ ਡੂੰਘੀਆਂ ਸ਼ਰਮਾਂ ਸ਼ਰਾਫਤਾਂ, ਉਹ ਕਿੱਥੇ ਨੇ। ਤਾਂ ਇਹਦੇ ਵਿੱਚ ਆ ਜਿਹੜੇ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਵਿੱਚੋਂ ਲਿਆ ਗਿਆ ਹੈ ਕਾਵਿ ਟੋਟਾ। ਇਸ ਕਵਿਤਾ ਵਿੱਚ ਰੋਮਾਂਟਿਕ ਭਾਵ ਦੇ ਨਾਲ ਭਰਪੂਰ ਇਹ ਕਵਿਤਾ, ਜਿਸ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਪੁਰਾਣੇ ਪੰਜਾਬ ਦੇ ਲੋਕਾਂ ਦੇ ਪ੍ਰੇਮ ਪਿਆਰ, ਰਹਿਣ ਸਹਿਣ, ਰੁਚੀਆਂ, ਸੱਭਿਆਚਾਰ ਨੂੰ ਆਵਾਜ਼ਾਂ ਮਾਰਦਾ, ਠੀਕ ਹੈ। ਤੇ ਉਹ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਜਿਹੜੇ ਕਿ ਪ੍ਰਸ਼ਨ ਕਰਦਾ। ਤਾਂ ਵਿਆਖਿਆ ਦੇ ਵਿੱਚ ਕਵੀ ਕਹਿੰਦਾ ਕਿ ਵਰਤਮਾਨ ਪੰਜਾਬੀ ਜੀਵਨ ਦੇ ਵਿੱਚ ਜਿਹੜਾ ਕਿ ਉਹ ਪੁਰਾਣਾ ਅਦਬ ਤੇ ਹਿਰਸ ਨਹੀਂ, ਅਦਬ ਹੋ ਗਿਆ ਸਤਿਕਾਰ, ਹਿਰਸ ਹੋ ਗਿਆ ਮੋਹ, ਠੀਕ ਆ, ਤੇ ਪੀੜ੍ਹੀਆਂ ਹੋ ਗਿਆ ਪੱਕੀਆਂ। ਤਾਂ ਕਵੀ ਕਹਿ ਰਿਹਾ ਆਪ ਹੋ ਗਿਆ ਇੱਜ਼ਤ, ਠੀਕ ਹੈ। ਕਵੀ ਕਹਿ ਰਿਹਾ ਕਿ ਅੱਜ ਦੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਪੁਰਾਤਨ ਪੰਜਾਬੀ ਵਾਲੇ ਇੱਕ ਦੂਜੇ ਨੂੰ ਮੋਹ ਪਿਆਰ ਕਰਨ ਵਾਲਾ ਜਿਹੜਾ ਸਤਿਕਾਰ ਸੀ ਉਹ ਹੁਣ ਨਹੀਂ ਰਹਿ ਗਿਆ, ਠੀਕ ਹੈ, ਉਹ ਕਿਧਰੇ ਚਲਾ ਗਿਆ। ਤੇ ਅੱਜ ਲੋਕਾਂ ਦੇ ਵਿੱਚ ਪੁਰਾਣੇ ਲੋਕਾਂ ਵਾਂਗ ਜਿਹੜੇ ਕਿ ਪਿਆਰ ਦੀਆਂ ਪੱਕੀਆਂ ਗੰਢਾਂ ਪਾਈਆਂ ਹੋਈਆਂ ਉਹ ਸਾਰੀਆਂ ਚਲੀਆਂ ਗਈਆਂ। ਤੇ ਵਰਤਮਾਨ ਪੰਜਾਬ ਦੇ ਵਿੱਚ ਪੰਜਾਬੀ ਜੀਵਨ ਦੇ ਵਿੱਚ ਕੁੜੀਆਂ ਦੇ ਚਾਅ ਤ੍ਰਿੰਜਣ ਤੇ ਗਾਉਣ ਵੀ ਜਿਹੜੇ ਕਿ ਨਹੀਂ ਰਹੇ। ਤੇ ਅੱਜ
ਕੱਲ ਸ਼ਰੀਕਾਂ ਦਾ ਸਤਿਕਾਰ ਕਰਨ ਵਾਲੀ ਗੱਲ ਵੀ ਜਿਹੜੀ ਕਿ ਬਿਲਕੁਲ ਖਤਮ ਹੋ ਗਈ ਤੇ ਅੱਜ ਦੇ ਪੰਜਾਬੀ ਜੀਵਨ ਦੇ ਵਿੱਚ ਪ੍ਰਾਹੁਣੇ ਦੀ ਖਾਤਰ ਤੇ ਸੇਵਾ ਰੱਜ ਕੇ ਕੁਰਬਾਨੀ ਕਰਨ ਦੀ ਭਾਵਨਾ, ਜਿਗਰੇ ਹੌਸਲੇ, ਰੱਜ ਰੱਜ ਕੇ ਰੋਟੀਆਂ ਖਾਣ ਵਾਲੇ, ਮਹਿਫਲਾਂ ਲਾਉਣ ਵਾਲੇ ਉਹ ਸਾਰੇ ਜਿਹੜੇ ਕਿ ਨਹੀਂ ਰਹੇ। ਭਾਵ ਕਿ ਉਹ ਸਾਰੇ ਜਿਹੜੇ ਕਿ ਕਿਧਰੇ ਉੱਡ ਪੁੱਡ ਗਏ। ਤੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਮੈਂ ਪੁੱਛਿਆ, ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ ਗਠੀਲਾ ਅਣਟੁੱਟ ਜਹਾ ਭਾਈਚਾਰਾ ਕਿੱਥੇ ਹੈ? ਤਾਂ ਕਵੀ ਕਹਿ ਰਿਹਾ ਕਿ ਮੈਂ ਉਹ ਪੜ੍ਹੇ ਲਿਖੇ ਜਿਹੜੇ ਕਿ ਨੌਜਵਾਨ ਨੂੰ ਪੁੱਛਿਆ ਕਿ ਸਾਡਾ ਉਹ ਅਨਪੜ੍ਹਾਂ ਦਾ ਜਿਹੜਾ ਪੁਰਾਣਾ ਜਿਹਾ, ਬੇਸ਼ੱਕ ਲੋਕ ਅਨਪੜ੍ਹ ਸੀ ਬਟ ਉਹਨਾਂ ਦਾ ਜਿਹੜਾ ਕਿ ਆਪਸ ਦੇ ਵਿੱਚ ਬਹੁਤ ਜ਼ਿਆਦਾ ਮੇਲ ਜੋਲ ਸੀ, ਸਹਿਯੋਗ ਸੀ, ਵੀ ਉਹ ਪੁਰਾਣਾ ਗਠੀਲਾ ਜਾਂ ਅਣਟੁੱਟ ਜਹਾ ਸਾਡਾ ਭਾਈਚਾਰਾ ਕਿੱਥੇ ਹੈ, ਜਿਹਦੇ ਵਿੱਚ ਉਹ ਇਕੱਠੇ ਜਿਹੜੇ ਕਿ ਬੈਠ ਕੇ ਮਹਿਫਲਾਂ ਲਾਉਂਦੇ ਸੀ। ਤੇ ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲ ਗਵਾਚ ਗਿਆ ਕਿੱਥੇ? ਤਾਂ ਕਵੀ ਕਹਿ ਰਿਹਾ ਵੀ ਸਾਡਾ ਉੱਥੇ ਹੱਸਣਾ ਪਿਆਰ ਉਹ ਕਿੱਥੇ ਆ, ਸਾਡਾ ਹੱਸਣਾ, ਹੱਸ ਕੇ ਬੋਲਣਾ ਉਹ ਸਾਰਾ ਕਿੱਥੇ ਆ, ਉਹ ਸਭ ਗਵਾਚ ਗਿਆ। ਦਿਲ ਜ਼ੋਰ ਮਿੱਠਤ ਕਿੱਥੇ, ਮਿਲਤ ਕਿੱਥੇ, ਉਹ ਬਾਹਾਂ ਦਾ ਮਾਣ ਜ਼ੋਰ ਸਾਰਾ, ਸੱਸਾਂ ਦੇ ਉਹ ਸਮੁੰਦਰ ਵਰਗੇ। ਤਾਂ ਕਵੀ ਕਹਿ ਰਿਹਾ ਕਿ ਦਿਲ ਦਾ ਜ਼ੋਰ ਮਿੱਠਤ ਜਿਹੜੀ ਉਹ ਮਿਲਤ ਸੀ ਆਪਸ ਦੇ ਵਿੱਚ ਲੋਕਾਂ ਦੀ, ਉਹ ਬਾਹਾਂ ਦਾ ਮਾਣ ਸੀ ਇੱਕ ਦੂਜੇ ਦਾ, ਭਾਵ ਕਿ ਇੱਕ ਦੂਜੇ ਦਾ ਜਿਹੜੇ ਕਿ ਮਾਣ ਸੀ ਵੀ ਹਾਂ ਸਾਡੇ ਨਾਲ ਹੈ, ਉਹ ਸਾਰਾ ਕਿੱਥੇ, ਉਹ ਸਭ ਕਿੱਥੇ ਚਲਾ ਗਿਆ। ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ, ਨੂੰਹਾਂ ਧੀਆਂ ਦੀ ਲਿਹਾਜ਼ ਦੀ ਸੱਭਿਅਤਾ, ਜਵਾਈ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ, ਸੱਜ ਵਿਆਹੀ ਦਾ ਉਹ ਆਦਰ ਭਾ ਸ਼ਿੰਗਾਰ ਤੇ ਸੰਭਾਰ ਕਿੱਥੇ, ਲਾੜ ਤੇ ਮੁਰਾਦਾ। ਤਾਂ ਕਵੀ ਕਹਿ ਰਿਹਾ ਕਿ ਸੱਸਾਂ ਦੇ ਪਹਿਲਾਂ ਜਿਹੜੇ ਕਿ ਦਿਲ ਸਮੁੰਦਰਾਂ ਵਰਗੇ ਸੀ, ਹੁਣ ਉਹ ਦਿਲ ਕਿੱਥੇ ਨੇ? ਤੇ ਨੂੰਹਾਂ ਧੀਆਂ ਦੀ ਜਿਹੜੀ ਕਿ ਲਿਹਾਜ਼ ਸੀ, ਇੱਕ ਸੱਭਿਅਤਾ ਸੀ, ਇੱਕ ਸ਼ਰਮ ਸੀ, ਠੀਕ ਆ, ਉਹ ਸਾਰੀ ਕਿੱਥੇ, ਉਹ ਸਭ ਗਵਾਚ ਗਈ ਹੈ। ਤੇ ਜਵਾਈਆਂ ਦੀ ਜਿਹੜੀ ਪੁਰਾਣੀ ਮੋਤੀਆਂ ਵਰਗੀ, ਭਾਵ ਕਿ ਜਿਵੇਂ ਮੋਤੀ ਬਹੁਤ ਕੀਮਤੀ ਹੁੰਦੇ ਨੇ, ਐਵੇਂ ਜਿਹੜੇ ਕਿ ਜਵਾਈ ਨੂੰ ਵੀ ਘਰ ਦਾ ਬਹੁਤ ਕੀਮਤੀ ਸਮਝਿਆ ਜਾਂਦਾ ਸੀ। ਤੇ ਉਹਨਾਂ ਦੀ ਜਿਹੜੇ ਕਿ ਮੋਤੀਆਂ ਵਰਗੀ ਸ਼ਾਨ ਸੀ, ਆਪ ਕੀ ਹੁੰਦੀ ਹੈ ਸ਼ਾਨ, ਵੀ ਉਹ ਕਿੱਥੇ ਅੱਜ? ਤੇ ਸੱਜ ਵਿਆਹੀਆਂ ਦਾ ਆਦਰ ਕਿੱਥੇ ਆ, ਤੇ ਸ਼ਿੰਗਾਰ ਤੇ ਉਹਨਾਂ ਦਾ ਸੰਭਾਰ ਕਿੱਥੇ ਆ, ਤੇ ਉਹਨਾਂ ਦਾ ਲਾਡ ਪਿਆਰ ਸਭ ਇਹ ਗਵਾਚ ਗਿਆ। ਸਾਲੂ ਕਿੱਥੇ, ਬਾਗ ਤੇ ਫੁਲਕਾਰੀਆਂ, ਉਹ ਮਹਿੰਦੀ ਰੰਗ ਸੁਹਾਗ ਦਾ, ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ। ਕਵੀ ਕਹਿ ਰਿਹਾ ਵੀ ਜਿਹੜਾ ਕਿ ਸਾਲੂ ਕਿ ਉਹਦਾ ਸਿਰ ਤੇ ਜਿਹੜਾ ਕਿ ਲਿਆ ਜਾਣ ਵਾਲਾ ਕੱਪੜਾ, ਵੀ ਉਹ ਕਿੱਥੇ ਆ ਸੱਜ ਵਿਆਹੀਆਂ ਦਾ, ਬਾਗ ਤੇ ਫੁਲਕਾਰੀਆਂ ਕਿੱਥੇ ਨੇ, ਤੇ ਉਹਨਾਂ ਦਾ ਮਹਿੰਦੀ ਜਿਹੜਾ ਰੰਗ ਸੁਹਾਗ ਦਾ ਸੀ, ਉਹ ਤਿੱਲੇਦਾਰ ਜੁੱਤੀਆਂ, ਉਹ ਕਿਧਰੇ ਦਿਖਾਈ ਨਹੀਂ ਦਿੰਦਾ, ਉਹ ਕਿੱਥੇ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਅਲੋਪ ਹੋ ਗਈਆਂ ਨੇ। ਭਰਾਵਾਂ ਇਹ ਪੁਰਾਣੀ ਬੁੱਢੀ ਜਿਹੀ ਸੱਭਿਅਤਾ, ਦਰਿਆਵਾਂ ਝਨਾਵਾਂ ਦੇ ਫੇਰ ਵਾਲੀ, ਦੂਰੋਂ ਆਈ ਦੂਰ ਜਾਂਦੀ, ਬਿਰਾਦਰੀਆਂ ਦਾ ਮਿਲ ਜੀਣਾ ਕਿੱਥੇ, ਉਹ ਸਦੀਆਂ ਦੀ ਬੋਹੜ ਕਿਸ ਵੱਡੀ, ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ। ਤਾਂ ਕਵੀ ਕਹਿ ਰਿਹਾ ਕਿ ਜਿਹੜੀ ਭਰਾਵਾਂ ਦੇ ਵਿੱਚ ਜਿਹੜੀ ਪੁਰਾਣੀ ਬੁੱਢੀ ਜਿਹੀ ਇੱਕ ਸੱਭਿਅਤਾ ਸੀ, ਉਹ ਸਭ ਕਿੱਥੇ ਚਲੀ ਗਈ, ਠੀਕ ਆ, ਵੀ ਪੁਰਾਣੀ ਸੱਭਿਅਤਾ ਸੀ ਉਹ ਸਭ ਕਿੱਥੇ ਚਲੀ ਗਈ। ਦਰਿਆਵਾਂ ਝਨਾਵਾਂ ਨੇ ਫੇਰ ਵਾਲੀ, ਦੂਰੋਂ ਆਈ ਦੂਰੋਂ ਜਾਂਦੀ। ਕਵੀ ਪੜ੍ਹੇ ਲਿਖੇ ਜਿਹੜੇ ਕਿ ਨੌਜਵਾਨ ਨੂੰ ਕਹਿ ਰਿਹਾ ਕਿ ਉਹ ਦਰਿਆਵਾਂ ਝਨਾਵਾਂ ਦੇ ਫੇਰ ਵਾਲੀ ਜਿਹੜੀ ਸੱਭਿਅਤਾ ਸੀ, ਉਹ ਦੂਰੋਂ ਆਈ ਸੀ ਤੇ ਦੂਰ ਤੱਕ ਵਹਿੰਦੀ ਸੀ, ਉਹ ਕਿੱਥੇ ਗਈ। ਬਰਾਦਰੀਆਂ ਨਾਲ ਜਿਹੜੇ ਮਿਲ ਕੇ ਜੀਣਾ ਬੈਠਣਾ, ਉਹ ਜਿਹੜੇ ਕਿ ਉਹ ਕਿੱਥੇ ਚਲਾ ਗਿਆ। ਤੇ ਸਦੀਆਂ ਦੀ ਜਿਹੜੀ ਬੋਹੜ ਆ, ਜਿਹੜੀ ਸੱਭਿਅਤਾ ਦੀ ਜਿਹੜੀ ਇਹ ਬੋਹੜ ਸੀ ਇਕੱਠ ਮਿੱਠ ਵਾਲੀ, ਉਹ ਬੋਹੜ ਨੂੰ ਕਿਹਨੇ ਵੱਢ ਲਿਆ, ਉਹ ਕਿੱਥੇ ਆ, ਤੇ ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ, ਤੇ ਜਿਹੜਾ ਸਾਂਝ ਪਿਆਰ ਸੀ ਉਹ ਕਿੱਥੇ ਚਲਾ ਗਿਆ। ਹਵਾਈ ਝੱਖੜ ਆਇਆ, ਉਹ ਕਿਸ ਘੇਰਿਆ। ਕਵੀ ਕਹਿ ਰਿਹਾ ਕਿ ਕੋਈ ਹਵਾ ਆ ਗਈ ਸੀ ਜਾਂ ਝੱਖੜ ਆ ਗਿਆ ਸੀ, ਵੀ ਜਾਂ ਜਿਸ ਕਰਕੇ ਜਿਹੜਾ ਕਿ ਉਹ ਦਰਖਤ ਕਿਧਰੇ ਚਲਾ ਗਿਆ, ਕਿਸੇ ਨੇ ਘੇਰਤਾ। ਉਹ ਜੰਗਲ ਜ਼ਰੂਰ ਸੀ, ਪੁਰਾਣਾ ਦੰਦ ਕੱਢਿਆ ਗੰਭੀਰ ਸੀ। ਤਾਂ ਕਵੀ ਕਹਿ ਰਿਹਾ ਬੇਸ਼ੱਕ ਉਹ ਜੰਗਲ ਸੀ, ਜਿਹੜੀ ਪੁਰਾਣੀ ਸੱਭਿਅਤਾ ਨੂੰ ਵੀ, ਬੇਸ਼ੱਕ ਲੋਕ ਅਨਪੜ੍ਹ ਸੀ, ਉਹਨਾਂ ਨੂੰ ਜ਼ਿਆਦਾ ਇੰਨਾ ਗਿਆਨ ਨਹੀਂ ਸੀ, ਬਟ ਉਹ ਫਿਰ ਵੀ ਜਿਹੜੀ ਉਹ ਸੱਭਿਅਤਾ ਬਹੁਤ ਮੇਲ ਮਿਲਾਪ ਵਾਲੀ ਸੀ, ਠੀਕ ਹੈ। ਤੇ ਉਹ ਗੰਭੀਰ ਸੀ, ਮੰਨਿਆ ਭਾਂਤ ਬੋਲੀਆਂ ਤੇ ਖਿਆਲ ਸੀ, ਅਸੀਂ ਅਣਜਾਣ ਸੀ, ਵੀ ਬੇਸ਼ੱਕ ਅਸੀਂ ਭਾਂਤ ਦੇ ਬੋਲੀਆਂ ਤੇ ਖਿਆਲ ਵਾਲੇ ਸੀ, ਠੀਕ ਹੈ, ਬਟ ਅਸੀਂ ਇਹ ਸਾਰੀ ਚੀਜ਼ ਤੋਂ ਅਣਜਾਣ ਸੀ। ਇੱਕੋ ਜਿਹੇ ਸਿੱਧੇ ਸਾਧੇ ਕੰਮ ਕਰਨ ਵਾਲੇ ਹੱਡ ਸੀ, ਤੇ ਇੱਕ ਅੱਧ ਖਿਆਲ ਕੋਈ ਸੁਣਿਆ ਮੰਨਿਆ ਅਸਾਂ ਲਈ ਬਸ ਸੀ, ਉਸੇ ਵਿੱਚ ਬਹਿੰਦੇ ਉੱਠਦੇ ਜਿੰਦੇ ਜਾਗਦੇ, ਉਹ ਇੱਕ ਖਿਆਲ ਸੀ, ਸਾਡੀ ਜਿੰਦ ਜਾਨ ਸੀ। ਹਾਂਜੀ, ਕਵੀ ਕਹਿ ਰਹੇ ਹੈ ਕਿ ਜਿਹੜੇ ਕਿ ਅਸੀਂ ਇੱਕੋ ਖਿਆਲਾਂ ਵਾਲੇ ਸਿੱਧੇ ਸਾਧੇ ਕੰਮ ਕਰਨ ਵਾਲੇ ਸਾਡੇ ਹੱਡ ਸੀ, ਤੇ ਅਸੀਂ ਇੱਕ ਅੱਧੇ ਖਿਆਲ ਨੂੰ ਹੀ ਕੋਈ ਸੁਣਦਾ ਸੀ, ਤੇ ਉਸੇ ਨੂੰ ਅਸੀਂ ਬਸ ਜਿਹੜੇ ਕਿ ਮੰਨ ਲੈਂਦੇ ਸੀ, ਤੇ ਉਸੇ ਖਿਆਲ ਦੇ ਵਿੱਚ ਉੱਠਦੇ ਬੈਠਦੇ ਜਿੰਦੇ ਜਾਗਦੇ ਉਸੇ ਦੇ ਵਿੱਚ ਰਹਿੰਦੇ ਸੀ। ਉਹੀ ਸਭ ਦਾ ਖਿਆਲ ਇੱਕੋ ਜਿੰਦ ਜਾਨ ਸੀ। ਵਪਾਰ ਅਸੀਂ ਕਰਦੇ ਸੀ ਸੁੱਚਾ ਸੂਥਰਾ, ਕਾਹਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ। ਕਹਿੰਦਾ ਅਸੀਂ ਵੀ ਵਪਾਰ ਕਰਦੇ ਸੀ, ਬਟ ਸਾਡਾ ਵਪਾਰ ਆ ਜਿਹੜੇ ਕਿ ਸੁੱਚਾ ਸੂਥਰਾ ਸੀ, ਠੀਕ ਹੈ, ਜਿਹਦੇ ਵਿੱਚ ਕੋਈ ਵੀ ਬੇਈਮਾਨੀ ਨਹੀਂ ਸੀ। ਤੇ ਕਾਹਲੀ ਦੇ ਵਿੱਚ ਅਸੀਂ ਅਮੀਰ ਹੋਣ ਨੂੰ ਨਿੰਦਦੇ ਸੀ, ਕਿਉਂਕਿ ਕਾਹਲੀ ਦੇ ਵਿੱਚ ਜਿਹੜੇ ਕਿ ਭਾਵ ਕਿ ਜਦੋਂ ਐਵੇਂ ਦਾ ਵਪਾਰ ਹੋਊਗਾ ਤਾਂ ਭ੍ਰਿਸ਼ਟਾਚਾਰ ਹੁੰਦਾ। ਇੱਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆ ਦੀ ਸੇਵਾ ਕਰਦੇ, ਇੱਕ ਚਾਂਦੀ ਦੀਆਂ ਠਿੱਕਰਾਂ ਕਦੀ ਨਾ ਸਾਡਾ ਰੱਬ ਸੀ। ਬਲਾਇਤ ਜਾਂਦੇ ਕਾਬਲ ਕੰਧਾਰ ਬੁਖਾਰੇ, ਸਫਰ ਝਾਗਦੇ ਜਫਰ ਜਾਲ ਦੇ, ਸਫਰ ਸਾਡਾ ਦਿਨ ਰਾਤ ਸੀ।
ਕਵੀ ਕਹਿ ਰਿਹਾ ਕਿ ਅਸੀਂ ਸੰਸਾਰ ਨਾਲ ਆਪਣੇ ਸੰਬੰਧਾਂ ਨੂੰ ਇੱਕ ਰੱਬੀ ਜੋੜ ਮੇਲ ਸਮਝ ਕੇ ਸਾਰੀ ਦੁਨੀਆ ਦੀ ਸੇਵਾ ਕਰਦੇ ਸੀ ਤੇ ਅਸੀਂ ਵਰਤਮਾਨ ਲੋਕਾਂ ਵਾਂਗ ਚਾਂਦੀ ਦੀਆਂ ਠਿੱਕਰਾਂ ਭਾਵ ਕਿ ਰੁਪਇਆਂ ਨੂੰ ਕਦੇ ਵੀ ਰੱਬ ਵਾਂਗ ਨਹੀਂ ਸੀ ਮੰਨਦੇ ਤੇ ਅਸੀਂ ਕਮਾਈ ਕਰਨ ਲਈ ਇੰਗਲੈਂਡ, ਕਾਬਲ, ਕੰਧਾਰ ਇਹਨਾਂ ਦੇ ਵਿੱਚ ਵੀ ਜਾਂਦੇ ਸੀ, ਬਲਾਇਤਾਂ ਦੇ ਵਿੱਚ। ਬਟ ਅਸੀਂ ਵੀ ਸਫ਼ਰ ਜਿਹੜੇ ਕਿ ਝਾਕਦੇ ਸੀ, ਸਾਡਾ ਭਾਵ ਕਿ ਦੁੱਖ ਤਕਲੀਫਾਂ ਦੇ ਵਿੱਚ ਸਾਨੂੰ ਵੀ ਦੁੱਖ ਸਹਿੰਦੇ ਸੀ, ਸਾਡਾ ਵੀ ਸਫ਼ਰ ਦਿਨ ਰਾਤ ਸੀ। ਸੋਹਣੇ ਹੁਨਰਾਂ ਦੇ ਕੰਮ ਬਣੇ ਦੇਸ਼ ਆਪਣੇ ਨੂੰ ਆਣਦੇ, ਪਹਿਨਣ ਵਾਲੀਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ, ਦੋਹਾਂ ਧਿਰਾਂ ਜੀਣ ਬਸਣ ਦੇ ਥੀਣ ਅਸੀਂ ਰੋਟੀ ਪਏ ਖਾਵਦੇ, ਲੱਦੇ ਜਾਂਦੇ ਲੱਦੇ ਆਂਦੇ, ਕਿੰਨਾ ਸੋਹਣਾ ਉਹ ਵਪਾਰ ਸੀ, ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਦ ਗਏ, ਵਹਿਮ ਸਨ ਸਾਡੇ ਠੀਕ ਪਰ ਤੋ ਸਾਡੇ ਕੀ ਘੱਟ ਹਨ, ਨਾਮ ਬਦਲੇ ਰੂਪ ਬਦਲੇ ਤੱਕੇ ਨੀਜ ਲਾ, ਹੈਨ ਸਭ ਉਹੋ ਜਿਹੇ ਵਹਿਮ ਅੱਜ ਵੀ। ਤਾਂ ਕਵੀ ਕਹਿ ਰਿਹਾ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਿ ਅੱਜ ਕੱਲ੍ਹ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਦਾ ਕਿ ਤੂੰ ਮੈਨੂੰ ਦੱਸ ਕਿ ਸੋਹਣੇ ਸਮੇਂ ਕਿੱਥੇ ਗਏ। ਕਿ ਇਹ ਠੀਕ ਹੈ ਕਿ ਪੁਰਾਣੇ ਪੰਜਾਬ ਦੇ ਰਹਿਣ ਵਾਲੇ ਸਾਡੇ ਸਾਥੀ ਅਨਪੜ੍ਹ ਸੀ, ਵਹਿਮਾਂ ਭਰਮਾਂ ਦੇ ਸ਼ਿਕਾਰ ਸੀ, ਪਰ ਤੇਰੇ ਸਾਥੀ ਲੋਕਾਂ ਦੇ ਤਾਂ ਵਹਿਮ ਭਰਮ ਕਿਹੜਾ ਘੱਟ ਨੇ, ਉਹ ਵੀ ਤਾਂ ਵਹਿਮਾਂ ਭਰਮਾਂ ਦੇ ਵਿੱਚ ਨੇ। ਤੂੰ ਜਰਾ ਨੀਝ ਲਾ ਕੇ ਤਾਂ ਦੇਖ ਵੀ ਤੂੰ ਨੀਝ ਲਾ ਕੇ ਦੇਖ, ਅੱਜ ਵੀ ਜਿਹੜੇ ਕਿ ਲੋਕਾਂ ਦੇ ਵਿੱਚ ਵਹਿਮ ਨੇ। ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ, ਪਰ ਠੀਕਰੇ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਸੀ। ਤਾਂ ਕਵੀ ਕਹਿ ਰਿਹਾ ਕਿ ਬੇਸ਼ੱਕ ਜਿਹੜੇ ਕਿ ਪਹਿਲਾਂ ਲੋਕ ਉਹਨਾਂ ਨੇ ਆਦਮੀਆਂ ਦੀ ਪੂਜਾ ਕਰਦੇ ਸੀ ਬਟ ਉਹ ਗੁਨਾਹ ਸੀ, ਬਟ ਅੱਜ ਜਿਹੜੇ ਉਹ ਠੀਕਰੀਆਂ ਦੀ ਪੂਜਾ ਕਰਨ ਲੱਗੇ, ਠੀਕਰੀਆਂ ਭਾਵ ਕਿ ਪੈਸਿਆਂ ਦੀ ਪੂਜਾ ਕਰ ਰਹੇ ਨੇ ਅੱਜ ਦੇ ਲੋਕ, ਕੀ ਇਹ ਪੁੰਨ ਹੈ, ਕੀ ਇਹ ਪਾਪ ਨਹੀਂ। ਸੇਵਾ ਕਰਨੀ ਮਨਜ਼ੂਰ ਮੰਗਣੀ ਨਾ ਕੁਛ ਜਹਿਲ ਸੀ, ਪਰ ਮੁਰਦਿਆਂ ਦੇ ਜੇਬੇ ਫੋਲਣੇ ਖਾਣ ਪੀਣ ਨੂੰ ਕਿਹੜਾ ਇਲਮ ਹੈ। ਤਾਂ ਕਵੀ ਕਹਿ ਰਿਹਾ ਕਿ ਸੇਵਾ ਕਰਨੀ ਮਨਜ਼ੂਰੀ ਵੀ ਅਸੀਂ ਜਿਹੜੇ ਕਿ ਨਹੀਂ ਮੰਗਦੇ ਸੀ ਤੇ ਇਹ ਸਾਰਾ ਕੁਝ ਜਾਇਜ਼ ਸੀ, ਬਟ ਅੱਜ ਜਿਹੜੇ ਕਿ ਮੁਰਦਿਆਂ ਦੇ ਜੇਬਾਂ ਫਰੋਲਣਾ ਇਹ ਕੀ ਕੋਈ ਜਿਹੜੇ ਕਿ ਚੰਗੀ ਗੱਲ ਹੈ। ਠੀਕ ਹੈ ਵੀ ਇਹ ਕੋਈ ਇਲਮ ਨਹੀਂ ਹੈ ਵੀ ਜਿਹੜੇ ਜਦੋਂ ਜੇਬਾਂ ਫਰੋਲੀਆਂ ਜਾਂਦੇ ਨੇ ਮੁਰਦਿਆਂ ਦੀਆਂ। ਅਸੀਂ ਗਰੀਬ ਸਾਂ ਸੰਤੋਖ ਸਾਡਾ ਕਾਤਲ ਜ਼ਹਿਰ ਸੀ, ਕੂੜ ਪਾਪ ਕਰ ਅਮੀਰ ਹੋਣਾ ਬਹਿਲਾ 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 ਇਹ ਬੇਸਬਰੀ ਕਦ ਅੰਮ੍ਰਿਤ ਬਣੀ ਸੀ। ਤਾਂ ਕਵੀ ਕਹਿ ਰਿਹਾ ਕਿ ਬੇਸ਼ੱਕ ਅਸੀਂ ਗਰੀਬ ਸੀ ਬਟ ਸਾਡਾ ਸਬਰ ਸੰਤੋਖ ਹੀ ਸਾਡਾ ਇੱਕ ਕਾਤਲ ਜ਼ਹਿਰ ਸੀ ਤੇ ਕੂੜ ਪਾਪ ਕਰਕੇ ਅਮੀਰ ਹੋਣਾ, ਠੀਕ ਹੈ, ਝੂਠ ਦੇ ਨਾਲ ਅਮੀਰ ਹੋਣਾ, ਵਹਿਲਾ ਵਹਿਲਾ ਭਾਵ ਕਿ ਕਾਲੀ 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 ਵਪਾਰ ਕਰਨਾ, ਅਮੀਰ ਹੋਣਾ ਵੀ ਇਹ ਕਿਹੜਾ ਕੋਈ ਠੀਕ ਹੈ। ਠੀਕ ਹੈ, ਇਹ ਕਿਹੜਾ ਕੋਈ ਅਮਰਤਾ, ਇਹ ਵੀ ਤਾਂ ਇੱਕ ਚੀਜ਼ ਗੁਨਾਹ ਏ। ਤੇ ਸੋਹਣਿਆ ਦੱਸ ਨਾ ਉਹ ਵੇਲੇ ਕਿੱਧਰ ਲੰਘ ਗਏ, ਉਹ ਪਿੱਪਲਾਂ ਦੇ ਪੱਤਿਆਂ ਦੀ ਝੂਮ ਝੂਮ ਜਿਹੜੀ ਸਾਡੇ ਗੁੰਗੇ ਦਿਲਾਂ ਨੂੰ ਬਲੂੰਦਰੀ ਸੀ। ਕਵੀ ਕਹਿ ਰਿਹਾ ਕਿ ਸੋਹਣਿਆ ਤੂੰ ਦੱਸ, ਇੱਕ ਪੜ੍ਹੇ ਲਿਖਣ ਨੌਜਵਾਨ ਵੀ ਉਹ ਕਿੱਥੇ ਗਏ ਸਾਰੀਆਂ ਚੀਜ਼ਾਂ, ਉਹ ਪੁਰਾਣਾ ਪੰਜਾਬ ਕਿੱਥੇ ਗਿਆ, ਉਹ ਪਿੱਪਲਾਂ ਦੇ ਪੱਤਿਆਂ ਨੇ ਜਿਹੜੇ ਕਿ ਝੂਮ ਝੂਮ ਕੇ ਆਵਾਜ਼ਾਂ ਸੀ ਸਾਡੇ ਜਿਹੜੇ ਗੁੰਗੇ ਦਿਲਾਂ ਨੂੰ ਵੀ ਆਵਾਜ਼ ਪੈਦਾ ਕਰ ਦਿੰਦੀ ਸੀ, ਉਹ ਕਿੱਥੇ ਆ, ਉਹ ਖੜਕਦੇ ਨਿਮੂੰਝਦੇ ਹੋ ਅੱਜ, ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਣੇ ਆਉਂਦੇ। ਕਵੀ ਕਹਿ ਰਿਹਾ ਵੀ ਹੁਣ ਉਹ ਨਿੰਮੋ ਜੋਨ ਜਿਹੜੇ ਕਿੱਥੇ ਨੇ ਜਿਨ੍ਹਾਂ ਦਾ ਕੋਈ ਹੁਣ ਨਾਚ ਦੇਖਣ ਨਹੀਂ ਆ ਰਿਹਾ, ਕਿ ਅੰਦਰ ਦੀ ਖੁਸ਼ੀ ਸਾਰੀ ਮਰ ਗਈ, ਭੱਠ ਗਈ ਅੱਜ ਦੀ ਸੱਭਿਅਤਾ, ਕੀ ਉਹ ਭੱਠ ਦੇ ਵਿੱਚ ਪੈ ਗਈ ਅੱਜ ਦੀ ਸੱਭਿਅਤਾ, ਕਿੱਥੇ ਆ ਜਿਹੜੀ ਦੌੜਦੀ ਹੱਫਦੀ ਦੌੜ ਦੌੜ ਆਰਾਮ ਚਾਹੇ ਲੈਣਾ ਇੱਕੋ ਵੇਰੀ ਇੱਕੋ ਦਿਨ ਦੋਹਾਂ ਹੱਥਾਂ ਨਾਲ। ਕਵੀ ਕਹਿ ਰਿਹਾ ਕਿ ਅੱਜ ਦੀ ਰਸਹੀਨ ਜਿਹੜੀ ਸੱਭਿਅਤਾ ਉਹ ਭੱਠੀ ਦੇ ਵਿੱਚ ਪਵੇ, ਜਿਹੜੀ ਆਪਣੇ ਖੁਦ ਗਰਜੀਆਂ ਦੇ ਪੂਰਤੀ ਲਈ ਦੌੜਦੀ ਹੈ ਤੇ ਭੱਜਦੀ ਹੈ, ਤੇ ਇਸ ਪ੍ਰਕਾਰ ਉਹ ਦੌੜ ਭੱਜ ਦੇ ਇੱਕੋ ਵਾਰੀ ਸਾਰੇ ਦੇ ਸਾਰੇ ਸੁੱਖ ਦੋਹਾਂ ਹੱਥਾਂ ਨਾਲ ਇਕੱਠੇ ਕਰ ਲੈਣਾ ਚਾਹੁੰਦੀ ਆ। ਤੇ ਇਸ ਪ੍ਰਕਾਰ ਵਰਤਮਾਨ ਪੰਜਾਬ ਹੈ ਜਿਹੜੀ ਕਿ ਸੱਭਿਅਤਾ ਹਰ ਜਾਇਜ਼ ਤੇ ਨਜਾਇਜ਼ ਤਰੀਕੇ ਨਾਲ ਪਦਾਰਥਕ ਸੁੱਖਾਂ ਦੀ ਪ੍ਰਾਪਤੀ ਦੇ ਪਿੱਛੇ ਲੱਗੀ ਹੋਈ ਹੈ। ਅੰਬਾਂ ਦੇ ਬੂਰ ਪਏ ਕਿਰਦੇ ਬੇਬਸ ਹੋ, ਕੋਈ ਸੋਹਣੀਆਂ ਪਿੰਗਾਂ ਹੁਣ ਨਾ ਝੂਟਦੀਆਂ, ਇਹ ਕੀ ਹੈ ਮੁਰਦਿਹਾਨ ਜਹੀ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ ਢੰਗ ਨਹੀਂ। ਤਾਂ ਕਵੀ ਕਹਿ ਰਿਹਾ ਕਿ ਅਜੋਕੀ ਜਿਹੜੀ ਸੱਭਿਅਤਾ ਦੇ ਵਿੱਚ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿ ਰਿਹਾ ਕਿ ਅੱਜ ਕੱਲ੍ਹ ਸੋਹਣੀਆਂ ਜਿਹੜੇ ਕਿ ਅੰਬਾਂ ਉੱਪਰ ਜਿਹੜੇ ਕਿ ਪਿੰਗਾਂ ਨਹੀਂ ਝੂਟਦੀਆਂ, ਠੀਕ ਹੈ, ਤਾਂ ਅੱਜ ਅੰਬਾਂ ਦੇ ਬੂਰ ਪੀਂਘ ਦੇ ਹੁਲਾਰਿਆਂ ਨਾਲ ਨਹੀਂ ਸਗੋਂ ਬੇਬਸ ਹੋ ਕੇ ਕਿਰਦੇ ਨੇ। ਤੇ ਅੱਜ ਪੰਜਾਬੀ ਨੌਜਵਾਨ ਉੱਤੇ ਕੋਈ ਮੁਰਦੇਹਾਨੀ ਜਿਹੀ ਛਾਈ ਹੋਈ ਹੈ ਤੇ ਅੱਜ ਕੱਲ੍ਹ ਇਸ ਦੇ ਜੀਵਨ ਦੇ ਵਿੱਚ ਵਿਆਹ ਦੀਆਂ ਜਿਹੜੀਆਂ ਪੁਰਾਣੀਆਂ ਰੰਗੀਨੀਆਂ ਨੇ, ਉਹ ਤੌਰ ਤਰੀਕੇ ਨੇ, ਉਹ ਮੌਜੂਦ ਨਹੀਂ ਰਹੇ, ਉਹ ਢੰਗ ਨਹੀਂ ਰਹੇ। ਕੁਝ ਉਦਾਲਣ ਜਹਾ ਬੱਸ ਲੱਗਦਾ, ਉਹ ਜੰਜਾਂ ਕਿੱਥੇ ਉਹ ਬਹਿਲ, ਉਹ ਖੁੱਲ੍ਹ ਉਹ ਚਾਅ ਦੱਸੋ ਨਾ ਕਿੱਥੇ ਟੁਰਿਆ ਗਿਆ ਸਾਰਾ, ਉਹ ਸ਼ਗਨ ਮਨਾਵਣੇ, ਉਹ ਢੋਲਕੀਆਂ ਦੇ ਗੀਤ ਜਿਹੜੇ ਰਾਤ ਦੀ ਰਗ ਰਗ ਛੇੜਦੇ, ਉਹ ਕੁੜੀਆਂ ਕੁਆਰੀਆਂ ਦੇ ਮਨ ਦੇ ਚਾਅ ਦੇ ਟੱਪੇ, ਨਿੱਕੇ ਨਿੱਕੇ ਕੋਇਲਾਂ ਦੀਆਂ ਭਾਂਤ ਭਾਂਤ ਬੋਲੀਆਂ, ਉਹ ਰਾਗ ਨਵੇਂ ਨਵੇਂ ਸੱਜਰੇ, ਸਿੱਜੇ ਸਿੱਜੇ ਭਿੱਜੇ ਭਿੱਜੇ ਰੂਹਾਂ ਵਿੱਚੋਂ ਜਿਹੜੇ ਨਿਕਲਦੇ, ਉਹ ਘੋੜੀਆਂ ਸੁਹਾਗ, ਉਹ ਦੋ ਦੋ ਗੱਲਾਂ ਤੇ ਹਾਸੇ, ਉਹ ਮਖੌਲ ਤਬੀਅਤਾਂ ਖੁਸ਼ੀ ਭਰਨ ਵਾਲੀਆਂ, ਉਹ ਦਾਤੇ, ਉਹ ਭੰਡਾਰੀਆਂ, ਉਹ ਜਾਂਜੀ, ਉਹ ਮਾਂਝੀ, ਉਹ ਜੰਜਾਂ ਜਗਮਗ ਕਿੱਥੇ ਕੇਸਰ ਦੀਆਂ ਰੰਗੀਆਂ, ਉਹ ਲਾੜੇ ਤੇ ਘੋੜੀ ਦਾ ਚੜ੍ਹਨਾ, ਤੇ
ਉਹ ਘੋੜੀ ਚਿੱਟੀ ਘੋੜੀ ਤੇ ਚੜ੍ਹਨਾ, ਉਹ ਭੈਣਾਂ ਤੇ ਲਾੜੇ ਦੀਆਂ ਗਾਹ ਗਾਹ ਵਾਂਗਾਂ ਦਾ ਗੁੱਦਣਾ, ਉਹ ਘੋੜੀ ਚਿੱਟੀ ਦਾ ਨਾਚ ਤੇ ਚਾਅ ਵਿੱਚ ਲਾੜੇ ਨੂੰ ਚੱਕ ਮੋਢੇ ਖੁਸ਼ੀ ਥੀਣਾ, ਉਹਦੇ ਗਲ ਦੀਆਂ ਗਾਨੀਆਂ ਦਾ ਭੈਣ ਨਾਲ ਰਲ ਮਿਲ ਗਾਵਣਾ। ਤਾਂ ਕਵੀ ਕਹਿ ਰਹੇ ਆ ਕਿ ਸਾਡੇ ਜਿਹੜੇ ਕਿ ਅੱਜ ਕੱਲ੍ਹ ਵਿਆਹ ਦੇ ਢੰਗਾਂ ਦੇ ਵਿੱਚ ਨਾ ਤਾਂ ਪਹਿਲਾਂ ਵਾਲੇ ਸ਼ਗਨ ਮਨਾਏ ਜਾਂਦੇ ਨੇ ਤੇ ਨਾ ਹੀ ਜਿਹੜੇ ਕਿ ਸਾਰੇ ਸਰੀਰ ਦੀ ਰਗ ਰਗ ਦੇ ਵਿੱਚ ਜਿਹੜੀ ਕੰਬਣੀ ਛੇੜਨ ਵਾਲੇ ਢੋਲਕੀਆਂ ਵਾਲੇ ਗੀਤ ਨੇ ਉਹ ਗਾਏ ਜਾਂਦੇ ਨੇ। ਤੇ ਅੱਜ ਵਿਆਹ ਢੰਗ ਦੇ ਵਿੱਚ ਜਿਹੜੇ ਕੁਆਰੀਆਂ ਕੁੜੀਆਂ ਦੇ ਮਨ ਦੇ ਚਾਵਾਂ ਨੂੰ ਪ੍ਰਗਟ ਕਰਨ ਵਾਲੇ ਜਿਹੜੇ ਟੱਪੇ, ਕੋਇਲਾਂ ਵਰਗੀ ਮਿੱਠੀ ਸੁਰ ਦੇ ਵਿੱਚ ਪਾਈਆਂ ਜਾਂਦੀਆਂ ਬੋਲੀਆਂ, ਰੂਹਾਂ ਦੇ ਵਿੱਚੋਂ ਨਿਕਲਣ ਵਾਲੇ ਸੱਜਰੇ ਸੱਜਰੇ ਭਾਵਾਂ ਨਾਲ ਭਿੱਜੇ ਹੋਏ ਰਾਗ, ਘੋੜੀਆਂ, ਸੁਹਾਗ, ਹਾਸੇ ਦੀਆਂ ਬੋਲੀਆਂ ਸਾਰੇ ਅਲੋਪ ਹੋ ਗਏ ਨੇ। ਤੇ ਅੱਜ ਦੇ ਵਿਆਹ ਢੰਗਾਂ ਦੇ ਵਿੱਚ ਖੁਸ਼ੀਆਂ ਭਰਨ ਵਾਲੇ, ਮਖੌਲੀ ਤਬੀਅਤ ਵਾਲੇ ਬੰਦੇ, ਦਾਨ ਕਰਨ ਵਾਲੇ, ਭੰਡਾਰੇ ਵਰਤਾਉਣ ਵਾਲੇ, ਜਾਂਜੀ ਮਾਂਜੀ ਕੇਸਰ ਰੰਗੀਆਂ ਜੰਜਾਂ ਦੀ ਜਗਮਗ ਸਭ ਕਿਧਰੇ ਛਿਪ ਗਿਆ, ਲੋਪ ਹੋ ਗਿਆ। ਤੇ ਅੱਜ ਦੇ ਵਿਆਹ ਢੰਗ ਦੇ ਵਿੱਚੋਂ ਲਾੜੇ ਦਾ ਘੋੜੀ ਤੇ ਚੜ੍ਹਨਾ, ਉਹਦੀਆਂ ਭੈਣਾਂ ਦਾ ਗਾ ਗਾ ਕੇ ਘੋੜੀ ਦੀ ਬਾਂਗ ਗੁੰਦਣਾ, ਚਿੱਟੀ ਘੋੜੀ ਦਾ ਬੜੇ ਨਖਰੇ ਕਰਨਾ, ਲਾੜੇ ਨੂੰ ਆਪਣੀ ਪਿੱਠ ਉੱਪਰ ਚੁੱਕ ਕੇ ਖੁਸ਼ ਹੋਣਾ, ਲਾੜੇ ਦੀਆਂ ਭੈਣਾਂ ਦਾ ਘੋੜੀ ਦੇ ਗਲ ਦੀਆਂ ਗਾਨੀਆਂ ਨਾਲ ਰਲ ਰਲ ਕੇ ਗਾਉਣਾ, ਇਹ ਸਾਰੇ ਕਿੱਥੇ ਹੋ ਗਏ? ਸਭ ਕਿੱਥੇ ਅਲੋਪ ਹੋ ਗਿਆ। ਉਹ ਨੇਜੇਬਾਜ਼ੀਆਂ, ਵਿਆਹ ਤੇ ਉਹ ਰੰਗ ਬਰੰਗ ਦੀਆਂ ਚੋਚਲਾਂ, ਉਹ ਖੇਡਾਂ, ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿੱਚੋਂ ਦੌੜ ਖੁਸ਼ੀ ਦੀਆਂ, ਉਹ ਦਰਿਆਵਾਂ ਦਾ ਨਹਾਉਣ ਜਾਣਾ, ਢੋਲਕੀ ਵੱਜਦੇ, ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ ਤੇ ਕਬੱਡੀਆਂ। ਕਵੀ ਕਹਿ ਰਹੇ ਹੈ ਕਿ ਅੱਜ ਕੱਲ੍ਹ ਜਿਹੜੇ ਕਿ ਵਿਆਹ ਦੇ ਰੰਗ ਢੰਗ ਫਿੱਕੇ ਹੋ ਗਏ ਨੇ, ਰਸਹੀਣ ਹੋ ਗਏ ਨੇ। ਪੁਰਾਣੇ ਪੰਜਾਬ ਦੇ ਵਿੱਚ ਵਿਆਹ ਤੇ ਖੁਸ਼ੀ ਦੇ ਮੌਕੇ ਵਿੱਚ ਜਿਹੜੇ ਨੇਜੇਬਾਜ਼ੀਆਂ ਹੁੰਦੀਆਂ ਸੀ, ਤਰ੍ਹਾਂ ਤਰ੍ਹਾਂ ਦੇ ਦਿਲ ਪਰਚਾਵੇ ਦੇ ਕੰਮ ਕਰਦੇ ਸੀ, ਉਹ ਅੱਜ ਸਭ ਲੋਪ ਹੋ ਗਏ ਨੇ। ਤੇ ਅੱਜ ਦੇ ਪੰਜਾਬੀ ਜੀਵਨ ਦੇ ਵਿੱਚ ਖੁਸ਼ੀ ਨਾਲ ਖੇਡੀਆਂ ਜਾਂਦੀਆਂ ਨੇ ਖੇਡਾਂ, ਕੌਡੀਆਂ ਤੇ ਖੁੱਲ੍ਹੇ ਖੇਤਾਂ ਵਿੱਚ ਲਾਏ ਜਾਂਦੇ ਦੌੜਾਂ, ਉਹ ਸਾਰੀਆਂ ਲੋਪ ਹੋ ਗਈਆਂ। ਤੇ ਹੁਣ ਕੋਈ ਦਰਿਆਵਾਂ ਉੱਪਰ ਢੋਲਕੀ ਵਜਾਉਂਦੇ ਹੋਏ ਨਹਾਉਣ ਨਹੀਂ ਜਾਂਦੇ, ਤੇ ਨਾ ਹੀ ਜੀਵਨ ਦੇ ਵਿੱਚ ਜਿਹੜੇ ਸੌਂਚੀਆਂ, ਕੁਸ਼ਤੀਆਂ, ਪਹਿਲਵਾਨਾਂ ਦੇ ਅਖਾੜੇ ਤੇ ਕਬੱਡੀਆਂ ਰਹੀਆਂ ਨੇ। ਤੇ ਵਰਤਮਾਨ ਪੰਜਾਬ ਫਿੱਕਾ ਤੇ ਬੇਰਸ ਹੋ ਗਿਆ। ਸਭ ਜੀਣ ਦਾ ਚਾਅ, ਹੋਣ ਦਾ ਮਾਣ, ਥੀਨ ਦਾ ਨਸ਼ਾ ਕਿੱਥੇ? ਉਹ ਪਿਆਰ, ਬਸੰਤ ਦੀਆਂ ਫੁੱਲ ਦੀਆਂ ਹੌਲੀਆਂ, ਬਾਗ ਬਾਗ ਭਰ ਪਿਚਕਾਰੀਆਂ, ਰੂਪ ਦਾ ਖੇਡਣਾ। ਤਾਂ ਕਵੀ ਕਹਿੰਦਾ ਕਿ ਇਸ ਪਿਆਰੀ ਬਸੰਤ ਰੁੱਤ ਦੇ ਵਿੱਚ ਬਾਗ ਦੇ ਵਿੱਚ ਮਨਾਏ ਜਾਂਦੇ ਫੁੱਲਾਂ ਦੀਆਂ ਹੌਲੀਆਂ ਵੀ ਜਿਹੜੇ ਕਿ ਅਲੋਪ ਹੋ ਗਈਆਂ ਨੇ, ਜਦੋਂ ਕਿ ਸਾਰੇ ਰੰਗਾਂ ਦੀਆਂ ਜਿਹੜੇ ਕਿ ਪਿਚਕਾਰੀਆਂ ਭਰ ਕੇ ਆਪਸ ਦੇ ਵਿੱਚ ਰੰਗਾਂ ਦੀ ਖੇਡ ਖੇਡਦੇ ਸੀ। ਤੇ ਅੱਜ ਹਰ ਬੂਹੇ ਉੱਪਰ ਲੋਹੜੀ ਲਈ ਲੱਕੜਾਂ ਦੀ ਮੰਗ ਕਰਨਾ ਵੀ ਜਿਹੜੇ ਕਿ ਲੋਪ ਹੋ ਗਿਆ। ਠੀਕ ਹੈ, ਉਹ ਲੋਹੜੀ ਦੀਆਂ ਲੱਕੜਾਂ ਦੀ ਮੰਗ ਬੂਹੇ ਬੂਹੇ, ਉਹ ਕੁੜੀਆਂ ਦਾ ਜੁੜਨਾ, ਅੱਗ ਦੇ ਚੁਫੇਰੇ ਦੇ ਗਿੱਧਾ ਪਾ ਪਾ ਕੇ ਗਾਵਣਾ, ਭਾਵ ਕਿਤੇ ਫਿਰ ਅੱਗ ਦੇ ਆਲੇ ਦੁਆਲੇ ਜਿਹੜੇ ਕਿ ਗਿੱਧਾ ਪਾ ਕੇ ਲੋਹੜੀ ਮੰਗ ਕੇ ਜਿਹੜੇ ਕਿ ਗਾਉਂਦੇ ਸੀ, ਉਹ ਵੀ ਸਾਰਾ ਲੋਪ ਹੋ ਗਿਆ। ਵਹਿਮ ਜੇ ਉੱਡੇ ਤਾਂ ਉੱਡੇ ਸਦਕੇ, ਵਹਿਮਾਂ ਦਾ ਉੱਡਣਾ ਜ਼ਰੂਰ ਸੀ, ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ। ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਿਆ। ਔਖਾ ਹੈ ਜਿੰਦ ਫਸਨੀਆਂ ਨੂੰ ਕੱਢਣਾ, ਕੰਡੇ ਨਾਲੋਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ। ਦੱਸ ਨਾ ਇਹ ਕੀ ਹੋਇਆ, ਕਿਸ ਲਈ ਸਭ ਕੁਝ ਖੋਇਆ, ਦਵਾਈ ਦਾ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ, ਦਿਲ ਸਾਡੇ ਸੱਖਣੇ ਲਾਟ ਬੁੱਝ ਗਈ। ਤਾਂ ਇਹਦੇ ਵਿੱਚ ਜਿਹੜੇ ਕਿ ਕਵੀ ਪੁੱਛ ਰਹੇ ਆ ਕਿ ਜਿਹੜੇ ਕਿ ਵਰਤਮਾਨ ਪੰਜਾਬ ਦੇ ਵਿੱਚੋਂ ਵਹਿਮ ਭਰਮ ਤਾਂ ਉੱਡ ਗਏ, ਇਹ ਦੂਰ ਹੋਣੇ ਜ਼ਰੂਰੀ ਸੀ, ਪਰ ਇਹਦੇ ਨਾਲ ਦੁੱਖ ਦੀ ਗੱਲ ਹੈ ਕਿ ਸਾਡੀਆਂ ਸਾਰੀਆਂ ਖੁਸ਼ੀਆਂ ਵੀ ਨਾਲ ਲੋਪ ਹੋ ਗਈਆਂ। ਮੈਨੂੰ ਤਾਂ ਇਹ ਪਤਾ ਨਹੀਂ ਲੱਗਦਾ ਕਿ ਪੰਜਾਬ ਦੀ ਜਿੰਦ ਗਈ ਕਿੱਥੇ ਆ ਤੇ ਰੂਹ ਕਿੱਥੇ ਚਲੀ ਗਈ ਆ, ਭਾਵ ਕਿ ਪੰਜਾਬੀ ਜੀਵਨ ਦੇ ਵਿੱਚ ਜਿਹੜੇ ਮੁਰਦੇ ਹਾਣੀ ਜਿਹੀ ਹੁਣ ਛਾ ਗਈ, ਜਿਹੜੇ ਕਿ ਹੁਣ ਹਾਸੇ ਹੀਣੇ, ਉਹ ਸਾਰੇ ਕਿੱਥੇ ਗਏ। ਤੇ ਅਸਲ ਦੇ ਵਿੱਚ ਜਿੱਥੇ ਫੁੱਲ ਹੁੰਦਾ ਉੱਥੇ ਕੰਡਾ ਵੀ ਹੁੰਦਾ, ਤੇ ਕੰਡੇ ਨਾਲੋਂ ਫੁੱਲ ਨੂੰ ਤੋੜਨ ਦਾ ਮਤਲਬ ਇਹ ਨਹੀਂ ਕਿ ਫੁੱਲ ਦਾ ਨਾਸ਼ ਕਰਨਾ ਹੁੰਦਾ। ਤੇ ਇਸ ਤਰ੍ਹਾਂ ਸੋਹਣੇ ਪੰਜਾਬ ਨੂੰ ਪੁਰਾਤਨ ਦੀਆਂ ਬੁਰਾਈਆਂ ਨਾਲ ਉਹ ਅਲੱਗ ਕਰਕੇ ਇਹਦੇ ਵਿੱਚ ਜਿਹੜੇ ਵਿਚਲੇ ਰਸ ਤੇ ਖੁਸ਼ੀਆਂ ਨੂੰ ਵੀ ਮਾਰਤਾ। ਤੇ ਕਵੀ ਆਵਾਜ਼ਾਂ ਮਾਰਦਾ ਹੋਇਆ ਕਹਿੰਦਾ ਕਿ ਅਜੋਕੇ ਪੰਜਾਬ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਕਿ ਅਸੀਂ ਪੰਜਾਬ ਦਾ ਪੁਰਾਤਨ ਦੀਆਂ ਬੁਰਾਈਆਂ ਤੋਂ ਛੁਟਕਾਰਾ ਕਰਵਾਉਣ ਦੇ ਵਿੱਚ ਯਤਨ ਦੇ ਵਿੱਚ ਪੰਜਾਬੀ ਜੀਵਨ ਦੀਆਂ ਖੁਸ਼ੀਆਂ ਦਾ ਵੀ ਅੰਤ ਕਰ ਲਿਆ। ਅਸੀਂ ਪੁਰਾਤਨ ਪੰਜਾਬ ਦੀਆਂ ਖੁੱਲ੍ਹਾਂ ਖੁਸ਼ੀਆਂ ਰੰਗੀਨੀਆਂ ਨੂੰ ਗਵਾ ਕੇ ਕੁਛ ਵੀ ਨਹੀਂ ਖੱਟਿਆ, ਸਾਡੀ ਦਵਾਈ ਖਾ ਕੇ ਤਾਂ ਮਰੀਜ਼ ਹੀ ਮਰ ਗਿਆ, ਤੇ ਸਾਨੂੰ ਪੰਜਾਬ ਦੇ ਸੁਧਾਰ ਦਾ ਯਤਨ ਕਰਕੇ ਕੁਝ ਨਹੀਂ ਲੱਭਿਆ। ਫਲਸਰੂਪ ਸਾਡੇ ਦਿਲੋਂ ਸੱਖਣੇ ਹੋ ਗਏ ਨੇ, ਦਿਲ ਸੱਖਣੇ ਹੋ ਗਏ ਨੇ, ਜਿਨ੍ਹਾਂ ਦੇ ਵਿੱਚ ਖੁਸ਼ੀਆਂ ਤੇ ਰੰਗੀਨੀਆਂ ਦੀ ਲਾਟ ਸੀ, ਉਹ ਸਭ ਬੁੱਝ ਗਈ ਹੈ। ਤੇ ਇਸ ਦੇ ਅੱਗੇ ਤੁਸੀਂ ਇਹਦਾ ਜਿਹੜੇ ਕੀ ਆ ਸਾਰੇ ਸਾਰ ਤੇ ਕੁਐਸਚਨ ਆਨਸਰ, ਜੇ ਇਹਦਾ ਸਾਰ ਆਉਂਦਾ ਤਾਂ ਇਹਦੇ ਵਿੱਚ ਸਾਰਾ ਕੁਝ ਆਪਾਂ ਨੇ ਜੋ ਵਿਆਖਿਆ 'ਚ ਕੀਤਾ ਉਹ ਸਾਰਾ ਲਿਖ ਦੇਣਾ। ਹਾਂਜੀ, ਪੰਜਾਬ ਦੇ ਮਜ਼ਦੂਰ ਓਏ ਮਨਜ਼ੂਰ ਚੰਗੇ ਲੱਗਦੇ, ਮਜ਼ਦੂਰ ਕੀ ਆ? ਮਜ਼ਦੂਰ। ਨਿੱਕੇ ਨਿੱਕੇ ਖਿਆਲ ਇਹਨਾਂ ਦੇ, ਉਹਨਾਂ ਵਿੱਚ ਢਲੀਆਂ ਇਹਨਾਂ ਦੀਆਂ ਜ਼ਿੰਦਗੀਆਂ। ਕਵੀ ਕਹਿ ਰਿਹਾ ਕਿ ਮੈਨੂੰ ਪੰਜਾਬ ਦੇ ਜਿਹੜੇ ਕਿ ਮਜ਼ਦੂਰ ਚੰਗੇ ਲੱਗਦੇ ਨੇ, ਜਿਨ੍ਹਾਂ ਦੇ ਨਿੱਕੇ ਨਿੱਕੇ ਖਿਆਲ ਨੇ ਤੇ ਉਹਨਾਂ ਦੇ ਵਿੱਚ ਹੀ ਇਹਨਾਂ ਦੇ ਜਿਹੜੇ ਕਿ ਜ਼ਿੰਦਗੀਆਂ ਢਲਦੀਆਂ ਨੇ। ਠੀਕ ਹੈ,
ਸਾਦੇ ਸਾਦੇ ਚਿਹਰੇ ਬੇਨਕਾਬ ਜੇ, ਭਾਵ ਕਿ ਇਹਨਾਂ ਦੇ ਚਿਹਰਿਆਂ ਤੇ ਕੋਈ ਨਕਾਬ ਨਹੀਂ ਚੜਿਆ ਹੋਇਆ ਹੁੰਦਾ, ਇਹਨਾਂ ਦੇ ਸਾਦੇ ਚਿਹਰੇ ਹੁੰਦੇ ਨੇ, ਨਾ ਛੁਪਦੇ ਨੇ ਛਪਾਉਂਦੇ ਕੁਝ ਆਪਣਾ, ਨੰਗੇ ਨੰਗੇ ਦਿਲ ਇਹਨਾਂ ਦੇ। ਕਵੀ ਕਹਿੰਦਾ ਕਿ ਇਹ ਕੁਛ ਨਹੀਂ ਛਪਾਉਂਦੇ ਤੇ ਨਾ ਹੀ ਆਪਣਾ ਜਿਹੜੇ ਕਿ ਕੁਛ ਛੁਪਦੇ ਨੇ ਤੇ ਨਾ ਹੀ ਛਪਾਉਂਦੇ ਨੇ, ਤੇ ਇਹਨਾਂ ਦੇ ਦਿਲ ਜਿਹੜੇ ਕਿ ਬਿਲਕੁਲ ਸਾਫ਼ ਨੇ, ਤੇ ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ ਵੀ ਇਹ ਲੋਕ ਜਿਹੜੇ ਕਿ ਭੋਲੇ ਭਾਲੇ ਨੇ ਤੇ ਇਹਨਾਂ ਦੀਆਂ ਗੱਲਾਂ ਵੀ ਭੋਲੀਆਂ ਨੇ, ਤੇ ਇਹਨਾਂ ਦੀ ਗਰੀਬੀ ਨਿੱਕੀ, ਇਹਨਾਂ ਦਾ ਸੰਤੋਖ ਵੱਡਾ, ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰਦੇ। ਕਵੀ ਕਹਿੰਦਾ ਕਿ ਬੇਸ਼ੱਕ ਇਹ ਗਰੀਬ ਨੇ, ਇਹਨਾਂ ਦੀ ਗਰੀਬੀ ਨਿੱਕੀ ਆ, ਇਹਨਾਂ ਦਾ ਸੰਤੋਖ ਬਹੁਤ ਵੱਡਾ, ਤੇ ਇਹ ਮੈਨੂੰ ਠੰਡੇ ਪਾਣੀ ਦੀ ਤਰ੍ਹਾਂ ਠਾਰਦੇ ਨੇ। ਤੇ ਇਹ ਭਾਵ ਕਿ ਉਹ ਜਿਹੜੇ ਕਿ ਮਜ਼ਦੂਰਾਂ ਦੀ ਸਿਫਤ ਕਰਦਾ ਤੇ ਉਹਨਾਂ ਦਾ ਮਜ਼ਦੂਰਾਂ ਦੇ ਸੁਭਾਅ ਨੂੰ ਵਰਣਨ ਕਰਦੇ ਹੋਏ ਇੱਕ ਆਨੰਦ ਮਹਿਸੂਸ ਕਰਦਾ ਕਵੀ। ਤਾਂ ਇਹਦਾ ਜਿਹੜੇ ਕਿ ਤੁਹਾਨੂੰ ਵਿਸ਼ਾ ਵਸਤੂ ਵੀ ਠੀਕ ਆ ਕਰ ਲੈਣਾ, ਭਾਵ ਕਿ ਪੰਜਾਬ ਦੇ ਮਜ਼ਦੂਰਾਂ ਬਾਰੇ ਕੀ ਕਿਹਾ, ਹੁਣ ਆਪਾਂ ਨੇ ਵਿਆਖਿਆ ਕੀਤੀ ਹੈ, ਵਿਆਖਿਆ ਨੂੰ ਹੀ ਡਿੱਟੋ ਵਿਸ਼ਾ ਵਸਤੂ ਦੇ ਵਿੱਚ ਤੁਸੀਂ ਲਿਖ ਦੇਣਾ, ਸਾਰੀ ਵਿਆਖਿਆ, ਠੀਕ ਆ, ਸਾਰੀ ਕਵਿਤਾ ਦੀ ਟੋਟਲ ਦੀ ਵਿਆਖਿਆ ਹੋ ਜਾਣੀ, ਜਿਵੇਂ ਪੁਰਾਣੇ ਪੰਜਾਬ ਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੀ ਵਿਆਖਿਆ ਕੀਤੀ ਉਹ ਸਾਰਾ ਵਿਸ਼ਾ ਵਸਤੂ ਦੇ ਵਿੱਚ ਆਊਗਾ। ਅੱਗੇ ਫਿਰੋਜ਼ਦੀਨ ਸ਼ਰਫ, ਠੀਕ ਹੈ, ਫਿਰੋਜ਼ਦੀਨ ਸ਼ਰਫ ਬਾਰੇ ਵੀ ਛੋਟੇ ਕੁਐਸਚਨ ਪੜ੍ਹ ਲੈਣੇ ਨੇ। ਫਿਰੋਜ਼ਦੀਨ ਸ਼ਰਫ ਨੇ ਕਿਹੜੇ ਕਿਹੜੇ ਫਿਲਮਾਂ ਲਈ ਗੀਤ ਲਿਖੇ ਸੀ? ਹੀਰ ਸਿਆਲ, ਸੱਸੀ ਪੁੰਨੂ, ਚੌਧਰੀ, ਨਿਖੱਟੂ, ਮੁੰਦਰੀ ਤੇ ਵਿਲੋ। ਹਾਂਜੀ, ਅੱਗੇ ਹੈ ਕੁਰਬਾਨੀ ਕਵਿਤਾ। ਦਮ ਦਿੱਤਿਆਂ ਵਾਂਝ ਨਹੀਂ ਦਮ ਮਿਲਦਾ, ਬਿਨਾਂ ਦਾਮ ਦੇ ਢੋਏ ਨਹੀਂ ਢੋਏ ਜਾਂਦੇ। ਜਿਹੜੀ ਕੁਰਬਾਨੀ ਕਵਿਤਾ ਹੈ ਜਿਹੜੇ ਕਿ ਫਿਰੋਜ਼ਦੀਨ ਸ਼ਰਫ ਦੀ ਰਚਨਾ, ਠੀਕ ਹੈ, ਇਹਦੇ ਵਿੱਚ ਕਵੀ ਦੱਸਦਾ ਕਿ ਦੇਸ਼ ਦੀ ਆਜ਼ਾਦੀ ਦੇ ਖਾਤਰ ਦਲੇਰ ਲੋਕਾਂ ਨੂੰ ਆਪਣੇ ਜਾਨਾਂ ਦੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਤੇ ਇਹ ਕਵਿਤਾ ਸਾਡੇ ਮਨ ਦੇ ਵਿੱਚ ਦੇਸ਼ ਦੀ ਆਜ਼ਾਦੀ ਦੀ ਖਾਤਰ ਕੁਰਬਾਨੀਆਂ ਕਰਨ ਦੀ ਪ੍ਰੇਰਨਾ ਪੈਦਾ ਕਰਦੀ ਹੈ। ਤਾਂ ਇਹਦੇ ਵਿੱਚ ਦਾਮ ਦਿੱਤਾ ਬਾਜ ਨਹੀਂ, ਦਾਮ ਦਿੱਤਾ ਆ ਬਾਜ ਭਾਵ ਕਿ ਪ੍ਰਾਣ ਦਿੱਤੇ, ਜਾਨ ਦੀ ਕੁਰਬਾਨੀ ਦਿੱਤੇ ਬਿਨਾਂ, ਠੀਕ ਹੈ। ਦਾਮ ਮਿਲਣਾ ਕੀ ਹੁੰਦਾ ਵੀ ਸੁੱਖ ਦਾ ਸਾਹ ਨਹੀਂ ਮਿਲਦਾ, ਦਾਮ ਦਿੱਤੇ ਆਵਾਜ਼ ਨਹੀਂ ਦਮ ਮਿਲਦਾ, ਭਾਵ ਕਿ ਕੁਰਬਾਨੀ ਦਿੱਤਿਆਂ ਬਿਨਾਂ, ਠੀਕ ਆ, ਪ੍ਰਾਣਾਂ ਦੀ ਕੁਰਬਾਨੀ ਦਿੱਤਿਆਂ ਬਿਨਾਂ ਸੁੱਖ ਨਹੀਂ ਮਿਲਦਾ। ਬਿਨਾਂ ਦਮ ਦੇ ਢੋਏ ਨਹੀਂ ਢੋਏ ਜਾਂਦੇ, ਬਿਨਾਂ ਦਮ ਦੇ ਕੀ ਪੈਸੇ ਖਰਚਣ ਦੀ ਸਮਰੱਥਾ ਤੋਂ ਬਿਨਾਂ, ਹੌਸਲੇ ਤੋਂ ਬਿਨਾਂ ਢੋਏ ਮੋਏ ਨਹੀਂ ਜਾਂਦੇ, ਭਾਵੇਂ ਕਿ ਸੁਗਾਤਾਂ ਦਾ ਭਾਰ ਢੋਇਆ ਨਹੀਂ ਜਾ ਸਕਦਾ, ਖੁਸ਼ੀਆਂ ਦਾ ਭਾਰ ਜਿਹੜੇ ਕਿ ਢੋਇਆ ਨਹੀਂ ਜਾ ਸਕਦਾ ਬਿਨਾਂ ਮੁੱਲ ਚੁਕਾਏ, ਬਿਨਾਂ ਦਾਮ ਚੁਕਾਏ, ਤੇ ਦਾਮ ਭਾਵ ਕਿ ਸੁੱਖ ਮਿਲਣਾ, ਠੀਕ ਹੈ। ਬਾਜ ਖੁਸ਼ੀਆਂ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ। ਤਾਂ ਕਵੀ ਕਹਿ ਰਿਹਾ ਕਿ ਵੀ ਜਿੰਨਾ ਚਿਰ ਬੰਦੇ ਦੇ ਮਨ ਦੇ ਵਿੱਚ ਅੰਦਰੂਨੀ ਖੁਸ਼ੀ ਨਾ ਹੋਵੇ, ਖੁੱਲ੍ਹ ਕੇ ਹੱਸ ਨਹੀਂ ਸਕਦਾ, ਜਿੰਨਾ ਚਿਰ ਕੋਈ ਦੁੱਖ ਦਰਦ ਨਾ ਹੋਵੇ, ਉਹਨਾਂ ਚਿਰ ਜਿਹੜੇ ਕਿ ਛਾਤੀ ਦੇ ਵਿੱਚ ਗਮ ਦਾ ਜਿਹੜਾ ਸੇਕ ਆ ਉਹ ਪੈਦਾ ਨਹੀਂ ਹੁੰਦਾ, ਤੇ ਭਾਵ ਕਿ ਅੱਖਾਂ ਦੇ ਵਿੱਚ ਹੰਝੂ ਜਿਹੜੇ ਕਿ ਨਹੀਂ ਆਉਂਦੇ, ਤੇ ਦਰਦ ਬਾਜ ਨਹੀਂ ਸੀਨੇ ਵਿੱਚ ਛੇਕ ਪੈਂਦੇ, ਭਾਵ ਕਿ ਜਦ ਤੱਕ ਦਰਦ ਨਹੀਂ ਹੁੰਦਾ ਸੀਨੇ ਦੇ ਵਿੱਚ ਉਦੋਂ ਤੱਕ ਜਿਹੜੇ ਕਿ ਛੇਕ ਬਾਜ ਨਹੀਂ ਮੋਤੀ ਪਰੋਏ ਜਾਂਦੇ, ਭਾਵ ਕਿ ਉਦੋਂ ਤੱਕ ਜਿਹੜੇ ਕਿ ਮੋਤੀਆਂ ਦੀ ਤਰ੍ਹਾਂ ਹੰਝੂ ਜਿਹੜੇ ਕਿ ਨਹੀਂ ਪਰੋਏ ਜਾਂਦੇ। ਸਰਫ ਦਾ ਗੁਲਾਮੀ ਦੇ ਦੇਸ਼ ਉੱਤੋਂ ਕੌਮੀ ਖੂਨ ਦੇ ਬਾਜ ਨਹੀਂ ਧੋਏ ਜਾਂਦੇ। ਤਾਂ ਕਵੀ ਕਹਿ ਰਿਹਾ ਹੈ ਕਿ ਕੌਮ ਦੇ ਸਾਂਝੇ ਖੂਨ ਤੋਂ ਬਿਨਾਂ ਉਸ ਨੂੰ ਧੋਇਆ ਨਹੀਂ ਜਾ ਸਕਦਾ, ਭਾਵ ਕਿ ਦੇਸ਼ ਦੀ ਗੁਲਾਮੀ ਨੂੰ ਦੂਰ ਕਰਨ ਲਈ ਕੌਮੀ ਸੂਰਮਿਆਂ ਨੂੰ ਰਲ ਕੇ ਆਪਣੀਆਂ ਜਾਨਾਂ ਕੁਰਬਾਨੀ ਦੇਣੀਆਂ ਹੀ ਪੈਂਦੀਆਂ ਨੇ। ਤਾਂ ਇਹਦੇ ਵਿੱਚ ਵੈਸੇ ਪਹਿਚਾਣ ਤੁਹਾਨੂੰ ਸ਼ਰਫ ਵਰਡ ਦੇ ਵਿੱਚੋਂ ਆ ਜੂਗੀ, ਲਿਖਿਆ ਵਾ ਹੋਊਗਾ, ਠੀਕ ਹੈ, ਵੀ ਇਹ ਫਿਰੋਜ਼ਦੀਨ ਸ਼ਰਫ ਦੀ ਹੈ। ਤਾਂ ਇਹਦਾ ਵੀ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ, ਇਹਦੇ ਵਿਸ਼ਾ ਵਸਤੂ ਜੋ ਆਪਾਂ ਪ੍ਰਸੰਗ ਸਹਿਤ ਵਿਆਖਿਆ 'ਚ ਬੋਲਾਂਗੇ ਉਹੀ ਤੁਸੀਂ ਸਾਰੇ ਦੇ ਵਿਸ਼ਾ ਵਸਤੂ ਦੇ 'ਚ ਲਿਖ ਦੇਣਾ, ਠੀਕ ਹੈ। ਹਾਂਜੀ, ਜਦੋਂ ਦੇਸ਼ ਦੀ ਕੌਮ ਤੇ ਦੇਸ਼ ਅੰਦਰ ਆ ਕੇ ਵਾਹ ਹੁੰਦੀ ਹੈ ਹਵਾ, ਠੀਕ ਹੈ, ਆਜ਼ਾਦੀ ਦੀ ਵਗਦੀ ਹੈ, ਉਸ ਮੁਲਕ ਦੇ ਸੱਚਿਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾ ਸੀਸ ਤੇ ਪੱਗਦੀ ਹੈ। ਤਾਂ ਕਵੀ ਕਹਿੰਦਾ ਵੀ ਜਦੋਂ ਦੇਸ਼ ਦੇ ਲੋਕਾਂ ਦੇ ਵਿੱਚ ਆਜ਼ਾਦੀ ਪ੍ਰਾਪਤ ਕਰਨ ਦੀ ਇੱਛਾ ਜ਼ੋਰਦਾਰ ਇੱਕ ਹਵਾ ਦੀ ਤਰ੍ਹਾਂ ਆਉਂਦੀ ਹੈ, ਤਾਂ ਉੱਥੋਂ ਦੇ ਫਿਰ ਸੱਚੇ ਦੇਸ਼ ਭਗਤ ਨੂੰ ਆਪਣੇ ਸਿਰ ਤੇ ਆਪਣੀਆਂ ਝੂਠੀਆਂ ਇੱਜ਼ਤਾਂ ਦੀ ਪਰਵਾਹ ਨਹੀਂ ਰਹਿੰਦੀ, ਠੀਕ ਹੈ। ਤੇ ਪੱਗ ਘਰ ਉੱਜੜਦੇ ਸੈਂਕੜੇ ਮੱਖੀਆਂ ਦੇ, ਬੱਤੀ ਮੋਮ ਦੀ ਤਾਂ ਇੱਕ ਜਗਦੀ ਹੈ, ਸਰਫ ਖੂਨ ਗਰੀਬਾਂ ਦੇ ਨੁੱਚੜ ਜਾਂਦੇ, ਮਹਿੰਦੀ ਹੋਰਨਾਂ ਦੇ ਹੱਥੀਂ ਲੱਗਦੀ ਹੈ। ਤਾਂ ਕਵੀ ਕਹਿੰਦਾ ਹੈ ਕਿ ਉਹ ਹੱਸ ਕੇ ਜਦੋਂ ਆਪਣੀਆਂ ਜਾਨਾਂ ਵਾਰਦੇ ਨੇ ਤੇ ਸਾਮਰਾਜਵਾਦੀ ਤਾਕਤ ਦੁਆਰਾ ਜਿਹੜੇ ਕਿ ਆਪਣੀ ਹਰ ਪ੍ਰਕਾਰ ਦੀ ਬੇਇੱਜ਼ਤੀ ਨੂੰ ਸਹਾਰਦੇ ਨੇ, ਤਾਂ ਇਹਨਾਂ ਕੁਰਬਾਨੀਆਂ ਤੋਂ ਬਿਨਾਂ ਜਿਹੜੀ ਕਿ ਆਜ਼ਾਦੀ ਦੀ ਜੋਤ ਨਹੀਂ ਜਗਦੀ, ਕਿਉਂਕਿ ਸੈਂਕੜੇ ਮਧੂ ਮੱਖੀਆਂ ਦੇ ਘਰ ਉੱਜੜਨ ਤੋਂ ਮਗਰੋਂ ਉਸ ਮੋਮ ਦੀ ਪ੍ਰਾਪਤੀ ਹੁੰਦੀ ਹੈ ਜਿਸ ਦੇ ਨਾਲ ਇੱਕ ਮੋਮਬੱਤੀ ਜਗਾਈ ਜਾ ਸਕਦੀ ਹੈ, ਠੀਕ ਹੈ। ਤਾਂ ਇਸੇ ਤਰ੍ਹਾਂ ਆਜ਼ਾਦੀ ਦੇ ਘੋਲ ਦੇ ਵਿੱਚ ਆਮ ਗਰੀਬ ਲੋਕਾਂ ਦਾ ਖੂਨ ਖੂਬ ਬਹਿੰਦਾ, ਤੇ ਜਿਸ ਦਾ ਫਲ ਫਿਰ ਦੇਸ਼ ਵਾਸੀਆਂ ਨੂੰ ਮਿਲਦਾ, ਤੇ ਭਾਵ ਕਿ ਹੱਥਾਂ ਉੱਪਰ ਮਹਿੰਦੀ ਲਾਉਣ ਵਾਲੀਆਂ ਸੁਹਾਗਵੰਤੀਆਂ ਵਾਂਗ ਆਜ਼ਾਦੀ ਦੀਆਂ ਖੁਸ਼ੀਆਂ ਨੂੰ ਉਹ ਮਾਣਦੇ ਨੇ। ਨੈਕਸਟ ਹੈਗਾ ਇਹਦੇ ਵਿੱਚ ਅੱਗੇ, ਬਹੁਤੇ ਦੁੱਖੋਂ ਝੱਲਦੇ ਦੇਸ਼ ਬਦਲੇ ਬੰਦੇ ਕੌਮ ਦੇ ਜਿਹੜੇ ਦਲੇਰ ਹੁੰਦੇ, ਇੱਟਾਂ ਉਸੇ ਨੂੰ ਹੀ ਬਹੁਤੀਆਂ ਪੈਂਦੀਆਂ ਨੇ ਜਿਹੜੀ ਬੇਰੀ ਦੇ ਨਾਲ ਦੇ ਬੇਰ ਹੁੰਦੇ।
ਤਾਂ ਕਵੀ ਕਹਿ ਰਿਹਾ ਕਿ ਦੇਸ਼ ਦੀ ਆਜ਼ਾਦੀ ਦੀ ਪ੍ਰਾਪਤੀ ਲਈ ਦੁੱਖ ਕੌਮ ਦੇ ਉਹਨਾਂ ਲੋਕਾਂ ਨੂੰ ਹੀ ਝੱਲਣੇ ਪੈਂਦੇ ਨੇ ਜਿਹੜੇ ਹੌਸਲੇ ਵਾਲੇ ਹੁੰਦੇ ਨੇ। ਠੀਕ ਹੈ, ਅਸਲ ਦੇ ਵਿੱਚ ਇੱਟਾਂ ਬੱਟੇ ਉਸੇ ਬੇਰੀ ਨੂੰ ਪੈਂਦੇ ਨੇ ਜਿਸ ਨੂੰ ਬੇਰ ਲੱਗੇ ਹੋਏ ਹੁੰਦੇ ਨੇ, ਭਾਵ ਕਿ ਜਿਸ ਨੂੰ ਬੇਰੇ ਨਹੀਂ ਲੱਗੇ ਹੁੰਦੇ ਉਹਦੇ ਕੋਈ ਇੱਟਾਂ ਬੱਟੇ ਵੀ ਨਹੀਂ ਮਾਰਦਾ। ਤੇ ਇਸ ਪ੍ਰਕਾਰ ਜਿਹੜੇ ਕਿ ਹੌਸਲੇ ਤੇ ਜਿਗਰੇ ਵਾਲੇ ਬੰਦਿਆਂ ਨੂੰ ਹੀ ਦੇਸ਼ ਦੀ ਖਾਤਰ ਜਿਹੜੇ ਕਿ ਜ਼ਿਆਦਾ ਦੁੱਖ ਸਹਿਣੇ ਪੈਂਦੇ ਨੇ। ਠੀਕ ਹੈ, ਤੇ ਕੌਣ ਪੁੱਛਦਾ ਕਾਵਾਂ ਤੇ ਗਿੱਦੜਾਂ ਨੂੰ, ਕੈਦ ਪਿੰਜਰੇ ਬਾਜ ਦੇ ਸ਼ੇਰ ਹੁੰਦੇ, ਕਤਰੇ ਲਹੂ ਦੇ ਪਾਣੀ ਦੇ ਬੰਦ ਹੋ ਕੇ, ਸ਼ਰਫ ਮੋਤੀ ਤੇ ਮੁਸ਼ਕ ਉਹ ਫੇਰ ਹੁੰਦੇ। ਤਾਂ ਕਵੀ ਕਹਿ ਰਿਹਾ ਕਿ ਅਸਲ ਦੇ ਵਿੱਚ ਵੀ ਕਾਵਾਂ ਤੇ ਗਿੱਦੜਾਂ ਵਰਗੇ ਡਰਪੋਕਾਂ ਨੂੰ ਕੋਈ ਨਹੀਂ ਪੁੱਛਦਾ, ਸਗੋਂ ਬਾਜ ਤੇ ਸ਼ੇਰ ਵਰਗੇ ਦੁਸ਼ਮਣਾਂ ਉੱਪਰ ਹੀ ਝਪਟਾ ਮਾਰਨ ਤੇ ਬਹਾਦਰਾਂ ਨੂੰ ਜੇਲ੍ਹ ਰੂਪੀ ਜੰਦਰਿਆਂ ਦੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਤੇ ਉਹਨਾਂ ਦੇ ਲਹੂ ਦੇ ਡੁੱਲਣ ਦੇ ਨਾਲ, ਜੇਲ੍ਹਾਂ ਦੇ ਵਿੱਚ ਉਹਨਾਂ ਦੇ ਰੋਟੀ ਪਾਣੀ ਦੇ ਬੰਦ ਹੋਣ ਦੇ ਨਾਲ ਹੀ ਬਹੁਮੁੱਲੀ ਆਜ਼ਾਦੀ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਜਲ ਜੀਵ ਸਿੱਪ ਨੂੰ ਪਾਣੀ ਤੋਂ ਵੱਖ ਕਰਕੇ ਹੀ ਉਸ ਦੇ ਵਿੱਚੋਂ ਮੋਤੀ ਦੀ ਪ੍ਰਾਪਤੀ ਹੁੰਦੀ ਹੈ, ਐਵੇਂ ਹੀ ਹਿਰਨ ਦਾ ਖੂਨ ਕਰਕੇ ਹੀ ਉਸ ਦੀ ਧੂਣੀ ਦੇ ਵਿੱਚੋਂ ਸੁਗੰਧਿਤ ਵਸਤੂ ਕਸਤੂਰੀ ਦੀ ਪ੍ਰਾਪਤੀ ਹੁੰਦੀ ਹੈ। ਤੇ ਅੱਗੇ ਹੁਣ ਕੁਰਬਾਨੀ ਕਵਿਤਾ ਦਾ ਜਿਹੜੇ ਕਿ ਇਹਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ, ਜਾਂ ਇਹਦਾ ਆਪਾਂ ਕਹਿ ਸਕਦੇ ਹਾਂ ਕਿ ਇਹਦਾ ਵਿਸ਼ਾ ਵਸਤੂ ਜੋ ਆਪਣੇ ਹੁਣ ਇਹਦੇ ਪ੍ਰਸੰਗ ਸਾਹਿਤ ਵਿਆਖਿਆ ਦੇ ਵਿੱਚ ਕਿਹਾ ਉਹੀ ਤੁਸੀਂ ਇਹਦਾ ਆਨਸਰ ਆ ਜਾਊਗਾ। ਅੱਗੇ ਇਸ ਦੀ ਕਵਿਤਾ ਹੈਗੀ ਆ ਮੱਤਾਂ, ਵੈਸੇ ਕਦੇ ਆਇਆ ਹੋਇਆ ਤਾਂ ਨਹੀਂ ਹੈ, ਜਸਟ ਤੁਸੀਂ ਇਹਦਾ ਇੱਕ ਵਾਰ ਨਾ ਜਿਹੜੇ ਕਿ ਸਤਰਾਂ ਜ਼ਰੂਰ ਰੀਡ ਕਰ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਇਹ ਕਿਹੜੇ ਉਹਦੇ ਵਿੱਚੋਂ ਪੋਇਮ ਦੇ ਵਿੱਚੋਂ, ਤਾਂ ਕਿ ਫਿਰ ਤੁਸੀਂ ਉਹਦਾ ਜਿਸ ਕਵਿਤਾ ਦੇ ਤੁਹਾਨੂੰ ਪ੍ਰਸੰਗ ਸਾਹਿਤ ਵਿਆਖਿਆ ਨਹੀਂ ਆਉਂਦੀ ਤੁਸੀਂ ਉਹਦਾ ਵਿਸ਼ਾ ਵਸਤੂ ਯਾਦ ਕੀਤਾ ਹੋਵੇ ਤੁਸੀਂ ਉਹ ਲਿਖ ਸਕਦੇ ਹੋ। ਠੀਕ, ਉਹਦੇ ਵਿੱਚ ਜਿਵੇਂ ਇਹਦੇ ਵਿੱਚ ਜੇ ਤੂੰ ਪੰਧ ਜ਼ਿੰਦਗੀ ਦਾ ਸੋਖ ਨਾਲ ਕੱਟਣਾ ਏ, ਦੁਨੀਆ ਦੇ ਲੋਭ ਵਾਲੀ ਮੋਈਓ ਉਤਾਰ ਗੰਢ, ਭਾਵ ਕਿ ਇਹ ਉਪਦੇਸ਼ਮਕ ਤੌਰ ਤੇ ਲਿਖੀ ਹੋਈ ਕਵਿਤਾ। ਠੀਕ ਹੈ, ਭਲਾ ਰੱਬ ਆਸਰੇ ਨੂੰ ਜੱਗ ਦੀ ਮੁਥਾਜ ਕਾਦੀ, ਸਿਰ ਉੱਤੇ ਝੁਕਦਾ ਨਹੀਂ ਗੋਡੇ ਘੋੜੇ ਅਸਵਾਰ ਗੰਢ, ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਪੈਸੇ ਨੂੰ ਰੱਖਦਾ ਏ ਮਾਰ ਗੰਢ। ਐਵੇਂ ਘੁੰਡੀ ਵਾਲੇ ਦਿਲੋਂ ਨਾ ਪਿਆਰ ਦੀ ਉਮੀਦ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਜਾਰ ਗੰਢ, ਭੇਤ ਇੱਕ ਦੂਸਰੇ ਦਾ ਲੜ ਕੇ ਵੀ ਖੋਲੀਏ ਨਾ। ਠੀਕ ਹੈ, ਭਾਵ ਕਿ ਇਹਦੇ ਵਿੱਚੋਂ ਜਿਹੜੇ ਉਪਦੇਸ਼ਮਕ ਤੌਰ ਤੇ ਮਿਲ ਰਹੀ ਹੈ ਕਵਿਤਾ। ਲੱਕ ਤੇਰਾ ਤੋੜ ਦੇਸਣ ਵਾਧੂ ਫੇਲ ਸੂਫੀਆਂ, ਇਹ ਵਿੱਤੋਂ ਬਾਹਰੀ ਚੁੱਕੀ ਕੋਈ ਕਰਦੀ ਖੁਆਰ ਗੰਢ। ਤਾਂ ਇਹਦਾ ਜਿਹੜੇ ਕਿ ਵਿਆਖਿਆ ਦੇ ਵਿੱਚ ਤੁਸੀਂ ਜਿਹੜੇ ਕਿ ਇਹੀ ਕਵਿਤਾ ਦਾ ਵਿਸ਼ਾ ਵਸਤੂ ਲਿਖ ਦੇਣਾ, ਇਹਨੂੰ ਇੱਕ ਵਾਰ ਜ਼ਰੂਰ ਰੀਡ ਕਰ ਲੈਣਾ। ਇੱਕ ਉਪਦੇਸ਼ਮਕ ਤੌਰ ਤੇ ਹੈ। ਠੀਕ ਹੈ, ਜਿਹਦੇ ਵਿੱਚ ਇਨਸਾਨ ਨੂੰ ਜ਼ਿੰਦਗੀ ਦਾ ਪੰਧ ਸੌਖ ਕੱਟਣ ਲਈ ਦੁਨੀਆ ਦੇ ਪਦਾਰਥਾਂ ਦਾ ਲੋਭ ਲਾਲਚ ਤਿਆਗਣਾ ਚਾਹੀਦਾ। ਇੱਕ ਉਪਦੇਸ਼ ਦਿੱਤਾ ਗਿਆ ਵੀ ਜੇ ਉਸਨੂੰ ਇੱਕ ਨਾਲ ਹੀ ਗੂੜਾ ਪਿਆਰ ਪਾਉਣਾ ਚਾਹੀਦਾ ਤੇ ਹਰ ਜਣੇ ਖਣੇ ਨਾਲ ਪਿਆਰ ਦੀ ਸਾਂਝ ਨਹੀਂ ਪਾਉਣੀ ਚਾਹੀਦੀ ਤੇ ਉਹਨੂੰ ਰੱਬ ਦੇ ਆਸਰੇ ਉੱਪਰ ਹੀ ਰਹਿਣਾ ਚਾਹੀਦਾ ਤੇ ਕਿਸੇ ਹੋਰ ਦਾ ਮੁਥਾਜ ਜੀ ਕਬੂਲ ਨਹੀਂ ਕਰਨੀ ਚਾਹੀਦੀ। ਉਹਨੂੰ ਹਮੇਸ਼ਾ ਵੱਧ ਤੋਂ ਵੱਧ ਨੇਕੀ ਦੇ ਕੰਮ ਕਰਨੇ ਚਾਹੀਦੇ ਨੇ। ਠੀਕ ਹੈ, ਵਿਆਜੀ ਕਰਜ਼ਾ ਤੇ ਉਧਾਰ ਸਿਰ ਉੱਤੇ ਚੁੱਕਣ ਲੱਗਿਆ ਉਹਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਉਤਾਰਦਿਆਂ ਉਹਦੀ ਇੱਜ਼ਤ ਨੂੰ ਦਾਗ ਤਾਂ ਨਹੀਂ ਲੱਗੂਗਾ, ਉਪਦੇਸ਼ਮਕ ਤੌਰ ਤੇ। ਬਾਕੀ ਨੂੰ ਰੀਡ ਕਰ ਲੈਣਾ। ਅੱਗੇ ਹੈ ਵਤਨ ਦੇ ਗੀਤ। ਇਹ ਹੈਗੀ ਆ ਜਿਹੜੀ ਕਿ ਕਵਿਤਾ ਗੁਰਮੁਖ ਸਿੰਘ ਮੁਸਾਫਰ ਦੀ ਹੈ, ਵਤਨ ਦੇ ਗੀਤ। ਇਹਦੇ ਬਾਕੀ ਕੁਐਸਚਨ ਵੀ ਜ਼ਰੂਰ ਰੀਡ ਕਰ ਲੈਣੇ ਕਿਉਂਕਿ ਵਾਰ ਇਹਨਾਂ ਕੁਐਸਚਨਾਂ 'ਚ ਆ ਜਾਣਾ ਹੁੰਦਾ ਕੁਐਸਚਨ। ਹਾਂਜੀ, ਦੇਸ਼ ਦਾ ਚਾਨਣ ਜਗ ਦੇ ਜੀਵੇ, ਮਰੇ ਨਹੀਂ ਉਹ ਜਾਣੂ ਜੀਵੇ, ਮੰਨੇ ਜਾਣ ਬਹਾਦਰ ਵੀਰ, ਵਤਨ ਲਈ ਜੋ ਲਾਣ ਸਰੀਰ। ਠੀਕ ਹੈ, ਵਤਨ ਵਰਡ ਇਹਦੇ ਵਿੱਚ ਹੈ ਯੂਜ਼ ਕੀਤਾ ਹੋਇਆ ਤੇ ਇਸ ਤੋਂ ਇਲਾਵਾ ਭਗਤ ਸਿੰਘ ਹੋਊਗਾ, ਆਪਾਂ ਦੇਖਾਂਗੇ ਬਾਕੀ ਹੋਰ ਸ਼ਬਦ। ਹਾਂਜੀ, ਵਤਨ ਦੇ ਸ਼ਹੀਦ ਕਵਿਤਾ ਜਿਹੜੇ ਕਿ ਵਤਨ ਦੇ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਜਿਹੜੀ ਕਿ ਮਹਿਮਾ ਗਾਈ ਹੋਈ ਹੈ। ਵਤਨ ਭਾਵ ਕਿ ਦੇਸ਼। ਠੀਕ ਹੈ, ਮਾਤ ਭੂਮੀ। ਤਾਂ ਕਵੀ ਕਹਿੰਦਾ ਦੇਸ਼ ਲਈ ਸ਼ਹੀਦ ਹੋਣ ਵਾਲੇ ਦੇਸ਼ ਦੇ ਜਗ ਦੇ ਦੀਵੇ ਤੇ ਦੇਸ਼ ਦਾ ਚਾਨਣ ਹੁੰਦੇ ਨੇ ਤੇ ਉਹ ਮਰੇ ਨਹੀਂ ਹੁੰਦੇ, ਸਗੋਂ ਜਾਨ ਦੇ ਕੇ ਜਿਉਂਦੇ ਹੋ ਜਾਂਦੇ ਨੇ। ਤੇ ਅਜਿਹੇ ਬੰਦੇ ਜਿਹੜੇ ਦੇਸ਼ ਦੇ ਲੇਖੇ ਆਪਣਾ ਸਰੀਰ ਲਾ ਦਿੰਦੇ ਨੇ ਉਹ ਬਹਾਦਰ ਸੂਰਮੇ ਮੰਨੇ ਜਾਂਦੇ ਨੇ। ਭਗਤ ਸਿੰਘ ਨੇ ਜਿੰਦੜੀ ਲਾਈ ਕਰਦੀ ਉਸ ਨੂੰ ਯਾਦ ਲੁਕਾਈ, ਭਾਵ ਕਿ ਲੁਕਾਈ ਕੀ ਹੋ ਗਿਆ, ਲੋਕ ਦੁਨੀਆ। ਵੀ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇਸ਼ ਲਈ ਕੁਰਬਾਨ ਕੀਤੀ ਤਾਂ ਉਹਨੂੰ ਦੁਨੀਆ ਯਾਦ ਕਰਦੀ ਹੈ। ਜਸ ਕਰਦਾ ਉਸ ਦਾ ਜੱਗ ਸਾਰਾ, ਚਮਕ ਰਿਹਾ ਮਾਨੋ ਧਰੂ ਤਾਰਾ। ਤਾਂ ਕਵੀ ਕਹਿ ਰਿਹਾ ਕਿ ਉਹਨੂੰ ਜਿਹੜੇ ਕਿ ਅੱਜ ਸਾਰੀ ਦੁਨੀਆ ਦੇ ਵਿੱਚ ਉਸ ਦੀ ਵਡਿਆਈ ਹੋ ਰਹੀ ਹੈ ਤੇ ਉਹ ਆਸਮਾਨ ਦੇ ਵਿੱਚ ਭਗਤ ਸਿੰਘ ਧਰੂ ਤਾਰੇ ਵਾਂਗ ਜਿਹੜੇ ਕਿ ਅਟਲ ਚਮਕ ਰਿਹਾ। ਜਿਹੜਾ ਕੰਮ ਜਨਤਾ ਦੇ ਆਵੇ, ਲੋੜ ਪਵੇ ਤਾਂ ਜਾਨ ਘੁਮਾਵੇ। ਜਾਨ ਘੁਮਾਵੇ ਭਾਵ ਕਿ ਜਾਨ ਕੁਰਬਾਨ ਕਰੇ। ਤਾਂ ਕਵੀ ਕਹਿੰਦਾ ਵੀ ਜਿਹੜਾ ਬੰਦਾ ਲੋਕਾਂ ਦੇ ਕੰਮ ਆਉਂਦਾ, ਲੋੜ ਪੈਣ ਤੇ ਆਪਣੀ ਜਾਨ ਕੁਰਬਾਨ ਕਰ ਦਿੰਦਾ, ਸਿਰ ਤੇ ਉਸ ਨੂੰ ਚੁੱਕਦੀ ਜਨਤਾ, ਆਗੂ ਨੇਤਾ ਉਹ ਪਤਵੰਤਾ। ਤਾਂ ਕਵੀ ਕਹਿੰਦਾ ਕਿ ਉਹਨਾਂ ਜਿਹੜੇ ਕਿ ਫਿਰ ਉਹਨੂੰ ਜਨਤਾ ਸਿਰ ਤੇ ਚੱਕ ਲੈਂਦੀ ਹੈ, ਉਹੀ ਉਹਨਾਂ ਦਾ ਨੇਤਾ ਮੰਨਿਆ ਜਾਂਦਾ ਜਿਨ੍ਹਾਂ ਤੇ ਉਹ ਸਾਰਿਆਂ ਦੇ ਵਿੱਚ ਜਿਹੜੇ ਕਿ ਇੱਜ਼ਤ ਪ੍ਰਾਪਤ ਕਰਦਾ। ਅੱਗੇ ਹੈ
ਸੇਵਾ ਵਿੱਚ ਰਹਿੰਦਾ ਗਲਤਾਨ ਦੇਵੇ ਜਾਨ ਚੜੇ ਪ੍ਰਵਾਨ ਸੁਆਸਾ ਬਦਲੀ ਮਿਲੀ ਰਸੀਦ ਹਰ ਇੱਕ ਰਸਨਾ ਕਹੇ ਸ਼ਹੀਦ। ਹਾਂਜੀ, ਇਸ ਦੇ ਵਿੱਚ ਕਵੀ ਕਹਿੰਦਾ ਗਲਤਾਨ ਭਾਵ ਕਿ ਮਸਤ, ਠੀਕ ਆ, ਜਾਨ ਚੜੇ ਪ੍ਰਵਾਨ ਜਾਨ ਲੇਖੇ ਲੱਗਣਾ। ਤਾਂ ਕਵੀ ਕਹਿੰਦਾ ਕਿ ਜਿਹੜਾ ਬੰਦਾ ਦੇਸ਼ ਦੀ ਜਨਤਾ ਦੀ ਸੇਵਾ ਦੇ ਵਿੱਚ ਖੋਬਿਆ ਵਾ ਹੁੰਦਾ, ਰੁੱਝਿਆ ਵਾ ਹੁੰਦਾ, ਉਹ ਤੇ ਇਸ ਖਾਤਰ ਉਹ ਆਪਣੀ ਜਾਨ ਵੀ ਜਿਹੜਾ ਕਿ ਲਾ ਦਿੰਦਾ, ਜਾਨ ਵੀ ਵਾਰ ਦਿੰਦਾ, ਤਾਂ ਉਹਨੂੰ ਸਵਾਸ ਦੇਣ ਬਦਲੇ ਇੱਕ ਰਸੀਦ ਮਿਲਦੀ ਹੈ ਜਿਸ ਅਨੁਸਾਰ ਹਰ ਬੰਦੇ ਦੀ ਜੀਵ ਦੇ ਵਿੱਚ ਉਸ ਨੂੰ ਸ਼ਹੀਦ ਕਹਿ ਕੇ ਸਤਿਕਾਰਦੀ ਹੈ। ਰਾਜੇ ਸ਼ਾਹ ਮੁਕੱਦਮ ਮਰ ਗਏ ਕੋਈ ਨਾ ਜਾਣੇ ਕੌਣ ਕਿੱਧਰ ਗਏ ਮਰ ਕੇ ਵੀ ਜਿਹੜੇ ਨਹੀਂ ਮੋਏ ਉਹੀ ਸ਼ਹੀਦ ਵਤਨ ਦੇ ਹੋਏ। ਤਾਂ ਕਵੀ ਕਹਿੰਦਾ ਹੈ ਕਿ ਉਹ ਵੱਡੇ ਵੱਡੇ ਰਾਜੇ ਸ਼ਾਹ ਤੇ ਚੌਧਰੀ ਮਰ ਕੇ ਪਤਾ ਨਹੀਂ ਕਿੱਥੇ ਚਲੇ ਗਏ, ਤਾਂ ਕੋਈ ਉਹਨਾਂ ਬਾਰੇ ਜਾਣਦਾ ਤੱਕ ਨਹੀਂ, ਪਰੰਤੂ ਜਿਹੜੇ ਮਰ ਕੇ ਵੀ ਨਹੀਂ ਮਰਦੇ ਉਹ ਹੁੰਦੇ ਨੇ ਵਤਨ ਦੇ ਸ਼ਹੀਦ, ਉਹ ਹੁੰਦੇ ਨੇ ਮਾਤ ਭੂਮੀ ਦੇ ਸ਼ਹੀਦ, ਜਿਨ੍ਹਾਂ ਨੂੰ ਲੋਕ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਯਾਦ ਰੱਖਦੇ ਨੇ। ਹੁਣ ਇਹਦੇ ਵਿੱਚ ਵਤਨ ਦੇ ਸ਼ਹੀਦ ਹੁਣ ਆਪਾਂ ਨੇ ਕੀਤਾ ਹੈ ਕਿ ਦੇਸ਼ ਦੀ ਖਾਤਰ ਸ਼ਹੀਦ ਹੋਣ ਵਾਲਿਆਂ ਦੀ ਜਿਹੜੀ ਕਿ ਵਡਿਆਈ ਕੀਤੀ ਗਈ ਹੈ, ਜਿਹਦੇ ਵਿੱਚ ਦੇਸ਼ ਭਗਤ ਜਿਹੜੇ ਕਿ ਕੁਰਬਾਨੀਆਂ ਦਿੰਦੇ ਨੇ, ਤੇ ਸ਼ਹੀਦ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਤਾਂ ਉਹਨੂੰ ਧਰੂੰ ਤਾਰਾ ਕਹਿ ਕੇ ਜਿਹੜੇ ਕਿ ਨਵਾਜਿਆ। ਐਵੇਂ ਇਹਦੇ ਵਿੱਚ ਤੁਸੀਂ ਇਹਦੇ ਜਿਹੜੇ ਕਿ ਇਹਦੇ ਵਿਸ਼ਾ ਵਸਤੂ ਦੇ ਵਿੱਚ ਲਿਖ ਦੇਣਾ, ਠੀਕ ਹੈ। ਵਿਸ਼ਾ ਵਸਤੂ ਜੋ ਆਪਾਂ ਨੇ ਪ੍ਰਸੰਗ ਸਾਹਿਤ ਵਿਆਖਿਆ ਕੀਤੀ ਉਹੀ ਲਿਖ ਦੇਣੀ ਆ। ਹਾਂਜੀ, ਅੱਗੇ ਹੈਗਾ ਲੀਡਰੀ ਦੀ ਫਿੱਕ। ਲੀਡਰੀ ਦੀ ਫਿੱਕ ਨੇ ਜੀਵਨ ਦੇ ਰਸ ਨੂੰ ਮਾਰਿਆ ਮਾਤ। ਇਹਦੇ ਵਿੱਚ ਆਪਾਂ ਸਿਰਫ ਜਿਹੜੇ ਕਿ ਲਾਈਨਾਂ 17 ਦੇਖਦੇ ਹਾਂ, ਬਾਕੀ ਤੁਸੀਂ ਇਹਦੇ ਵਿੱਚ ਸਾਰਾ ਹੀ ਜਿਹੜੇ ਕਿ ਇਹਦਾ ਵਿਸ਼ਾ ਵਸਤੂ ਲਿਖ ਦੇਣਾ। ਪਹਰਿਆ ਹੀ ਪਹਰਿਆ ਬੇਅਦਬੀ ਦੇ ਸ਼ੋਰ ਦੇ ਵਿੱਚ ਸਾਹਿਤ ਨੂੰ ਕਿਸ ਸਤਿਕਾਰਿਆ ਆ ਅੰਦਰੋਂ ਟੁੰਬਿਆ ਕਿਸੇ ਲਲਕਾਰ ਦੇ ਲਲਕਾਰਿਆ ਮਰਦੀ ਮਨੁੱਖਤਾ ਵੇਖ ਕੇ ਤੂੰ ਪੱਥਰਾ ਰੋਇਆ ਨਹੀਂ ਨਾਤ ਨਾ ਕੋਈ ਮਰਸੀਆਂ ਇੱਕ ਵੈਣ ਤੱਕ ਸੋਇਆ ਨਹੀਂ। ਤਾਂ ਇਹਦੇ ਵਿੱਚ ਲੀਡਰੀ ਦੀ ਫਿੱਕ ਤੋਂ ਇੱਥੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਉਹਦੇ ਆ, ਠੀਕ ਹੈ। ਅੱਗੇ ਆਖਿਆ ਇਕਬਾਲ ਦਾ ਉਹ ਅਖਵਾਉਣਾ। ਹਾਂਜੀ, ਇਹ ਤੋਂ ਤੁਹਾਨੂੰ ਇੱਕ ਤਾਂ ਇਹ ਪਤਾ ਲੱਗ ਜੂਗਾ ਕਿ ਇਹ ਪੋਇਮ ਦੀ ਜਿਹੜੀ ਕਿ ਲਾਈਨਾਂ ਨੇ ਬਹੁਤ ਛੋਟੀਆਂ ਨੇ, ਠੀਕ ਹੈ, ਇਹ ਵੀ ਪਹਿਚਾਣ ਵਰਡ ਹੋ ਜਾਂਦਾ। ਤੇ ਪਰਲੇ ਤਾਂ ਨਹੀਂ ਆ ਜਾਵਣੀ ਜੇ ਤੂੰ ਰਿਹਾ ਪ੍ਰਧਾਨ ਨਾ ਤੇਰੇ ਸਹਾਰੇ ਟਿਕਿਆ ਟਟੀਰੀ ਆਸਮਾਨ ਨਾ, ਠੀਕ ਹੈ। ਇਹ ਜਿਹੜੇ ਕਿ ਲੀਡਰੀ ਦੀ ਫਿੱਕ ਦੇ ਵਿੱਚੋਂ ਆ। ਹਾਂਜੀ, ਇਹ 17 ਜ਼ਰੂਰ ਯਾਦ ਰੱਖੋ, ਫਿਰ ਤੁਸੀਂ ਇਹਦੇ ਵਿੱਚ ਜਿਹੜੇ ਕਿ ਉਹ ਲਿਖ ਸਕਦੇ ਹੋ ਕਵਿਤਾ ਦਾ ਜਿਹੜਾ ਸਾਰ। ਫੁੱਲ ਨਾਜ਼ੁਕ ਜਾਪਦਾ ਸਸਤਾ ਸੀ ਤੈਨੂੰ ਲੱਭਿਆ ਅਹੁਦਿਆਂ ਦੇ ਭਾਰ ਹੇਠਾਂ। ਤਾਂ ਅਹੁਦਿਆਂ ਤੋਂ ਤੁਹਾਨੂੰ ਪਤਾ ਲੱਗ ਜਾਣਾ ਕਿ ਲੀਡਰੀ ਦੀ ਫਿੱਕ ਵਾਲਾ ਤੇ ਲੀਡਰੀ ਵਰਡ ਇਹਦੇ ਵਿੱਚ ਕਈਆਂ 'ਚ ਯੂਜ਼ ਕੀਤਾ ਹੋਇਆ, ਠੀਕ ਹੈ।